Assalamu alaikum. Jai Shri Krishna Jambo. Sarada Swagat. Dr. Walli ji is here with me in live, in person. Time na zaya karde फटाफट डॉक्टर जी ਨਾਲ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਸਵਾਗਤ ਕਰਦੇ ਹਾਂ ਤੁਹਾਡਾ ਥੈਂਕ ਯੂ ਵੈਰੀ ਮੱਚ ਪਾਲ ਜੀ ਮੇਰੇ ਵੱਲੋਂ ਤੁਹਾਡੇ ਸਾਰੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਗੁੱਡ ਮਾਰਨਿੰਗ ਜਾਂਬੋ ਭਾਜੀ ਇਹਨਾਂ ਦਾ ਕੋਈ ਮੈਨੂੰ ਜ਼ਿੰਦਗੀ 'ਚ ਕੋਈ ਮਿਸ ਨਹੀਂ ਕਰਦਾ ਜਿੰਨੇ ਤੁਹਾਡੇ ਜਾਣ ਪਛਾਣ ਵਾਲੇ ਤੁਹਾਨੂੰ ਮਿਸ ਕਰਦੇ ਨੇ ਹਮੇਸ਼ਾ ਯਾਰ ਬਹੁਤ ਯਾਦ ਕਰਦੇ ਮੈਨੂੰ ਹਮੇਸ਼ਾ ਕਾਲ ਆਉਂਦਾ ਰਹਿੰਦਾ ਨੇ ਮੈਂ ਕਹਿੰਦੀ ਡਾਕਟਰ ਜੀ ਆ ਰਹੇ ਨੇ ਰਾਤੀ ਮੇਰਾ ਸ਼ੋਅ ਸੀਗਾ ਬਾਈ ਦਾ ਬਾਈ ਸਾਡੇ ਨੌ ਬਹੁਤ ਅਨਾਉਂਸ ਕੀਤਾ ਸੀ ਲੋਕਾਂ ਨੂੰ ਦੱਸਦਾ ਕਿ ਡਾਕਟਰ ਜੀ ਸਾਹਿਬ ਆ ਰਹੇ ਨੇ ਪਲੀਜ਼ ਵਾਚ ਕਰਿਓ ਥੈਂਕ ਯੂ ਵੈਰੀ ਮੱਚ ਬਿਲਕੁਲ ਇਹੀ ਮੁਹੱਬਤ ਹੀ ਹੈ ਸਾਨੂੰ ਪਤਾ ਹੈ ਲੋਕ ਬੜੀ ਚਾਹਤ ਨਾਲ ਸਾਡਾ ਦੇਖਦੇ ਨੇ ਪ੍ਰੋਗਰਾਮ ਔਰ ਉਹਨਾਂ ਨੂੰ ਕੁਛ ਨਾ ਕੁਛ ਅੱਛੀਆਂ ਗੱਲਾਂ ਇੱਥੋਂ ਪਤਾ ਲੱਗਦੀਆਂ ਨੇ ਜਿਹੜੀਆਂ ਉਹ ਫਿਰ ਚੇਂਜਸ ਕਰਦੇ ਨੇ ਆਪਣੀ ਲਾਈਫ ਵਿੱਚ ਇਸੀ ਵਜ੍ਹਾ ਨਾਲ ਮੈਂ ਵੀ ਮੇਰਾ ਜਦੋਂ ਵੀ ਮੇਰੇ ਕੋਲ ਟਾਈਮ ਸਪੇਨ 'ਚ ਫ੍ਰੀ ਹੁੰਦਾ ਹੈ ਮੈਂ ਫੌਰਨ ਆ ਜਾਂਦਾ ਇੱਥੇ ਕਿ ਚਲੋ ਚੱਲੀਏ ਤੇ ਜਿਹੜੀ ਵੀ ਕੋਈ ਨਵੀਂ ਰਿਸਰਚ ਹੋਈ ਆ ਲੋਕਾਂ ਨਾਲ ਤਕਸੀਮ ਕਰੀਏ ਸ਼ੇਅਰ ਕਰੀਏ ਉਹਨਾਂ ਨਾਲ ਆਪਾਂ ਰਿਸਰਚ ਵੀ ਗੱਲ ਕਰਾਂਗੇ ਥੋੜੀ ਬਾਤ ਕਰ ਰਹੇ ਸੀ ਤੁਸੀਂ ਡਾਕਟਰ ਸਾਹਿਬ ਬਿਫੋਰ ਅਸੀਂ ਕਿਸੇ ਮੁੱਦੇ ਤੇ ਗੱਲ ਕਰੀਏ ਮੇਰੇ ਪਾਸ ਇੱਕ ਹੁਣੀ ਮੈਸੇਜ ਆਇਆ ਬੜਾ ਇੰਪੋਰਟੈਂਟ ਲੇਡੀ ਆਪਣੀ ਕਾਫੀ ਸਪੋਰਟਰ ਹੈ ਕਾਲ ਚੈਨਲ ਦੇ ਬੜਾ ਹਮੇਸ਼ਾ ਜਦੋਂ ਵੀ ਇਹਨਾਂ ਆਵਾਜ਼ ਮਾਰੋ ਆ ਜਾਂਦੇ ਨੇ ਆਈ ਵਾਂਟ ਟੂ ਫਾਈਂਡ ਆਊਟ ਅਬਾਊਟ ਫੈਟੀ ਲਿਵਰ ਇੱਕ ਉਹਨਾਂ ਦਾ ਕੁਐਸਚਨ ਹੈਗਾ ਗੈਸਟ੍ਰਿਕਸ ਐਂਡ ਬੈਲੀ ਹਰਨੀਆ ਹਾਂਜੀ ਇਹ ਦੋਵੇਂ ਡਿਫਰੈਂਟ ਚੀਜ਼ਾਂ ਨੇ ਫੈਟੀ ਲਿਵਰ ਦਾ ਮੈਂ ਥੋੜਾ ਜਿਹਾ ਪਹਿਲੇ ਦੱਸ ਦਿੰਦਾ ਫੈਟੀ ਲਿਵਰ ਕੀ ਚੀਜ਼ ਹੈ ਫੈਟੀ ਲਿਵਰ ਇਹ ਹੈ ਕਿ ਲਿਵਰ ਦੇ ਵਿੱਚ ਬੇਸਿਕਲੀ ਫੈਟ ਨੂੰ ਐਕਿਊਮੂਲੇਟ ਕਰਨ ਦੀ ਕੋਈ ਕਪੈਸਿਟੀ ਨਹੀਂ ਹੁੰਦੀ ਨਾ ਲਿਵਰ ਫੈਟ ਐਕਿਊਮੂਲੇਟ ਕਰਦਾ ਹੈ ਡੈਮੇਜ ਹੋਇਆ ਨਹੀਂ ਆਮ ਜਿਹੜਾ ਨਾਰਮਲ ਲਿਵਰ ਹੈ ਅੱਛਾ ਉਹ ਆਪਣੇ ਅੰਦਰ ਕੋਈ ਬਹੁਤ ਜ਼ਿਆਦਾ ਫੈਟ ਸਟੋਰੇਜ ਨਹੀਂ ਕਰਦਾ ਉਹ ਗਲਾਈਕੋਜਨ ਸਟੋਰ ਕਰ ਲੈਂਦਾ ਜਿਵੇਂ ਅਗਰ ਤੁਸੀਂ ਕੋਈ ਮਿੱਠੀ ਚੀਜ਼ ਖਾਦੀ ਹੈ ਔਰ ਸ਼ੂਗਰ ਬਲੱਡ ਜ਼ਿਆਦਾ ਹੋ ਗਈ ਹੈ ਤਾਂ ਲਿਵਰ ਉਹਨੂੰ ਪਕੜ ਕੇ ਗਲਾਈਕੋਜਨ ਬਣਾ ਕੇ ਸਟੋਰ ਕਰ ਲੈਂਦਾ ਲੇਕਿਨ ਲਿਵਰ ਡਿਜ਼ਾਈਨ ਨਹੀਂ ਹੈ ਕਿ ਫੈਟ ਸਟੋਰੇਜ ਕਰੇ ਲੇਕਿਨ ਅਗਰ ਤੁਸੀਂ ਬਹੁਤ ਜ਼ਿਆਦਾ ਸ਼ੂਗਰੀ ਸਟਫ ਖਾਓ ਔਰ ਉਹਦੇ ਵਿੱਚ ਵੀ ਖਾਸ ਤੌਰ 'ਤੇ ਜੂਸਿਸ ਵਗੈਰਾ ਪੀਓ ਖਾਸ ਤੌਰ 'ਤੇ ਫਰੂਟ ਜੂਸਿਸ ਨਹੀਂ ਜਾਂ ਫਰੂਟ ਦਾ ਇਸਤੇਮਾਲ ਜ਼ਿਆਦਾ ਕਰੋ ਜਾਂ ਇਹੋ ਜਿਹੀਆਂ ਚੀਜ਼ਾਂ ਖਾਓ ਜਿਨ੍ਹਾਂ 'ਚ ਫਰੂਕਟੋਜ਼ ਹੋਏ ਉਹਦੇ ਨਾਲ ਤੁਹਾਡਾ ਲਿਵਰ ਫੈਟੀ ਹੋ ਸਕਦਾ ਜਾਂ ਔਰਤਾਂ ਦੇ ਵਿੱਚ ਅਗਰ ਉਹਨਾਂ ਦੀ ਬਾਡੀ ਦੇ ਵਿੱਚ ਈਸਟ੍ਰੋਜਨ ਹਾਰਮੋਨ ਉਹਦਾ ਲੈਵਲ ਜ਼ਿਆਦਾ ਹੋ ਜਾਏ ਉਹਨਾਂ ਨੂੰ ਫੈਟੀ ਲਿਵਰ ਹੋ ਸਕਦਾ ਹੈ ਜਾਂ ਕੁਝ ਮਰਦ ਅਗਰ ਡਰਿੰਕ ਕਰਦੇ ਹੋਣ ਖਾਸ ਤੌਰ 'ਤੇ ਉਹ ਬੀਅਰ ਪੀਂਦੇ ਹੋਣ ਉਹਨਾਂ ਦਾ ਲਿਵਰ ਫੈਟੀ ਹੋ ਸਕਦਾ ਲਿਵਰ ਫੈਟੀ ਦਾ ਇਲਾਜ ਬਹੁਤ ਆਸਾਨ ਹੈ ਕੋਈ ਮੁਸ਼ਕਿਲ ਨਹੀਂ ਹੈ ਲੇਕਿਨ ਇਹਦਾ ਪ੍ਰੋਬਲਮ ਇਹ ਹੈ ਕਿ ਅਗਰ ਫੈਟੀ ਲਿਵਰ ਲੰਬੇ ਅਰਸੇ ਤੱਕ ਰਹੇਗਾ ਤੇ ਫਿਰ ਉਹ ਬਾਡੀ ਦੇ ਦੂਸਰੇ ਫੰਕਸ਼ਨਸ ਦੇ ਉੱਤੇ ਇਫੈਕਟ ਕਰੇਗਾ ਵਰਨਾ ਕੋਈ ਬਹੁਤ ਸੀਰੀਅਸ ਬਿਮਾਰੀ ਨਹੀਂ ਹੈ ਕਿ ਇਹਦੇ ਨਾਲ ਕੋਈ ਲਾਈਫ ਥ੍ਰੈਟ 'ਚ ਆ ਜਾਏ ਐਸੀ ਚੀਜ਼ ਨਹੀਂ ਹੈ ਲੇਕਿਨ ਅਗਰ ਫੈਟੀ ਲਿਵਰ ਹੈ ਤੇ ਤੁਹਾਡੀ ਬਾਡੀ ਦੇ ਕੁਝ ਹੋਰ ਫੰਕਸ਼ਨ ਖਾਸ ਤੌਰ ਤੇ ਡਾਈਜੈਸਟਿਵ ਸਿਸਟਮ ਬੜਾ ਕੰਪਰੋਮਾਈਜ਼ ਹੋ ਜਾਂਦਾ ਹੈ ਇਹਦਾ weight increase ਹੁੰਦਾ ਫੈਟੀ ਲਿਵਰ ਉਹਨਾਂ ਨੂੰ ਹੀ ਜ਼ਿਆਦਾ ਹੁੰਦਾ ਜਿਹੜੇ ਮੋਟੇ ਹੁੰਦੇ ਨੇ ਮੈਂ ਤੁਹਾਨੂੰ ਕਿਹਾ ਨਾ ਕਿ ਔਰਤਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਈਸਟ੍ਰੋਜਨ ਹਾਰਮੋਨ ਜ਼ਿਆਦਾ ਹੋਏਗਾ ਤਾਂ ਉਹਨਾਂ ਦੀ ਬਾਡੀ ਆਮ ਤੌਰ ਤੇ ਉਂਝ ਹੀ ਫੁੱਲੀ ਹੁੰਦੀ ਹੈ ਤੇ ਉਹਨਾਂ ਨੂੰ ਫਿਰ ਫੈਟੀ ਲਿਵਰ ਹੋ ਸਕਦਾ ਹੈ ਤੇ ਗੈਸਟ੍ਰਿਕ ਦਾ ਕੀ ਕਨੈਕਸ਼ਨ ਹੈ ਇਹਦੇ ਨਾਲ ਨਹੀਂ ਗੈਸਟ੍ਰਿਕ ਦਾ ਇਹਦਾ ਕਨੈਕਸ਼ਨ ਨਹੀਂ ਲਿਵਰ ਦਾ ਸਿਰਫ ਇਤਨਾ ਤਾਲੁਕ ਹੈ ਕਿ ਲਿਵਰ ਨੇ ਇੱਕ ਕੈਮੀਕਲ ਬਣਾਉਣਾ ਹੁੰਦਾ ਜਿਹਨੂੰ ਬਾਇਲ ਕਹਿੰਦੇ ਆ ਅਸੀਂ ਕੋਈ ਵੀ ਚੀਜ਼ ਜਦੋਂ ਖਾਂਦੇ ਆ ਨਾ ਉਹਦੇ 'ਚ ਮਾੜਾ ਜਿਹਾ ਵੀ ਫੈਟ ਅਗਰ ਹੋਏਗਾ ਜਾਂ ਚਿਕਨਾਈ ਹੋਏਗੀ ਮਸਲਨ ਅਸੀਂ ਖਾਣਾ ਬਣਾਉਂਦੇ ਆ ਦੇਸੀ ਘਿਓ 'ਚ ਉਹਨੂੰ ਪਕਾਈਏ ਜਾਂ ਤੇਲਾਂ 'ਚ ਪਕਾਈਏ ਕਿਸੇ ਵੀ ਚੀਜ਼ 'ਚ ਉਹ ਆਇਲ ਹੁੰਦਾ ਹੈ ਠੀਕ ਹੈ ਨਾ ਉਂਝ ਵੀ ਅਸੀਂ ਕੋਈ ਚੀਜ਼ ਵੀ ਖਾਈਏ ਕੋਈ ਨਟਸ ਖਾਈਏ ਕੋਈ ਬਦਾਮ ਖਾਈਏ ਕੋਈ ਹੋਰ ਚੀਜ਼ ਉਹਨਾਂ 'ਚ ਫੈਟ ਹੁੰਦਾ ਉਹਨਾਂ 'ਚ ਆਇਲ ਹੁੰਦਾ ਠੀਕ ਹੈ ਨਾ ਉਹ ਜਿਹੜਾ ਆਇਲ ਹੈ ਜਦੋਂ ਉਹ ਤੁਹਾਡੀ ਆਂਦਰਾਂ 'ਚ ਜਾਏਗਾ ਨਾ ਤੇ ਫਿਰ ਤੁਹਾਡੀ ਆਂਦਰਾਂ ਦੇ ਵਿੱਚ ਅਗਰ ਤੁਹਾਡੀ ਬਾਡੀ ਤੁਹਾਨੂੰ ਬਾਇਲ ਬਣਾ ਕੇ ਨਹੀਂ ਦੇਗੀ ਤੁਹਾਡੀ ਬਾਡੀ ਪ੍ਰੋਪਰਲੀ ਫਿਰ ਉਸ ਫੈਟ ਨੂੰ ਡਾਈਜੈਸਟ ਨਹੀਂ ਕਰੇਗੀ ਕਿਉਂਕਿ ਬਾਇਲ ਕੀ ਕਰਦਾ ਹੈ ਜਿਵੇਂ ਤੁਹਾਡੀ ਕੱਪੜੇ ਦੇ ਉੱਤੇ ਅਗਰ ਚਿਕਨਾਈ ਲੱਗ ਜਾਏ ਜਦੋਂ ਤੱਕ ਸਾਬੁਣ ਨਹੀਂ ਲਾਓਗੇ ਚਿਕਨਾਈ ਨਹੀਂ ਉਤਰੇਗੀ ਐਗਜ਼ੈਕਟਲੀ ਬਾਇਲ ਇਹੀ ਕੰਮ ਕਰ ਰਿਹਾ ਹੁੰਦਾ ਹੈ ਕਿ ਉਹ ਵੀ ਤੁਹਾਡੀ ਜਿਹੜੀ ਉਹ ਫੈਟ ਹੁੰਦਾ ਹੈ ਜਾਂ ਜਿਹੜੀ ਚਿਕਨਾਈ ਹੁੰਦੀ ਹੈ ਜਿਹੜੀ ਤੁਸੀਂ ਖਾਦੀ ਹੁੰਦੀ ਉਹਨੂੰ ਅਗਰ ਲਿਵਰ ਠੀਕ ਨਹੀਂ ਹੈ ਫੈਟੀ ਹੈ ਤੇ ਡੈਫੀਨੇਟਲੀ ਉਹ ਚਿਕਨਾਈ ਨੂੰ ਡਾਈਜੈਸਟ ਨਹੀਂ ਕਰੇਗੀ ਤੁਹਾਡੀ ਬਾਡੀ ਉਹ ਤੁਹਾਡੀ ਆਂਦਰਾਂ 'ਚ ਘੁੰਮੇਗੀ ਉਹਦੇ ਨਾਲ ਤੁਹਾਡੀ ਆਂਦਰਾਂ ਸੁੱਜਣਗੀਆਂ ਤੁਹਾਨੂੰ ਉਹਦੀ ਵਜ੍ਹਾ ਨਾਲ ਗੈਸ ਬਣੇਗੀ ਉਹਦੀ ਵਜ੍ਹਾ ਨਾਲ ਬਲੋਟਿੰਗ ਹੋਏਗੀ ਢਿੱਡ ਫੁੱਲ ਜਾਏਗਾ ਔਰ ਕਾਂਸਟੀਪੇਸ਼ਨ ਹੋਏਗੀ ਬਾਉਲ ਪ੍ਰੋਪਰਲੀ ਮੂਵ ਨਹੀਂ ਹੋਏਗੀ ਇਹ ਆਫਟਰ ਇਫੈਕਟ ਨੇ ਫੈਟੀ ਲਿਵਰ ਦਾ ਐਕਸਕਿਊਜ਼ ਮੀ ਸੌਰੀ ਪਰ ਜੇ ਬੈਲੀ ਹਰਨੀਆ ਕੀ ਹੁੰਦਾ ਹਰਨੀਆ ਜਿਹੜਾ ਹੈ ਨਾ ਪਹਿਲੇ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ ਕਿ ਹਰਨੀਆ ਕੀ ਚੀਜ਼ ਹੈ ਬੇਸਿਕਲੀ ਸਾਡੀ ਬਾਡੀ ਦੇ ਵਿੱਚ ਜਿੰਨੇ ਵੀ ਇੰਟਰਨਲ ਆਰਗਨ ਨੇ ਜਿਹੜੇ ਇਸ ਕੈਵਿਟੀ ਦੇ ਵਿੱਚ ਨੇ ਇਸ ਪੂਰੇ ਜਿਹੜਾ ਸਾਡਾ ਇੱਕ ਸੀਨਾ ਹੈ ਚੈਸਟ ਹੈ ਇਹਦੇ ਜਿੰਨੇ ਵੀ ਆਰਗਨ ਨੇ
ਉਹਦੇ ਵਿੱਚ ਲਿਵਰ ਹੈ, ਹਾਰਟ ਹੈ, ਕਿਡਨੀ ਹੈ, ਲੰਗ ਹੈ, ਜਿੰਨੇ ਵੀ ਇਹ ਮੇਜਰ ਆਰਗਨ ਨੇ, ਇਹਨਾਂ ਸਾਰਿਆਂ ਨੂੰ ਰੱਬ ਨੇ ਇੱਕ ਇੱਕ ਅਲੱਗ-ਅਲੱਗ ਕਮਰਾ ਦਿੱਤਾ ਹੋਇਆ। ਇਹ ਉਸ ਕਮਰੇ ਦੇ ਵਿੱਚ ਰਹਿੰਦੇ ਨੇ ਔਰ ਇਹਨਾਂ ਨੂੰ ਇੱਕ ਆਰਗਨ ਨੂੰ ਦੂਜੇ ਤੋਂ ਸੈਪਰੇਟ ਕਰਨ ਲਈ ਇੱਕ ਵਾਲ ਹੁੰਦੀ ਹੈ, ਇੱਕ ਕੈਵਿਟ, ਅਸੀਂ ਉਹਨੂੰ ਪੈਰੀਟੋਨੀਅਲ ਵਾਲ ਕਹਿੰਦੇ ਆ। ਉਹ ਇੱਕ ਸਲਾਈਟਲੀ ਮਸਕੂਲਰ ਟਾਈਪ ਇੱਕ ਪਤਲੀ ਜੀ ਝਿੱਲੀ ਜੀ ਹੁੰਦੀ ਹੈ ਜਿਹੜੀ ਇੱਕ ਆਰਗਨ ਨੂੰ ਦੂਜੇ ਤੋਂ ਹਟਾਉਂਦੀ ਹੈ। ਜਦੋਂ ਉਹਦੇ ਵਿੱਚ ਸੁਰਾਖ ਹੋ ਜਾਏ ਔਰ ਇੱਕ ਸਾਈਡ ਦਾ ਆਰਗਨ ਦੂਜੀ ਸਾਈਡ ਤੇ ਜਾਣਾ ਸ਼ੁਰੂ ਹੋ ਜਾਏ, ਇਹਨੂੰ ਅਸੀਂ ਕਹਿੰਦੇ ਹਰਨੀਆ ਹੋ ਗਿਆ। ਠੀਕ ਹੈ ਨਾ। ਅਗਰ ਕਿਸੇ ਨੂੰ ਬੈਲੀ ਹਰਨੀਆ ਹੈ ਤਾਂ ਇਹਦਾ ਮਤਲਬ ਹੈ ਕਿ ਉਹਦੀ ਆਂਦਰਾ ਸ਼ਾਇਦ ਨਿਕਲ ਕੇ ਤੇ ਉਹ ਲਿਵਰ ਵੱਲ ਜਾਣੀ ਸ਼ੁਰੂ ਹੋ ਗਈ। ਨਹੀਂ, ਉਹਦੇ ਵਿੱਚ ਨਾਰਮਲੀ ਮੈਂ ਰਿਕਮੈਂਡ ਕਰਦਾ ਹੁੰਦਾ ਕਿ ਤੁਸੀਂ ਆਪਰੇਸ਼ਨ ਕਰਾਓ ਉਹਦਾ। ਉਹ ਬੜਾ ਮਾਈਨਰ ਜੀ ਸਰਜਰੀ ਹੁੰਦੀ ਹੈ, ਕਿਉਂਕਿ ਅਗਰ ਇਹ ਦੀਵਾਰ ਫਟ ਗਈ, ਮੋਹਰਾ ਹੋ ਗਿਆ, ਇੱਧਰ ਚਲਾ ਗਿਆ, ਤੁਸੀਂ ਉਹਨੂੰ ਵਾਪਸ ਲਿਆ ਕੇ ਸੀ ਦੇਣਾ ਹੈ। ਉਹਨੂੰ ਕੋਈ ਸਪਲੀਮੈਂਟ ਨਾਲ ਵਾਪਸ ਨਹੀਂ ਲਿਆ ਸਕਦੇ। ਉਹ ਤੁਹਾਨੂੰ ਥਰੂ ਫਿਜ਼ੀਕਲ ਮੀਨਸ ਹੀ ਪੁੱਲ ਕਰਕੇ ਔਰ ਸੀਣਾ। ਲੇਕਿਨ ਹਰਨੀਆ ਦੇ ਬਾਰੇ 'ਚ ਇਹ ਮੈਂ ਦੱਸ ਦਿਆਂ ਕਿ ਜਿਨ੍ਹਾਂ ਲੋਕਾਂ ਨੂੰ ਹਰਨੀਆ ਇੱਕ ਦਫਾ ਹੋ ਜਾਏ, ਉਹ ਅਗਰ ਆਪਰੇਸ਼ਨ ਕਰਾ ਵੀ ਲੈਣ ਔਰ ਉਹ ਬੰਦ ਕਰਾ ਲੈਣ ਤੇ ਕੁਝ ਅਰਸੇ ਬਾਅਦ ਉਹਨਾਂ ਨੂੰ ਕਿਤੇ ਹੋਰ ਹਰਨੀਆ ਹੋ ਜਾਏਗਾ। ਉਹਨਾਂ ਨੂੰ ਬਾਰ-ਬਾਰ ਹੋਣ ਦੀ, ਉਹਨਾਂ ਲੋਕਾਂ ਦਾ ਇੱਕ ਖਾਸ ਕਿਸਮ ਦਾ ਸਾਡੀ ਨੈਚੁਰਲ ਮੈਡੀਸਨ ਇਸ ਟ੍ਰੀਟਮੈਂਟ ਹੈ। ਅਸੀਂ ਜਿਹੜੇ ਵੀ ਮੇਰੇ ਕੋਲ ਹਰਨੀਆ ਦੇ ਪੇਸ਼ੈਂਟ ਅਗਰ ਆਣ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਤੁਸੀਂ ਪਲੀਜ਼ ਪਹਿਲੇ ਆਪਰੇਸ਼ਨ ਕਰਾਓ। ਆਪਰੇਸ਼ਨ ਤੋਂ 10-15 ਦਿਨ ਪਹਿਲੇ ਮੈਂ ਤੁਹਾਨੂੰ ਕੁਝ ਸਪਲੀਮੈਂਟ ਸੁਜੈਸਟ ਕਰਾਂਗਾ, ਉਹ ਤੁਸੀਂ ਲੈਣਾ ਸ਼ੁਰੂ ਕਰ ਦੇਣੇ ਨੇ ਔਰ ਆਪਰੇਸ਼ਨ ਤੋਂ ਬਾਅਦ ਵੀ 2-3 ਮਹੀਨੇ ਲੈਣੇ ਨੇ। ਫਿਰ ਤੁਹਾਨੂੰ ਦੁਬਾਰਾ ਕਦੇ ਹੋਪਫੁਲੀ ਹਰਨੀਆ ਨਹੀਂ ਹੋਏਗਾ। ਜਿਹਦੇ ਕਿਸੇ weight ਜਾਸਤੀ ਹੋਵੇ ਉਹਨੂੰ ਇਫੈਕਟ ਕਰਦਾ? ਹਾਂਜੀ ਹਾਂਜੀ। ਅੱਛਾ, weight ਰਿਲੇਟਡ ਹੈਗਾ? ਨਹੀਂ, weight ਰਿਲੇਟਡ ਨਹੀਂ ਹੈ, ਉਹ ਝਿੱਲੀ ਦੇ ਨਾਲ ਰਿਲੇਟਡ ਹੈ। ਉਹ ਤੁਹਾਡੀ ਜਿਹੜੀ ਵਾਲ ਹੈ, ਅਗਰ ਉਹ ਮਜ਼ਬੂਤ ਨਹੀਂ ਹੈ ਤਾਂ ਤੁਸੀਂ ਸੁੱਕੇ ਪਤਲੇ ਵੀ ਹੋ ਤਾਂ ਫਟ ਸਕਦੀ ਹੈ, ਮੋਟੇ ਵੀ ਹੋ ਤਾਂ ਫਟ ਸਕਦੀ ਹੈ। ਉਹ ਵਾਲ ਕਿੰਨੀ ਸਟਰੋਂਗ ਹੈ ਇਹ ਦੇਖਣਾ ਹੁੰਦਾ। ਸਾਡੇ ਭੈਣ ਜੀ ਨੇ ਸਾਰੇ ਮੈਸੇਜ ਭੇਜਿਆ ਹੋਣੀ, ਮੈਂ ਤੁਹਾਡੇ ਫੋਨ ਤੇ ਪੜ੍ਹ ਕੇ ਡਾਕਟਰ ਨੂੰ ਸਵਾਲ ਪੁੱਛਿਆ। ਹੋਪ ਤੁਸੀਂ ਵਾਚ ਕਰਦੇ ਹੋ। ਕੋਈ ਕੁਐਸਚਨ ਹੋਏਗਾ ਤੁਸੀਂ ਬਾਅਦ ਰੀਡ ਕਰਕੇ ਗੱਲ ਕਰ ਸਕਦੇ ਹੋ। ਸੇਮ ਲੇਡੀ ਦਾ ਕੁਐਸਚਨ ਹੈ ਭਾਜੀ, ਇੱਕ ਚੀਜ਼ ਨਾ ਬੜੀ ਇੰਪੋਰਟੈਂਟ ਹੈ ਵੀ, ਉਹ ਕਹਿੰਦੇ ਕਿ ਡਿਪਰੈਸ਼ਨ ਮੇਰੀ ਹਾਈ ਐਂਡ ਲੋ ਹੁੰਦੀ ਹੈ। ਹਾਂਜੀ। ਪਹਿਲੀ ਗੱਲ, ਕਿੱਦਾਂ ਪਤਾ ਲੱਗਦਾ ਕਿ ਤੁਹਾਨੂੰ ਡਿਪਰੈਸ਼ਨ ਹੈ? ਹਾਊ ਡੂ ਯੂ ਨੋ ਕਿ ਮੈਂ ਡਿਪਰੈਸ਼ਨ? ਫੌਰਨ ਪਤਾ ਲੱਗ ਜਾਂਦਾ ਹੈ ਬਿਲਕੁਲ। ਇਹਦਾ ਤੇ ਦੇਖੋ, ਮੈਂ ਤੁਹਾਨੂੰ ਹੁਣ ਦੱਸਦਾ, ਇਸੀ ਕੁਐਸਚਨ ਦੇ ਆਨਸਰ ਵਿੱਚ ਤੁਹਾਨੂੰ ਮੈਂ ਇੱਕ ਕੇਸ ਦੱਸ ਦਿੰਦਾ। ਮੇਰੇ ਕੋਲ ਕੁਝ ਦਿਨ ਪਹਿਲੇ ਇੱਕ ਬਹੁਤ ਹੀ ਅੱਛੇ ਮੇਰੇ ਦੋਸਤ ਨੇ, ਉਹ ਆਏ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਮੇਰੇ ਨਾਲ ਅੱਜ ਤੱਕ ਐਸਾ ਨਹੀਂ ਹੋਇਆ, ਲੇਕਿਨ ਹੁਣ ਮੇਰੇ ਨਾਲ ਹੋ ਰਿਹਾ ਹੈ ਕਿ ਆਈ ਐਮ ਫੀਲਿੰਗ ਡਾਊਨ। ਔਰ ਉਹਨਾਂ ਦੀ ਏਜ 40 ਪਲੱਸ ਏਜ ਹੈ, ਯੰਗ ਮੈਨ, ਕੋਈ ਐਡੀ ਕੋਈ ਬਿਮਾਰੀ ਨਹੀਂ ਹੈ, ਬਿਲਕੁਲ ਠੀਕ ਠਾਕ, ਆਪਣੀ ਹੈਲਥ ਦਾ ਖਿਆਲ ਕਰਨ ਵਾਲੇ। ਤੇ ਮੈਂ ਕਿ ਕੀ ਹੁੰਦਾ? ਕਹਿੰਦਾ ਮੇਰਾ ਦਿਲ ਕਰਦਾ ਹੈ ਕਿ ਮੈਂ ਰੋਵਾਂ ਜਾਂ ਮੈਂ ਸੁਸਾਈਡ ਕਰ ਲਵਾਂ। ਮੇਰੇ ਲਈ ਬੜੀ ਹੈਰਤ ਦੀ ਗੱਲ ਸੀ। ਮੈਂ ਕਿ ਕੀ ਹੋ ਕੀ ਰਿਹਾ? ਕਹਿੰਦੇ ਕਿ ਮੈਂ ਨਾ, ਮੈਨੂੰ ਕੋਈ ਪਿਛਲੇ ਹਫਤੇ 10 ਦਿਨ ਤੋਂ ਨੀਂਦ ਨਹੀਂ ਆ ਰਹੀ ਹੈ। ਸਾਰੀ ਰਾਤ ਮੇਰੀ ਜਾਗਦੇ ਗੁਜ਼ਰ ਜਾਂਦੀ ਹੈ ਔਰ ਫਿਰ ਦਿਨ ਨੂੰ ਵੀ ਨੀਂਦ ਨਹੀਂ ਆਉਂਦੀ ਹੈ। ਰਾਤ ਨੂੰ ਮੈਂ ਜਾ ਕੇ ਪੈਣਾ ਤੇ ਮੈਨੂੰ ਨਹੀਂ ਪਤਾ ਹੁੰਦਾ ਕਿ ਨੀਂਦ ਆਈ ਹੈ ਜਾਂ ਨਹੀਂ ਆਈ ਹੈ। ਬਸ ਉਸੇ ਤਰ੍ਹਾਂ ਹੀ ਹੁੰਦਾ ਹੈ ਕਿ ਬਸ ਕਦੇ ਮੈਂ ਮੋਬਾਈਲ ਦੇ ਚੁੱਕ ਕੇ ਦੇਖਣਾ ਸ਼ੁਰੂ ਕਰਤਾ, ਕਦੇ ਆਈਪੈਡ ਤੇ ਕਦੇ ਫਲਾਣਾ, ਟਾਈਮ ਪਾਸ। ਲੇਕਿਨ ਹੁਣ ਮੇਰੀ ਬੱਸ ਹੋ ਜਾਂਦੀ, ਜੋ 3-4 ਦਿਨ ਗੁਜ਼ਰਦੇ ਨੇ, ਫਿਰ ਇੱਕ ਦਿਨ 3-4 ਘੰਟੇ ਨੀਂਦ ਆਏਗੀ, ਫਿਰ 3-4 ਦਿਨ ਬਗੈਰ ਨੀਂਦ ਦੇ ਆਉਣਗੇ। ਇੱਕ ਸਾਈਕਲ 'ਚ ਮੈਂ ਟਰੈਪ ਹੋ ਗਿਆ। ਅੱਛਾ, ਮੈਂ ਨੈਚੁਰਲ, ਤੁਹਾਨੂੰ ਪਤਾ ਹੈ ਮੈਂ ਤਾਂ ਨੈਚੁਰਲ ਚੀਜ਼, ਉਹਨਾਂ ਨੂੰ ਮੈਂ ਕਿਹਾ ਤੁਹਾਨੂੰ ਕੀ ਡਾਕਟਰ ਨੇ ਦਿੱਤਾ? ਉਹ ਕਹਿੰਦੇ ਮੈਂ ਡਾਕਟਰਾਂ ਕੋਲ ਗਿਆ, ਉਹਨਾਂ ਨੇ ਮੈਨੂੰ ਸਲੀਪਿੰਗ ਪਿਲਸ ਦਿੱਤੀਆਂ ਨੇ, ਮੈਂ ਨਹੀਂ ਲਈਆਂ ਕਿਉਂਕਿ ਮੈਨੂੰ ਪਤਾ ਹੈ ਉਹ ਨਸ਼ਾ ਹੁੰਦਾ, ਐਡਿਕਟ ਹੋ ਜਾਵਾਂਗਾ ਮੈਂ, ਤੇ ਮੈਂ ਚਾਹੁੰਦਾ ਕਿ ਨੈਚੁਰਲ ਵੇ 'ਚ ਕੋਈ ਹੱਲ ਕੱਢੀਏ ਇਹਦਾ। ਮੈਂ ਕਿਹਾ ਠੀਕ ਹੈ। ਮੈਂ ਉਹਨੂੰ, ਮੈਲਾਟੋਨਿਨ ਇੱਕ ਹੁੰਦਾ ਜਿਹੜਾ ਸਾਡਾ ਆਪਣਾ ਬ੍ਰੇਨ ਬਣਾਉਂਦਾ ਹੈ, ਇੱਕ ਹਾਰਮੋਨ ਹੈ ਸਲੀਪਿੰਗ, ਇੱਥੇ ਇੱਕ ਛੋਟਾ ਜਿਹਾ ਪੁਰਜ਼ਾ ਹੁੰਦਾ ਸਾਡਾ, ਪੀਨੀਅਲ ਗਲੈਂਡ ਉਹਨੂੰ ਕਹਿੰਦੇ ਆ, ਉਹਦੇ 'ਚੋਂ ਰਿਲੀਜ਼ ਹੁੰਦਾ। ਜਦੋਂ ਅਸੀਂ ਬੱਚੇ ਹੁੰਦੇ ਹਾਂ ਬਹੁਤ ਜ਼ਿਆਦਾ ਹੁੰਦਾ ਹੈ। ਅਸੀਂ ਜਦੋਂ 50 ਤੇ ਪਹੁੰਚਦੇ ਹਾਂ ਉਹ ਬਹੁਤ ਘਟਣਾ ਸ਼ੁਰੂ ਹੋ ਜਾਂਦਾ, ਯਾਨੀ 50 ਤੋਂ ਬਾਅਦ ਫਿਰ ਉਹ ਸਮਝ ਲਓ ਕਿ ਨੀਂਦ ਇੱਕ ਮਸਲਾ ਬਣ ਜਾਂਦੀ ਹੈ। ਉਹਦੀ ਵਜ੍ਹਾ ਇਹ ਹੈ ਕਿ ਮੈਲਾਟੋਨਿਨ ਘਟ ਜਾਂਦਾ ਹੈ। ਜਦੋਂ ਮੇਰੇ ਕੋਲ ਆਏ ਤੇ ਮੈਂ ਨੈਚੁਰਲੀ, ਜੋ ਮੇਰੀ ਇੱਕ ਨੈਚੁਰਲ ਅਪਰੋਚ ਹੈ ਫੌਰੀ ਤੌਰ ਤੇ ਇਹੀ ਸੀ ਕਿ ਮੈਂ ਇਹਨਾਂ ਨੂੰ ਮੈਲਾਟੋਨਿਨ ਦਿਆਂ। ਮੈਂ ਉਹਨਾਂ ਨੂੰ, ਪਾਲ ਜੀ, ਆਮ ਤੌਰ ਤੇ ਤੁਸੀਂ ਅਗਰ ਇੱਥੇ UK ਕਿਸੇ ਵੀ ਸਟੋਰ ਤੇ ਜਾਓਗੇ ਤੇ ਤੁਹਾਨੂੰ 1 ਮਿਲੀਗ੍ਰਾਮ 2 ਮਿਲੀਗ੍ਰਾਮ ਤੋਂ ਜ਼ਿਆਦਾ ਦੀ ਨਹੀਂ ਮਿਲੇਗੀ। ਅਸੀਂ ਜਿਹੜੀ ਮੈਲਾਟੋਨਿਨ ਬਣਾਈ ਹੋਈ ਹੈ ਅਮਰੀਕਾ 'ਚ, ਉਹ 20 ਮਿਲੀਗ੍ਰਾਮ ਦੀ ਹੈ, ਬੜੀ ਹਾਈ ਡੋਜ਼ ਹੈ। ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਮੈਲਾਟੋਨਿਨ ਤੁਸੀਂ ਜਿੰਨੀ ਖਾਓ, ਜ਼ਿਆਦਾ ਸਾਈਡ ਇਫੈਕਟ ਨੀਂਦ ਜ਼ਿਆਦਾ ਆਉਂਦੀ ਹੈ। ਨਾਲ ਨਹੀਂ ਕਰਦਾ ਇਨਸਾਨ ਨੂੰ ਕੋਈ, ਜਦੋਂ ਤੁਸੀਂ ਸੌਂ ਜਾਂਦਾ, ਸਲੀਪੀ ਹੋ ਜਾਂਦਾ, ਜ਼ਿਆਦਾ ਸਲੀਪੀ ਹੋ ਜਾਂਦੇ। ਇਹਦੇ ਇਲਾਵਾ ਹੋਰ ਕੋਈ ਨੈਗੇਟਿਵ ਇਫੈਕਟ ਨਹੀਂ ਹੈ। ਅੱਛਾ, ਮੈਂ ਉਹਨਾਂ ਨੂੰ 20 ਮਿਲੀਗ੍ਰਾਮ ਦਿੱਤੀ, ਬੜੀ ਹਾਈ ਡੋਜ਼ ਸਮਝ ਕੇ। ਮੈਂ ਕਿਹਾ ਯਾਰ ਇਹ ਤੁਸੀਂ ਖਾਣਾ ਇੱਕ ਕੈਪਸੂਲ ਸੌਣ ਤੋਂ ਅੱਧਾ ਪੌਣਾ ਘੰਟਾ ਪਹਿਲੇ, ਔਰ ਮੇਕ ਸ਼ੋਰ ਕਰਨਾ ਕਿ 9 ਵਜੇ ਬੈੱਡ ਤੇ ਚਲੇ ਜਾਓ, ਤੇ ਮੈਨੂੰ 3-4 ਦਿਨ ਬਾਅਦ ਦੱਸਣਾ ਕਿ ਕੀ ਇੰਪਰੂਵਮੈਂਟ ਆਈ।
ਉਹ 3-4 ਦਿਨ ਕਰਦੇ ਨੇ, ਉਹਨਾਂ ਨੇ ਕਿਹਾ ਜੀ 0 ਨਤੀਜਾ। ਮੈਂ ਕਿਹਾ ਅੱਛਾ। ਮੈਂ ਕਿਹਾ ਤੁਸੀਂ ਨਾ ਇਹਦੀ ਡੋਜ਼ 60 ਕਰ ਦਿਓ। ਇੱਕ ਕੈਪਸੂਲ 20 ਦਾ ਸੀ, ਮੈਂ 3 ਕਰ ਦਿੱਤੇ ਇਨ ਵਨ ਗੋ ਦੇ ਵਿੱਚ। ਹਾਂਜੀ, ਕਿਉਂਕਿ 60 ਇੱਕ ਨਾਰਮਲ ਡੋਜ਼ ਹੈ। ਮੈਂ ਆਮ ਤੌਰ ਤੇ ਬਹੁਤ ਸਾਰੇ ਮਰੀਜ਼ਾਂ ਨੂੰ, ਮੇਰੇ ਕੋਲ ਜਿਹੜੇ ਹਸਪੀਟਲ ਆਉਂਦੇ ਆ ਕੈਂਸਰ ਪੇਸ਼ੈਂਟ ਖਾਸ ਤੌਰ ਤੇ, ਉਹਨਾਂ ਨੂੰ ਮੈਂ 60 ਮਿਲੀਗ੍ਰਾਮ ਦਿੰਦਾ। ਮੈਂ ਤੁਸੀਂ 60 ਕਰ ਦਿਓ। ਹੁਣ 60 ਜਿਹੜੀ ਹੈ ਨਾਕਡਾਊਨ ਡੋਜ਼ ਗਿਣੀ ਜਾਂਦੀ ਹੈ। ਇਹ ਸਲਾਹ ਹੈ ਕਿਸੇ ਨੂੰ ਵੀ। ਉਹਨਾਂ ਨੇ 60 ਸ਼ੁਰੂ ਕੀਤੀ। ਮੈਂ ਕਿਹਾ ਤੁਸੀਂ ਮੈਨੂੰ 3 ਦਿਨ ਬਾਅਦ ਦੱਸਣਾ। 3 ਦਿਨ ਬਾਅਦ ਫੋਨ ਆਇਆ, ਕਹਿੰਦੇ ਜੀ ਕੁਝ ਫਾਇਦਾ ਨਹੀਂ ਹੋਇਆ। ਰੀਅਲੀ? ਮੇਰੇ ਲਈ ਬੜੀ ਸ਼ੌਕਿੰਗ ਸੀ। ਅੱਛਾ, ਮੈਂ ਕਿਹਾ ਚਲੋ ਹੋਰ ਨੇਚਰ ਕੋਲ ਹਥਿਆਰ ਨੇ, ਆਪਾਂ ਉਹ ਚਲਾ ਦਿੰਨੇ ਆ। ਮੈਂ ਉਹਨਾਂ ਨੂੰ ਕੈਨਾਬਿਸ ਆਇਲ ਹੁੰਦਾ ਹੈ, ਔਰ ਕੈਨਾਬਿਸ ਆਇਲ ਵੀ ਮੈਂ ਖਾਸ ਤਰ੍ਹਾਂ ਦਾ ਮੰਗਵਾਉਣਾ ਹੁੰਦਾ ਕੈਨੇਡਾ ਦੇ ਵਿੱਚੋਂ। ਉਹਦੇ ਵਿੱਚ ਇੱਕ ਜਿਹੜਾ ਨਿਊਰੋ ਐਕਟਿਵ ਇੱਕ ਸਬਸਟੈਂਸ ਹੁੰਦਾ, ਉਹਨੂੰ THC ਕਹਿੰਦੇ ਨੇ, ਜਿਹੜਾ ਅਸਲ ਐਕਸਾਈਟ ਕਰਦਾ ਬ੍ਰੇਨ ਸੈੱਲ ਨੂੰ। ਇੱਕ ਹੁੰਦਾ CBD, ਇੱਕ ਹੁੰਦਾ THC। THC ਜ਼ਿਆਦਾ ਸਟਰੋਂਗ ਹੁੰਦਾ ਹੈ, CBD ਨਾਲ ਇੰਨੀ ਨੀਂਦ ਨਹੀਂ ਆਉਂਦੀ ਜਿੰਨੀ ਉਹਦੇ ਨਾਲ। ਉਹ ਮੈਂ ਮੰਗਵਾਉਂਦਾ ਨਾ ਜਿਹੜਾ ਆਇਲ, ਉਹਦੇ 'ਚ 80% THC ਹੁੰਦੀ ਹੈ। 80% THC ਅਗਰ ਤੁਸੀਂ ਇੰਨੀ ਜੀ ਮਤਲਬ ਤੁਸੀਂ ਇੱਕ ਚਾਵਲ ਦੇ ਦਾਣੇ ਜਿੰਨੀ ਖਾਓ ਨਾ, ਤੇ ਉਹ ਇੱਕ ਇਹੋ ਜਿਹੇ ਬੰਦੇ ਨੂੰ ਜਿਹੜਾ ਕਹਿੰਦਾ ਹੈ ਕਿ ਮੈਨੂੰ ਕਦੇ ਨੀਂਦ ਨਹੀਂ ਆਈ, ਉਹਨੂੰ ਵੀ ਸੁਲਾ ਦੇਗੀ। ਰੀਅਲੀ? ਮੈਂ ਉਹਨਾਂ ਨੂੰ ਡੋਜ਼ ਦਿੱਤੀ ਟ੍ਰਿਪਲ ਉਹਦੀ, ਯਾਨੀ ਇੱਕ ਚਾਵਲ ਦੇ ਦਾਣੇ ਜਿੰਨੀ ਨਹੀਂ, ਮੈਂ ਇੱਕ ਚਨੇ ਦੇ ਦਾਣੇ ਜਿੰਨੀ ਡੋਜ਼ ਦਿੱਤੀ। ਉਹ ਮੈਂ ਹਾਥੀ ਨੂੰ ਦਿੰਦਾ ਨਾ, ਤੇ ਹਾਥੀ ਨੇ ਸੋ ਜਾਣਾ ਸੀ। ਮੈਂ ਕਿਹਾ ਹੁਣ ਤੁਹਾਨੂੰ ਨੀਂਦ ਆਏਗੀ, ਤੁਸੀਂ ਇਹ ਲਓ। ਹੁਣ 2-3 ਦਿਨ ਬਾਅਦ ਫਿਰ ਮੈਨੂੰ ਦੱਸਣਾ, ਔਰ ਤੁਸੀਂ ਸ਼ੁਰੂ ਕਰਨਾ ਵੀਕਐਂਡ ਤੇ, ਤਾਂ ਕਿ ਤੁਹਾਡੀ ਜੌਬ ਵਿੱਚ ਇੰਟਰਪਸ਼ਨ ਹੋਏ, ਕਿਉਂਕਿ ਇਹਨੇ ਡਰਾਊਜ਼ੀ ਬਣਾ ਦੇਣਾ। ਮੈਂ ਹਾਈ ਡੋਜ਼ ਦੇ ਕੇ, ਮੈਂ ਕਿਹਾ ਉਹ ਜਿਹੜੀ ਵਾਲ ਹੈ ਜਿਹੜੀ ਤੁਹਾਨੂੰ ਨੀਂਦ ਵੱਲ ਨਹੀਂ ਜਾਣ ਜਾ ਰਹੀ, ਉਹਨੂੰ ਬ੍ਰੇਕ ਕਰਦੇ, ਹਾਈ ਡੋਜ਼ ਦਿੰਦੇ। ਪਾਲ ਜੀ ਉਹਨਾਂ ਦਾ 3 ਦਿਨ ਬਾਅਦ ਫੋਨ ਆਇਆ, ਉਹ ਕਹਿੰਦੇ ਯਾਰ ਮੈਨੂੰ ਕੁਝ ਵੀ ਨਹੀਂ ਹੋਇਆ। ਮੇਰੇ ਲਈ ਇਹ ਬਿਲਕੁਲ ਯੂਨੀਕ ਔਰ ਸ਼ੌਕਿੰਗ ਕਿਸਮ ਦਾ ਕੇਸ ਸੀ। ਮੈਂ ਕਿਹਾ ਅੱਛਾ, ਹੁਣ ਤੁਸੀਂ ਨਾ ਮੇਰੇ ਕੋਲ ਸਪੇਨ ਆਓ। ਮੇਰੇ ਨਾਲ ਉਹਨਾਂ ਦਾ ਬੜਾ ਅੱਛਾ ਤਾਲੁਕ ਹੈ, ਦੋਸਤੀ ਹੈ, ਔਰ ਮੇਰੇ ਕਲਾਇੰਟ ਨੇ ਬਹੁਤ ਮੇਰੇ ਤੇ ਟਰਸਟ ਕਰਦੇ ਨੇ। ਕਹਿੰਦੇ ਠੀਕ ਹੈ, ਮੈਂ ਆ ਜਾਣਾ। ਉਹ ਮੇਰੇ ਕੋਲ ਆ ਗਏ। ਪੌਲ ਜੀ ਮੈਂ ਉਹਨਾਂ ਨੂੰ ਉਲਟਾ ਲਿਟਾਇਆ। ਉਹ ਸਾਡੇ ਕੋਲ ਮਸਾਜ ਟੇਬਲ ਹੈ। ਮੈਂ ਉਹਨਾਂ ਦੀ ਗਰਦਨ ਦੇ ਉੱਤੇ ਨਾ 3 ਜਗ੍ਹਾ ਤੇ ਉਹਨਾਂ ਦੇ ਬੈਕਬੋਨ ਤੇ ਉਂਗਲਾਂ ਰੱਖੀਆਂ। ਮੈਂ ਕਿਹਾ ਇੱਥੇ ਮੈਂ ਉਂਗਲ ਰੱਖਾਂਗਾ, ਇੱਥੇ ਦੱਸਣਾ ਦਰਦ ਹੁੰਦਾ। ਮੈਂ ਰੱਖੀ, ਉਹਨਾਂ ਨੇ ਕਿਹਾ ਬਹੁਤ ਦਰਦ ਹੋ ਰਿਹਾ। ਉਸ ਤੋਂ ਬਾਅਦ ਮੈਂ ਇੱਕ ਹੋਰ ਮੋਰੇ ਤੇ ਜਾ ਕੇ ਉਂਗਲ ਰੱਖੀ, ਜ਼ੋਰ ਨਾਲ ਦਬਾਇਆ। ਮੈਂ ਕਿਹਾ ਦਰਦ ਹੋ ਰਿਹਾ? ਕਹਿੰਦੇ ਬਹੁਤ ਜ਼ਿਆਦਾ ਦਰਦ ਹੋ ਰਿਹਾ। ਮੈਂ ਕਿਹਾ ਬਸ ਠੀਕ ਹੈ, ਖੜੇ ਹੋ ਜਾਓ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਨੀਂਦ ਦੀ ਦਵਾਈ ਦੇਣੀ ਬੰਦ ਕਰਤੀ। ਮੈਂ ਉਹਨਾਂ ਦਾ ਬੈਕਬੋਨ ਦਾ ਟ੍ਰੀਟਮੈਂਟ ਕੀਤਾ। 15 ਦਿਨ ਮੈਂ ਬੈਕਬੋਨ ਦਾ ਟ੍ਰੀਟਮੈਂਟ ਕੀਤਾ। ਉਹਨਾਂ ਦੀ ਨੀਂਦ ਠੀਕ ਹੋ ਗਈ, ਔਰ ਉਹਨਾਂ ਨੂੰ ਜਿਹੜੀ ਉਹ ਸੁਸਾਈਡਲ ਥਾਟਸ ਆਉਂਦੀਆਂ ਸਨ, ਉਹਨਾਂ ਨੂੰ ਜਿਹੜਾ ਡਿਪਰੈਸ਼ਨ ਹੋ ਗਿਆ ਸੀ, ਉਹ 15 ਦਿਨ ਬਾਅਦ ਮੈਨੂੰ ਕਹਿੰਦੇ ਛਾਲਾਂ ਮਾਰ, ਮੇਰਾ ਦਿਲ ਕਰਦਾ ਮੈਂ ਤੇ ਫਿਟਫਾਟ ਹੋ ਗਿਆ। ਹੁਣ ਜੀ ਕੌਣ ਸੋਚ ਸਕਦਾ ਕਿ ਬੈਕਬੋਨ ਰਿਲੇਟਡ ਹੈ? ਇਹੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਕਿ ਅਗਰ ਉਹ ਚਲੇ ਜਾਂਦੇ ਡਾਕਟਰ ਕੋਲ, ਉਹਨੇ ਸਭ ਤੋਂ ਪਹਿਲੇ ਨੀਂਦ ਲਈ ਇੱਕ ਗੋਲੀ ਦੇਣੀ ਸੀ, ਉਹਦੇ ਨਾਲ ਉਹਨੂੰ ਫਰਜ਼ ਕਰੋ ਫਾਇਦਾ ਨਾ ਹੁੰਦਾ। ਦੂਸਰੀ ਦੇਣੀ ਸੀ, ਤੀਸਰੀ। ਉਹ ਐਂਡ ਤੇ ਕਿਉਂਕਿ ਡਰੱਗਸ ਹੁੰਦੀਆਂ ਨੇ ਅਨਨੈਚੁਰਲ, ਉਹਨਾਂ ਨੇ ਸੁਲਾ ਹੀ ਦੇਣਾ ਸੀ। ਉਹਨਾਂ ਨਾਲ ਉਹਨੂੰ ਨੀਂਦ ਆਣੀ ਸ਼ੁਰੂ ਹੋ ਹੀ ਜਾਣੀ ਸੀ, ਪਰਮਾਨੈਂਟ ਉਹਦੇ ਤੇ ਲਾ ਦੇਣਾ, ਉਹਦੇ ਉੱਤੇ ਪਰਮਾਨੈਂਟ ਲੱਗ ਜਾਣਾ ਸੀ। ਹੁਣ ਪ੍ਰੋਬਲਮ ਉਹਨਾਂ ਦੀ ਨੈਕ 'ਚ ਸੀ, ਉਹ ਪ੍ਰੋਬਲਮ ਹੱਲ ਨਹੀਂ ਸੀ ਹੋਣਾ। ਉਹਦਾ ਇਫੈਕਟ ਇੰਟਰਨਲੀ ਵੱਧਦੇ ਜਾਣਾ ਸੀ। ਉਹਨਾਂ ਨੂੰ ਹੋਰ ਪ੍ਰੋਬਲਮ ਆਣੇ ਸ਼ੁਰੂ ਹੋ ਜਾਣੇ ਸੀ। ਉਹਨਾਂ ਦੀ ਬਾਹਾਂ 'ਚ ਦਰਦਾਂ ਆ ਜਾਣੀਆਂ ਸੀ, ਉਹਨਾਂ ਦੇ ਮੋਢਿਆਂ 'ਚ ਦਰਦਾਂ ਆ ਜਾਣੀਆਂ ਸੀ, ਉਹਨਾਂ ਨੂੰ ਹੈਡੇਕ ਸ਼ੁਰੂ ਹੋ ਜਾਣੇ ਸਨ, ਉਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਣਾ ਸੀ। ਉਹਨਾਂ ਨੂੰ ਬਾਡੀ ਨੇ ਇਹ ਸਿੰਪਟਮ, ਅਗਰ ਬਾਡੀ ਨੂੰ ਉਹਨਾਂ ਨੇ ਨਹੀਂ ਲਰਨ ਕੀਤੀ ਉਹ ਸਿੰਪਟਮ, ਤੇ ਉਹ ਦੂਸਰੀ ਤਰੀਕੇ ਨਾਲ। ਫਿਰ ਮੈਂ ਉਹਨਾਂ ਕੋਲੋਂ ਪੁੱਛਿਆ, ਜਦੋਂ ਮੈਂ ਉਹਨਾਂ ਦੇ ਪੁਆਇੰਟ ਟ੍ਰੇਸ ਕੀਤੇ, ਮੈਨੂੰ ਪਤਾ ਲੱਗ ਗਿਆ ਕਿ ਇਹਨਾਂ ਨੂੰ ਨੀਂਦ ਕਿਉਂ ਨਹੀਂ ਆ ਰਹੀ ਹੈ। ਕਿਉਂਕਿ ਇਹਨਾਂ ਦੀ ਜਿਹੜੀ ਬੈਕਬੋਨ ਹੈ, ਸਾਡੀ ਬੈਕਬੋਨ 'ਚ ਜਿਹੜੀ ਉਹ ਨਰਵ ਆ ਰਹੀ ਹੈ ਨਾ ਪੂਰੀ, ਜਿਹੜੀ ਇੱਕ ਗੁੱਛਾ ਆ ਰਿਹਾ ਤਾਰਾਂ ਦਾ, ਉੱਥੇ ਨਾਲ ਇੱਕ ਫਲੂਇਡ ਸਰਕੂਲੇਟ ਕਰ ਰਿਹਾ ਹੁੰਦਾ, ਜਿਵੇਂ ਕਰੰਟ ਹੁੰਦਾ ਨਾ, ਇਲੈਕਟ੍ਰੋਨ ਦਾ ਇੱਕ ਕਰੰਟ ਹੈ, ਉਹ ਇੰਜਨ 'ਚ ਫਲੋ ਕਰ ਰਿਹਾ। ਅਗਰ ਜਿੱਥੇ ਸਿਰ ਔਰ ਬੈਕਬੋਨ ਦਾ ਆਪਸ 'ਚ ਇੱਕ ਕਨੈਕਸ਼ਨ ਹੋ ਰਿਹਾ, ਸਿਰ ਬੈਕਬੋਨ ਨਾਲ ਟੱਚ ਕਰ ਰਿਹਾ ਨਾ ਜਿੱਥੇ, ਉੱਥੋਂ ਅਗਰ ਮੋਰਾ ਥੋੜਾ ਜਿਹਾ ਫਸਟ ਉਹ ਥੋੜਾ ਜਿਹਾ ਹਿੱਲਿਆ ਹੋਇਆ, ਤੇ ਉਹ ਜਿਹੜਾ ਇੱਕ ਫਲੂਇਡ ਹੁੰਦਾ ਹੈ, ਸੈਕਲ ਫਲੂਇਡ ਜਿਹੜਾ ਹੈ, ਕ੍ਰੇਨੀਓਸੈਕਲ ਫਲੂਇਡ, ਉਹਦੀ ਜਿਹੜੀ ਸਰਕੂਲੇਸ਼ਨ ਹੈ ਉਹ ਇੰਟਰਪਟ ਹੋ ਜਾਂਦੀ ਹੈ। ਜਦੋਂ ਇੰਟਰਪਟ ਹੁੰਦੀ ਹੈ, ਨੀਂਦ ਖਰਾਬ ਹੋ ਜਾਂਦੀ ਹੈ, ਨੀਂਦ ਟੁੱਟ ਜਾਂਦੀ ਹੈ। ਤੁਸੀਂ ਲੱਖ ਉਹਨਾਂ ਨੂੰ ਸਲੀਪਿੰਗ ਪਿਲਸ ਤੇ ਪਾ ਕੇ ਉਹਨਾਂ ਨੂੰ ਆਰਟੀਫੀਸ਼ੀਅਲ ਤਰੀਕੇ ਨਾਲ ਬੇਹੋਸ਼ ਕਰਕੇ ਸੁੱਟ ਦਿਓ, ਉਹ ਨੀਂਦ ਨਹੀਂ ਹੁੰਦੀ, ਉਹ ਬੇਹੋਸ਼ੀ ਹੁੰਦੀ ਹੈ। ਉਹ ਜਿਵੇਂ ਤੁਹਾਨੂੰ ਨਸ਼ੇ ਦਾ ਟੀਕਾ ਲਾ ਕੇ ਤੇ ਆਪਰੇਸ਼ਨ ਕਰ ਦਿੰਦੇ ਤੁਹਾਡੀ ਬਾਂਹ ਦਾ, ਤੁਹਾਨੂੰ ਨੀਂਦ ਤੇ ਨਹੀਂ ਆਈ ਹੁੰਦੀ, ਤੁਸੀਂ ਤੇ ਡਰੱਗਡ ਹੋਏ ਹੁੰਦੇ, ਠੀਕ ਹੈ। ਤੇ ਉਹ ਵੀ ਜਿਹੜਾ ਇਸ ਪ੍ਰੋਬਲਮ ਦੀ ਵਜ੍ਹਾ ਨਾਲ ਅਗਰ ਉਹਨੂੰ ਨੀਂਦ ਨਹੀਂ ਆ ਰਹੀ ਔਰ ਬਾਡੀ ਦੱਸ ਰਹੀ ਹੈ ਔਰ ਡਿਪਰੈਸ਼ਨ 'ਚ ਜਾ ਰਹੇ ਹੋ, ਉਹਦੀ ਬਜਾਏ ਅਗਰ ਤੁਸੀਂ ਉਹਨੂੰ ਡਰੱਗ ਕਰ ਦਿਓਗੇ ਤਾਂ ਜ਼ਾਹਿਰ ਹੈ ਉਹ ਤਾਂ ਕਹੇਗਾ ਠੀਕ ਹੈ ਮੈਨੂੰ ਨੀਂਦ ਆਣੀ ਸ਼ੁਰੂ ਹੋ ਗਈ, ਹੁਣ ਬਾਕੀ ਮਸਲਿਆਂ ਦਾ ਕੀ ਕਰਨਾ, ਠੀਕ ਹੈ ਨਾ। ਇਹ ਹੁਣ ਤੁਹਾਨੂੰ ਮੈਂ ਦੱਸ ਰਿਹਾ ਕਿ ਤੁਹਾਨੂੰ
ਬਿਲਕੁਲ ਲਾਈਟ ਨਹੀਂ ਲੈਣਾ ਚਾਹੀਦਾ ਕਿਸੇ ਵੀ ਸਿੰਪਟਮ ਨੂੰ, ਔਰ ਸਿੰਪਟਮ ਵੱਲ ਨਹੀਂ ਜਾਣਾ ਚਾਹੀਦਾ। ਜਿਵੇਂ ਹੁਣ ਤੁਸੀਂ ਆਪਣੇ ਉਹਨਾਂ ਦਾ ਦੱਸ ਰਹੇ ਸੀ, ਉਹਨਾਂ ਦਾ ਫਰੈਂਡ ਦਾ ਵੀ, ਕਿ ਉਹਨਾਂ ਦਾ ਵੀ ਇਹੀ ਹੈ ਕਿ ਉਹ ਆਪਣਾ ਜ਼ਰਾ ਚੈੱਕ ਕਰਾਉਣ, ਆਪਣੀ ਬੈਕਬੋਨ ਨੂੰ ਚੈੱਕ ਕਰਾਉਣ। ਬਲਕਿ ਅੱਜ ਮੈਂ ਬੈਕਬੋਨ ਦੇ ਬਾਰੇ ਚ ਐਕਸਪਲੇਨ ਕਰ ਦਿੰਦਾ, ਠੀਕ ਹੈ ਅਸੀਂ ਨਾ। ਬਿਫੋਰ ਸਟਾਰਟ ਕਰੀਏ, ਇਹ ਜਿਹੜੀ ਡਿਪਰੈਸ਼ਨ ਆ ਲੋ ਹਾਈ ਕਿਉਂ ਹੁੰਦੀ ਹੈ? ਡਿਪਰੈਸ਼ਨ ਲੋ ਹਾਈ ਡਿਪੈਂਡ ਕਰਦਾ ਹੈ। ਅਗਰ ਤੁਹਾਡੀ ਬਾਡੀ ਦਾ ਕੋਈ ਆਰਗਨ ਜਿਹੜਾ ਹੈ ਉਹਨੇ ਤੁਹਾਨੂੰ ਉਹ ਕੈਮੀਕਲ ਦੇਤਾ ਜਿਹੜਾ ਬਾਡੀ ਨੂੰ ਚਾਹੀਦਾ ਹੈ, ਤੁਸੀਂ ਹੈਪੀ ਹੋ ਜਾਓਗੇ। ਅਗਰ ਉਹ ਕੈਮੀਕਲ ਥੋੜੀ ਦੇਰ ਲਈ, ਫਿਰ ਉਹਨੇ ਨਹੀਂ ਦਿੱਤਾ ਜਾਂ ਉਹਨੇ ਘੱਟ ਬਣਾਇਆ, ਅਗਲੇ 24 ਘੰਟੇ 48 ਘੰਟੇ ਸਿਟ ਡਾਊਨ ਹੋ ਜਾਓਗੇ। ਜਾਂ ਤੁਸੀਂ ਇਹੋ ਜੀ ਫੂਡ ਖਾਧੀ ਹੈ ਜਿਹੜੀ ਤੁਹਾਡੀ ਬਾਡੀ ਨੂੰ ਪਸੰਦ ਨਹੀਂ ਹੈ। ਜਿਵੇਂ ਤੁਹਾਨੂੰ ਕਿਹਾ ਕਿ ਮੈਨੂੰ ਸਿੰਪਟਮ ਆ ਗਿਆ ਸੀ, ਮੈਨੂੰ ਇਹ ਦਾਣੇ ਨਿਕਲਣੇ ਸ਼ੁਰੂ ਹੋ ਗਏ ਸੀ, ਤੁਹਾਨੂੰ ਸਿੰਪਟਮ ਆਏਗਾ ਤੁਹਾਡੇ ਗੋਡੇ ਦੁਖਣੇ ਸ਼ੁਰੂ ਹੋ ਜਾਣਗੇ। ਕਿਸੇ ਨੂੰ ਸਿੰਪਟਮ ਆਏਗਾ ਉਹਨਾਂ ਨੂੰ ਡਿਪਰੈਸ਼ਨ ਹੋ ਜਾਏਗੀ। ਤੁਸੀਂ ਬੈਠ ਕੇ ਅਬਜ਼ਰਵ ਕਰਨਾ ਹੈ, ਜਿਹੜੀ ਚੀਜ਼ ਅਸੀਂ ਡਿਸਕਸ ਕਰ ਰਹੇ ਸੀ ਇੱਕ ਹੋਰ ਪ੍ਰੋਗਰਾਮ 'ਚ ਵੀ, ਕਿ ਜਦੋਂ ਵੀ ਤੁਸੀਂ ਕੋਈ ਫੂਡ ਖਾਣੀ ਹੈ, ਅਗਰ ਤੁਸੀਂ ਦੇਖਿਆ ਕਿ ਮੈਨੂੰ ਇੱਕਦਮ ਮੈਂ ਹੈਪੀ ਫੀਲ ਕਰਨਾ ਸ਼ੁਰੂ ਕਰਤਾ, ਤੁਸੀਂ ਦੇਖੋ ਮੈਂ ਕਿਹੜੀ ਫੂਡ ਖਾ ਰਿਹਾ ਅੱਜ ਕੱਲ੍ਹ। ਅੱਛਾ, ਮੈਂ ਇਹ ਚੀਜ਼ ਖਾਧੀ ਹੈ, ਇਹਦਾ ਮਤਲਬ ਮੇਰੀ ਬਾਡੀ ਨੂੰ ਇਹ ਪਸੰਦ ਆਈ ਹੈ। ਅਗਰ ਤੁਸੀਂ ਦੇਖੋ ਕਿ ਮੈਂ ਇੱਕਦਮ ਡਾਊਨ ਹੋ ਗਿਆ, ਕਿਉਂ ਡਾਊਨ ਹੋਇਆ? ਅੱਛਾ, ਮੈਂ ਰਾਜਮਾ ਖਾਇਆ ਸੀ, ਅੱਛਾ ਇਹਦਾ ਮਤਲਬ ਰਾਜਮਾ ਹਲੇ ਮੇਰੇ ਲਈ ਅੱਛਾ ਨਹੀਂ ਹੈ, ਠੀਕ ਹੈ। ਜਾਂ ਮੈਂ ਬੀਟਰੂਟ ਦਾ ਜੂਸ ਪੀ ਲਿਆ ਸੀ, ਚੁਕੰਦਰ ਦਾ ਜੂਸ ਪੀ ਲਿਆ ਸੀ, ਹੋ ਸਕਦਾ ਮੇਰੀ ਬਾਡੀ ਲਈ ਅੱਛਾ ਨਾ ਹੋ। ਤੁਸੀਂ ਆਪਣੀ ਬਾਡੀ ਦੇ ਮੈਸੇजेस ਨੂੰ ਪੜ੍ਹੋ। ਦੂਸਰੀ ਗੱਲ ਇਹ ਹੈ, ਜਿਵੇਂ ਤੁਹਾਨੂੰ ਕਿਹਾ ਕਿ ਅਗਰ ਔਰਤਾਂ ਨੂੰ ਡਿਪਰੈਸ਼ਨ ਹੁੰਦੀ ਹੈ ਤਾਂ ਔਰਤਾਂ ਦੀ ਡਿਪਰੈਸ਼ਨ ਵਿੱਚ ਬਹੁਤ ਜ਼ਿਆਦਾ ਹਾਰਮੋਨ ਇਨਵੋਲਵ ਹੁੰਦੇ ਨੇ। ਮੈਨੂੰ ਫਿਰ ਉਹਨਾਂ ਔਰਤਾਂ ਕੋਲ ਪੁੱਛਣਾ ਹੁੰਦਾ ਹੈ ਕਿ ਤੁਹਾਡੇ ਪੀਰੀਅਡ ਕਿਸ ਏਜ ਵਿੱਚ ਬੰਦ ਹੋਏ ਨੇ। ਅਗਰ ਉਹ ਮੀਨੋਪਾਜ਼ ਵਿੱਚ ਨੇ, ਅਗਰ ਉਹ ਯੰਗ ਨੇ, ਤਾਂ ਪੁੱਛਣਾ ਹੁੰਦਾ ਕਿ ਤੁਹਾਡੇ ਪੀਰੀਅਡ ਰੈਗੂਲਰ ਨੇ ਕਿ ਨਹੀਂ ਨੇ, ਤੁਹਾਡੇ ਬੱਚੇ ਹੈ ਨੇ ਕਿ ਨਹੀਂ ਹੈ, ਤੁਸੀਂ ਵਿਆਹ ਕੀਤਾ ਹੈ ਕਿ ਨਹੀਂ ਕੀਤਾ, ਤੁਸੀਂ ਆਪਣੇ ਬੱਚਿਆਂ ਨੂੰ ਫੀਡ ਕਰਾਇਆ ਸੀ। ਉਹ ਬਹੁਤ ਸਾਰੀਆਂ ਚੀਜ਼ਾਂ ਮੈਂ ਪੁੱਛ ਕੇ ਮੈਨੂੰ ਫਿਰ ਪਤਾ ਲੱਗ ਜਾਂਦਾ ਕਿ ਇਹਨਾਂ ਦੀ ਡਿਪਰੈਸ਼ਨ ਕਿੱਥੋਂ ਓਰੀਜਿਨੇਟ ਹੋਈ ਹੈ। ਡਿਪਰੈਸ਼ਨ ਦੀ ਇੱਕ ਰੀਜ਼ਨ ਨਹੀਂ ਹੋ ਸਕਦੀ। ਭਾਜੀ ਜਿਹੜੀ ਫੂਡ ਦੀ ਗੱਲ ਕਰਦੇ ਆਪਾਂ ਨੈਕਸਟ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਕਿ ਕੀ ਖਾਣ ਨਾਲ ਕੀ ਫਰਕ ਪੈਂਦਾ। ਵਿਲ ਟਾਕ ਦੈਟ ਇਨ ਡਿਟੇਲ। ਹਾਂਜੀ, ਹੁਣ ਆਪਾਂ ਸਟਾਰਟ ਸ਼ੁਰੂ ਗੱਲ ਕੀਤੀ ਸੀ ਕਿ ਆਪਾਂ ਬੈਕ ਟਰਬਲ ਦੀ ਗੱਲ ਕੀਤੀ। ਹਾਂਜੀ, ਬੈਕ ਦੀ ਦੇਖੋ ਕਿਉਂਕਿ ਇਹਦੇ ਨਾਲ ਕਿੰਨਾ ਕੁਝ ਲਿੰਕਡ ਹੈਗਾ ਬੈਕ ਤੇ, ਬਹੁਤ ਕੁਝ ਲਿੰਕ ਹੈ। ਦੇਖੋ ਇਹ ਪੂਰਾ ਜਿਹੜਾ ਸਾਡਾ ਸਿਰ ਹੈ ਨਾ, ਉਹਨੇ ਜਿਹੜਾ ਸਾਡਾ ਬ੍ਰੇਨ ਹੈ, ਉਹਨੇ ਜਿਹੜਾ ਵੀ ਆਰਡਰ ਦੇਣਾ ਹੈ ਕਿਸੇ ਵੀ ਆਰਗਨ ਨੂੰ, ਉਹਨੇ ਦੋ ਤਰੀਕੇ ਨਾਲ ਆਰਡਰ ਦੇਣਾ ਹੈ, ਠੀਕ ਹੈ ਨਾ। ਸਾਡੀ ਬਾਡੀ ਕੋਲ ਦੋ ਤਰੀਕੇ ਨੇ ਕੋਈ ਕੰਮ ਕਰਵਾਉਣ ਦੇ ਆਪਣੇ ਆਰਗਨਸ ਕੋਲੋਂ। ਇੱਕ ਹੈ ਥਰੂ ਕੈਮੀਕਲ ਸਿਗਨਲਿੰਗ, ਯਾਨੀ ਸਾਡਾ ਬ੍ਰੇਨ ਜਿਹੜਾ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਸਾਡੇ ਬ੍ਰੇਨ ਵਿੱਚ ਇੱਕ ਹਾਈਪੋਥੈਲਮਸ ਹੈ, ਇੱਕ ਪ੍ਰੈਜ਼ੀਡੈਂਸ਼ੀਅਲ ਪੈਲੇਸ ਹੈ, ਉਹ ਪੂਰਾ ਫੀਡਬੈਕ ਲੈਂਦਾ ਹੈ ਇੱਥੋਂ। ਉਹਦੇ ਵਿੱਚ ਅਸੈਸ ਹੁੰਦਾ ਹੈ ਕਿ ਵੀ ਇਹ ਸਿਗਨਲ ਮਿਲ ਰਹੇ ਨੇ, ਹੁਣ ਇਹਦੇ ਸਿਗਨਲ ਦੇਖ ਕੇ ਕਿਸ ਤਰ੍ਹਾਂ ਰਿਐਕਸ਼ਨ ਦੇਣਾ ਹੈ। ਫਿਰ ਬਾਡੀ ਉਸ ਤਰ੍ਹਾਂ ਰਿਐਕਸ਼ਨ ਦਿੰਦੀ ਹੈ ਕਿ ਇਹ ਚੀਜ਼ ਰਿਲੀਜ਼ ਕਰਨੀ ਹੈ, ਇਹ ਰਿਲੀਜ਼ ਕਰਨਾ ਹੈ, ਇਹ ਕੈਮੀਕਲ ਘਟਾਉਣਾ ਹੈ, ਇਹ ਵਧਾਉਣਾ। ਹੁਣ ਜਦੋਂ ਸਾਡਾ ਫੀਡਬੈਕ ਹਾਈਪੋਥੈਲਮਸ ਵਿੱਚ ਜਾਂਦਾ ਹੈ ਨਾ, ਔਰ ਉਹ ਕੈਮੀਕਲ ਰਿਲੀਜ਼ ਹੁੰਦੇ ਨੇ, ਇਹ ਬਾਡੀ ਲਈ ਆਰਡਰ ਹੁੰਦਾ ਹੈ। ਦੂਸਰਾ ਆਰਡਰ ਇਹ ਹੈ ਕਿ ਇਹ ਸਲੋ ਹੁੰਦਾ ਹੈ। ਇਹ ਜਿਹੜਾ ਆਰਡਰ ਹੈ ਇਹਦੇ 'ਚ ਟਾਈਮ ਲੱਗਦਾ, ਅੱਧਾ ਘੰਟਾ ਲੱਗੇਗਾ, 15 ਮਿੰਟ ਲੱਗਣਗੇ, 10 ਮਿੰਟ ਲੱਗਣਗੇ। ਦੂਸਰਾ ਜਿਹੜਾ ਬਾਡੀ ਦਾ ਤਰੀਕਾ ਹੈ ਜਿਹਦੀ ਵਜ੍ਹਾ ਨਾਲ ਬਾਡੀ ਆਪਣਾ ਆਰਡਰ ਦਿੰਦੀ ਹੈ, ਆਪਣੇ ਆਰਗਨਸ ਨੂੰ ਹੈਲਦੀ ਰੱਖਦੀ, ਉਹ ਨਰਵ ਕਨੈਕਸ਼ਨ ਨੇ। ਸਾਡਾ ਬ੍ਰੇਨ ਜਿਹੜਾ ਹੈ ਉਦੋਂ ਆਰਡਰ ਜਾ ਰਹੇ ਨੇ ਔਰ ਉਹ ਨਰਵਸ ਨੂੰ ਪਹੁੰਚ ਰਹੇ ਨੇ, ਠੀਕ ਹੈ ਨਾ। ਉਹ ਮੁxtਲਿਫ ਆਰਗਨਸ ਨੂੰ, ਮਸਲਨ ਲਿਵਰ ਹੈ ਉਹਦੀ ਆਪਣੀ ਨਰਵ ਹੈ, ਕਿਡਨੀ ਹੈ ਉਹਦੀ ਆਪਣੀ ਨਰਵ ਕਨੈਕਸ਼ਨ ਹੈ, ਜਿੰਨੇ ਸਾਡੇ ਮਸਲਨ ਮਸਲਸ ਨੇ, ਗੋਡੇ ਨੇ, ਜੋੜ ਨੇ, ਹਰ ਕਿਸੇ ਦਾ ਨਾ ਇੱਕ ਛੋਟੀ ਜਿਹੀ ਵਾਇਰ ਜਿਹੜੀ ਹੈ ਉਹ ਇੱਥੋਂ ਸਾਡੀ ਬੈਕਬੋਨ ਚੋਂ ਆ ਰਹੀ ਹੈ। ਹੁਣ ਮਸਲਨ ਨੈਕ ਏਰੀਆ ਜਿਹੜਾ ਹੈ, ਜਿਹੜਾ ਸਰਵਾਈਕਲ ਰੀਜਨ ਦੇ ਜਿਹੜੇ 7 ਮੋਹਰੇ ਨੇ, ਇਹਨਾਂ ਦੇ ਵਿੱਚੋਂ ਜਿਹੜੀਆਂ ਵਾਇਰਸ ਨਿਕਲਦੀਆਂ ਨੇ ਸਾਡੀ ਅੱਖਾਂ ਨੂੰ ਕੰਟਰੋਲ ਕਰ ਰਹੀਆਂ ਨੇ, ਸਾਡੇ ਨੱਕ ਨੂੰ ਕੰਟਰੋਲ ਕਰ ਰਹੀਆਂ ਨੇ, ਸਾਡੇ ਥਾਇਰਾਇਡ ਗਲੈਂਡ ਨੂੰ ਕੰਟਰੋਲ ਕਰ ਰਹੀਆਂ ਨੇ, ਸਾਡੇ ਮੋਢਿਆਂ ਨੂੰ, ਸਾਡੇ ਬਾਹਾਂ ਨੂੰ, ਸਾਡੇ ਹੱਥਾਂ ਨੂੰ। ਹੁਣ ਅਗਰ ਮੇਰੇ ਇਸ ਜੋੜ 'ਚ ਇੱਥੇ ਦਰਦ ਹੋ ਰਿਹਾ, ਅਗਰ ਕੋਈ ਮੇਰੇ ਕੋਲ ਪੇਸ਼ੈਂਟ ਆਏਗਾ ਨਾ, ਉਹਦੇ ਇੱਥੇ ਦਰਦ ਹੋ ਰਿਹਾ, ਸੁੱਜੀ ਹੈ ਜਗ੍ਹਾ, ਮੇਰੇ ਲਈ ਇਹਦੀ ਕੋਈ ਵੈਲਿਊ ਨਹੀਂ ਹੈ। ਮੈਂ ਸਭ ਤੋਂ ਪਹਿਲੇ ਦੇਖਾਂਗਾ ਕਿ ਇਹ ਕਿਸ ਮੋਰੇ ਚੋਂ ਇਹ ਨਰਵ ਨਿਕਲ ਰਹੀ ਹੈ। ਆਮ ਨਹੀਂ ਦੇਖਿਆ ਜਾਂਦਾ ਨਾ, ਅਸੀਂ ਉੱਥੇ ਕਨਸੈਂਟਰੇਟ ਉੱਥੇ ਹੀ ਕਰ ਦਿੰਦੇ ਉੱਥੇ ਕਰ ਦਿੰਦੇ। ਮੈਂ ਜਾਵਾਂਗਾ ਉੱਥੇ ਦਬਾ ਕੇ ਦੇਖਾਂਗਾ, ਪੁੱਛਾਂਗਾ ਕਿ ਵੀ ਪੇਨ ਹੋ ਰਿਹਾ, ਕੀ ਫੀਲਿੰਗ ਹੈ ਇੱਥੇ, ਔਰ ਉਹਨਾਂ ਨੂੰ ਦੇਖਾਂਗਾ, ਉਹਦੀ ਸ਼ੇਪ ਤੋਂ ਹੀ ਮੈਨੂੰ ਅੰਦਾਜ਼ਾ ਹੋ ਜਾਏਗਾ ਕਿ ਥੋੜਾ ਜਿਹਾ ਡਿਸਪਲੇਸ ਹੋ ਗਿਆ ਮੋਰਾ, ਇਹ ਉੱਥੋਂ ਆ ਰਿਹਾ। ਮੈਂ ਉਹਨਾਂ ਦੀ ਬੈਕ ਨੂੰ ਟ੍ਰੀਟ ਕਰਾਂਗਾ, ਉਹਨਾਂ ਦੀ ਉਂਗਲ ਨੂੰ ਟ੍ਰੀਟ ਨਹੀਂ ਕਰਾਂਗਾ। ਅਗਰ ਕਿਸੇ ਨੂੰ ਕਾਰਪਲ ਟਨਲ ਹੈ, ਕਾਰਪਲ ਟਨਲ ਦਾ ਆਪਰੇਸ਼ਨ ਕਰ ਦਿੰਦੇ ਨੇ, ਇਹਦੇ ਵਿੱਚ ਟਿੱਕਾ ਲਾ ਕੇ ਉਹਨਾਂ ਦੇ ਹੱਥ ਨੂੰ ਐਨਜੀ ਕਰ ਦਿੰਦੇ ਨੇ। ਓ ਮਾਈ ਗॉड, ਉਹਦਾ ਕਨੈਕਸ਼ਨ ਨੈਕ ਚੋਂ ਆ ਰਿਹਾ ਹੁੰਦਾ, ਠੀਕ ਹੈ ਨਾ। ਯਾਨੀ ਸਾਡੀ ਬੈਕਬੋਨ ਦੇ ਜਿਹੜੇ ਮੋਹਰੇ ਨੇ ਨਾ, ਉਹਨਾਂ ਚੋਂ ਤਾਰਾਂ ਨਿਕਲ ਰਹੀਆਂ ਨੇ। ਅਗਰ ਕੋਈ ਮੋਹਰਾ ਡਿਸਅਲਾਈਨਡ ਹੋਏਗਾ ਨਾ, ਉਹ ਜਿਹੜੀ ਨਿਕਲ ਰਹੀ ਹੈ ਤਾਰ, ਉਹਨੂੰ ਪ੍ਰੈਸ ਹੋਏਗੀ। ਉਹ ਜਦੋਂ ਪ੍ਰੈਸ ਹੋਏਗੀ ਉਹ ਆਰਡਰ ਨਹੀਂ ਪਹੁੰਚਾ ਸਕੇਗੀ, ਠੀਕ ਹੈ ਨਾ। ਜਦੋਂ ਆਰਡਰ ਨਹੀਂ ਪਹੁੰਚੇਗਾ ਉਹ ਕੰਮ ਕਰਨਾ ਬੰਦ ਕਰ ਦੇਗਾ ਆਰਗਨ ਜਿਹੜਾ। ਹੁਣ ਖਾਸ ਤੌਰ ਤੇ ਜੋੜ ਜਿਹੜੇ ਨੇ ਨਾ, ਜੋੜਾਂ ਨੂੰ
ਪਰਮਾਨੈਂਟਲੀ ਸਾਡੇ ਨਰਵਸ ਸਿਸਟਮ ਨਾਲ ਗੱਲ ਕਰ ਰਹੇ ਨੇ, ਕਿਉਂਕਿ ਜੋੜਾਂ ਨੂੰ ਮੂਵ ਕਰਨ ਲਈ ਬ੍ਰੇਨ ਚੋਂ ਆਂਦੀ ਹੈ ਕਮਾਂਡ, ਇੰਜ ਕਰੋ ਬਾਨੂੰ, ਹੁਣ ਜਿਵੇਂ ਮੈਂ ਹਿਲਾ ਰਿਹਾ ਇੰਜ ਕਰ ਰਿਹਾ, ਇਹ ਬ੍ਰੇਨ ਚ ਕਮਾਂਡ ਆ ਰਹੀ ਹੈ, ਇੱਥੋਂ ਨਰਵਸ ਕਨੈਕਸ਼ਨ स्प्लिट सेकंड मैसेज पहुंचता है, ਮੈਸੇਜ ਪਹੁੰਚ ਜਾਂਦਾ, ਲਾਈਟ ਦੀ ਸਪੀਡ ਨਾਲੋਂ ਵੀ ਜ਼ਿਆਦਾ, ਲਾਈਟ ਦੀ ਸਪੀਡ ਨਾਲੋਂ ਵੀ ਜ਼ਿਆਦਾ ਤੇਜ਼ ਹੈ, ਇਤਨਾ ਐਡਵਾਂਸ ਸਿਸਟਮ ਲੱਗਿਆ ਹੋਇਆ ਹੈ। ਲੇਕਿਨ ਉਹਦੇ ਲਈ ਅਗਰ ਮੈਂ ਮੂਵ ਕਰਨਾ ਹੈ ਤੇ ਮੇਰਾ ਨਰਵ ਕਨੈਕਸ਼ਨ ਪਰਫੈਕਟ ਹੋਣਾ ਚਾਹੀਦਾ। ਫਿਰ ਇਹ ਜਿਹੜੇ ਛੋਟੇ ਛੋਟੇ ਜੋੜ ਨੇ ਨਾ, ਇਹਨੂੰ ਅਲੱਗਾ ਨਰਵ ਸਪਲਾਈ ਮਿਲੀ ਹੋਈ ਹੈ ਕਿ ਤੁਸੀਂ ਕਿਵੇਂ ਮੂਵ ਕਰਨਾ। ਇਹਨਾਂ ਦੇ ਵਿੱਚ ਧਾਗੇ ਨੇ, ਔਰ ਜੋੜਾਂ ਦੇ ਅੰਦਰ ਬਲੱਡ ਸਪਲਾਈ ਨਹੀਂ ਹੁੰਦੀ, ਜੋੜਾਂ ਦੇ ਬਾਹਰ ਹੁੰਦੀ ਹੈ ਬਲੱਡ ਸਪਲਾਈ। ਜਿਹੜੇ ਜੋੜ ਨੇ ਨਾ, ਉਹ ਮੂਵਮੈਂਟ ਤੋਂ ਆਪਣਾ ਸਮਾਨ ਲੈਂਦੇ ਨੇ ਖਾਣ ਪੀਣ ਦਾ, ਔਰ ਜਿਹੜਾ ਵੇਸਟ ਹੈ ਬਾਹਰ ਕੱਢਦੇ ਨੇ ਮੂਵਮੈਂਟ ਤੋਂ। ਹੁਣ ਅਗਰ ਮੇਰੇ ਇਸ ਜੋੜ ਨੂੰ ਜਿਹੜਾ ਨਰਵ ਸਪਲਾਈ ਆ ਰਹੀ ਉਹ ਕਰਪਟ ਹੋ ਗਈ ਹੈ ਤੇ ਸੁੱਜ ਜਾਏਗਾ, ਇਹਦੇ ਦਰਦ ਸ਼ੁਰੂ ਹੋ ਜਾਏਗਾ, ਠੀਕ ਹੈ ਨਾ। ਹੁਣ ਮੈਂ ਇਹਦਾ ਇਲਾਜ ਕਰਾਂਗਾ, ਇਹਦਾ ਨਹੀਂ ਕਰਾਂਗਾ ਨਾ, ਤੇ ਫਿਰ ਇਹ ਕਦੇ ਠੀਕ ਨਹੀਂ ਹੋਏਗਾ। ਇਹ ਵਕਤੀ ਤੌਰ ਤੇ ਸਟੀਰਾਇਡ ਦਾ ਟੀਕਾ ਲਾ ਦੇਣ। ਹੁਣ ਬਹੁਤ ਸਾਰੇ ਲੋਕਾਂ ਨੂੰ ਮੈਂ ਜਦੋਂ ਮੇਰੇ ਕੋਲ ਆਉਂਦੇ ਨੇ ਗੋਡਿਆਂ ਦੀ ਤਕਲੀਫ ਦਾ ਲੈ ਕੇ, ਉਹਨਾਂ ਨੂੰ ਮੈਂ ਖੜਾ ਕਰਦਾ ਹੁੰਦਾ, ਉਹਨਾਂ ਦੀ ਲੋਅਰ ਬੈਕ ਨੂੰ ਚੈੱਕ ਕਰਦਾ ਹੁੰਦਾ। ਪੌਲ ਜੀ 80% ਕੇਸਿਸ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਗੋਡੇ ਦੁਖ ਰਹੇ ਹੁੰਦੇ ਨੇ, ਉਹਨਾਂ ਦੀ ਲੋਅਰ ਬੈਕ ਵਿੱਚ ਟਰਬਲ ਹੁੰਦੀ ਹੈ। ਰੀਅਲੀ? ਹਾਂਜੀ, 80% ਕੇਸਿਸ ਮੈਂ ਦੇਖਿਆ। ਪਰ ਜੇ ਕੋਈ ਪੈਰਾਂ ਨਾਲ ਵੀ ਕਨੈਕਸ਼ਨ ਹੁੰਦੀ ਹੈ, ਬਹੁਤ ਜ਼ਿਆਦਾ ਕਨੈਕਸ਼ਨ ਹੈ। ਜਿਨ੍ਹਾਂ ਲੋਕਾਂ ਦੇ ਪੈਰ ਦੁਖਦੇ ਨੇ ਨਾ, ਗਿੱਟੇ ਦੁਖਦੇ ਨੇ, ਉਹਨਾਂ ਦੀ ਲੋਅਰ ਬੈਕ ਵਿੱਚ ਟਰਬਲ ਹੁੰਦੀ ਹੈ। ਓ ਮਾਈ ਗॉड। ਉਹਨਾਂ ਦੀ ਲੋਅਰ ਬੈਕ ਨੂੰ ਦੇਖਿਆ ਜਾਂਦਾ, ਉਹਨਾਂ ਦੀ ਪੈਰਾਂ ਦੇ ਉੱਤੇ ਉਹ ਜਿਹੜੀ ਪੇਨ ਕਿਲਰ ਕਰੀਮਾਂ ਮੱਲੀ ਜਾ ਰਹੇ ਨੇ, ਉਹ ਪੈਰਾਂ ਦੇ ਵਿੱਚ ਟੀਕੇ ਲੱਗ ਰਹੇ ਨੇ, ਸਟੀਰਾਇਡ ਇੰਜੈਕਟ ਹੋ ਰਿਹਾ, ਉਲਟਾ ਉਹਦੇ ਨਾਲ ਜੋੜ ਡਿਸਟਰੋਏ ਹੋ ਰਿਹਾ ਹੈ। ਬਜਾਏ ਇਹਦੇ ਕਿ ਉਸ ਜੋੜ ਦਾ ਨਰਵ ਕਨੈਕਸ਼ਨ, ਬਲੱਡ ਕਨੈਕਸ਼ਨ ਸੈੱਟ ਕਰ ਦਿੱਤਾ ਜਾਏ, ਬਾਡੀ ਨੂੰ ਪ੍ਰੋਪਰ ਨਿਊਟ੍ਰੀਐਂਟਸ ਦਿੱਤੇ ਜਾਣ ਕਿ ਉਹ ਰਿਪੇਅਰ ਠੀਕ ਕਰ ਲਵੇ ਅਗਰ ਜੋੜ 'ਚ ਹੈ, ਉਹਦੀ ਜਗ੍ਹਾ ਤੇ ਉਹਦੇ ਵਿੱਚ ਸਟੀਰਾਇਡ ਲਾ ਕੇ ਟੋਟਲ ਨੂੰ ਡਿਸਟਰੋਏ ਕਰ ਦਿੱਤਾ ਜਾਏ। ਜਦ ਬੈਕਬੋਨ ਨੂੰ ਕਨਸਟਰੇਟ ਕਰਦੇ ਨੇ, ਉਹ ਪੈਰਾਂ ਦੀ ਤੇ ਗੱਲ ਹੀ ਨਹੀਂ ਹੁੰਦੀ ਬਿਲਕੁਲ। ਯਾਨੀ ਜਦੋਂ ਤੱਕ ਤੁਸੀਂ ਜਾ ਕੇ, ਔਰ ਖਾਸ ਤੌਰ ਤੇ ਤੁਹਾਨੂੰ ਟੈਨਿਸ ਐਲਬੋ ਹੈ, ਤੁਹਾਡੇ ਸ਼ੋਲਡਰ ਸਟਿਫ ਨੇ, ਸ਼ੋਲਡਰ ਫਰੋਜ਼ਨ ਸ਼ੋਲਡਰ ਨੇ, ਤੁਹਾਡੇ ਹੱਥਾਂ 'ਚ ਦਰਦ ਹੈ, ਤੁਹਾਡੇ ਰਿਸਟ ਜੁਆਇੰਟ ਦੁਖ ਰਿਹਾ ਹੈ, ਲੇਕਿਨ ਇੱਕ ਚੀਜ਼ ਜ਼ਹਿਨ 'ਚ ਰੱਖਣੀ ਹੈ, ਇਹਨੂੰ ਕਨਫਿਊਜ਼ ਨਹੀਂ ਕਰਨਾ, ਕਿਉਂਕਿ ਕੁਝ ਆਰਥਰਾਈਟਸ ਦੀਆਂ ਇਹੋ ਜਿਹੀਆਂ ਕਿਸਮਾਂ ਨੇ ਜਿਹਦੇ 'ਚ ਇਹੋ ਜਿਹੇ ਸਿੰਪਟਮ ਆਉਂਦੇ ਨੇ, ਲੇਕਿਨ ਉਹ ਪੂਰੀ ਮਸਲਨ ਹੁਣ ਬਾਜ਼ ਲੋਕਾਂ ਨੂੰ ਜੋੜਾਂ 'ਚ ਦਰਦ ਹੋਏਗਾ, ਉਹ ਪੂਰੀ ਬਾਡੀ 'ਚ ਹੋਏਗਾ, ਇਹ ਜੋੜ ਸੁੱਜੇ ਨੇ, ਇਹ ਸੁੱਜੇ ਨੇ, ਉਹਨਾਂ ਨੂੰ ਰੋਮੇਟਾਇਡ ਆਰਥਰਾਈਟਸ ਹੈ, ਉਹ ਬੈਕਬੋਨ ਨਾਲ ਲਿੰਕਡ ਨਹੀਂ ਹੈ, ਉਹ ਅਲੱਗਾ ਚੀਜ਼ ਹੈ। ਇਹ ਮੈਂ ਕਹਿ ਰਿਹਾ ਕਿ ਅਗਰ ਇੱਕ ਜੋੜ ਤੁਹਾਡਾ ਦੁਖਣਾ ਸ਼ੁਰੂ ਹੋ ਜਾਏ ਆਊਟ ਆਫ ਨੋਵੇਅਰ, ਤੁਹਾਡੇ ਪਹਿਲੇ ਗੋਡੇ 'ਚ ਟਕ ਟਕ ਦੀ ਆਵਾਜ਼ ਆਏ ਔਰ ਫਿਰ ਦੁਖਣਾ ਸ਼ੁਰੂ ਹੋ ਜਾਏ, ਲੇਕਿਨ ਉਹਦੇ ਤੇ ਸੋਜ ਨਾ ਹੋਏ, ਸਿਰਫ ਦੁਖੇ ਔਰ ਇੱਕ ਪੁਆਇੰਟ ਤੇ ਹੱਥ ਰੱਖੋ ਤੇ ਦਰਦ ਹੋਏ, ਬਾਕੀ ਠੀਕ ਹੈ, ਇੱਕ ਪੁਆਇੰਟ ਦਬਾਉਣ ਨਾਲ ਦਰਦ ਹੋਏ, ਤੇ ਇਹ ਨਰਵ ਕਨੈਕਸ਼ਨ ਕਰਪਟ ਹੋਇਆ। ਤੁਸੀਂ ਸਭ ਤੋਂ ਪਹਿਲੇ ਜਾਓ ਆਪਣੀ ਜਿਹੜੀ ਬੈਕਬੋਨ ਹੈ ਉਹਨੂੰ ਚੈੱਕ ਕਰਾਓ। ਅੱਛਾ, ਇਹਦੇ 'ਚ ਵੀ ਪ੍ਰੋਬਲਮ ਇਹ ਹੁੰਦਾ, ਹੁਣ ਬੈਕਬੋਨ ਦਾ ਮੈਂ ਮੋਸਟਲੀ ਸਾਰਿਆਂ ਨੂੰ ਕਹਿੰਦਾ ਹੁੰਦਾ, ਦੇਖੋ ਪੌਲ ਜੀ, ਅਸੀਂ ਹੁਣ ਬੈਠੇ ਆ ਨਾ, ਅਸੀਂ ਬੈਠਦੇ ਆ ਤੇ ਸਾਡੇ ਸਿਰ ਦਾ ਪ੍ਰੈਸ਼ਰ ਸਾਡੀ ਬੈਕ ਤੇ ਪੈਂਦਾ ਹੈ, ਅਸੀਂ ਖੜੇ ਹੁੰਦੇ ਤੇ ਸਾਡੀ ਬੈਕ ਨੇ ਪੂਰੀ ਬਾਡੀ ਨੂੰ ਐਵੇਂ ਚੁੱਕਿਆ ਹੁੰਦਾ, ਇੱਕ ਤਰ੍ਹਾਂ ਪੂਰੇ ਆਰਗਨ ਬੈਕ ਨੇ ਉਹਨੂੰ ਫੜਿਆ ਹੁੰਦਾ। ਉਸ ਵਕਤ ਜਿਹੜੀ ਵੀ ਖਰਾਬੀ ਬੈਕ 'ਚ ਆਣੀ ਹੈ, ਕੋਈ ਮੋਰਾ ਬਾਹਰ ਨੂੰ ਨਿਕਲਣਾ ਹੈ, ਕੋਈ ਬਲਜ ਹੋਣਾ ਹੈ, ਉਸ ਵਕਤ ਹੋਣਾ ਹੈ। ਇਹ ਜਦੋਂ ਅਸੀਂ MRI ਕਰਾਉਂਦੇ ਉਹ ਤਾਂ ਲਿਟਾ ਦਿੰਦੇ ਨੇ ਸਾਨੂੰ, ਅਸੀਂ ਜਦੋਂ ਲੇਟਦੇ ਹਾਂ ਸਾਡੀ ਬੈਕ ਤੋਂ weight ਹਟ ਜਾਂਦਾ, ਤੁਹਾਡੀ ਬੈਕ ਯਾਨੀ ਜਿਹੜਾ ਮੋਰਾ ਖੜੇ ਹੋ ਕੇ ਇੰਜ ਹੋਣਾ ਹੈ ਨਾ, ਉਹ ਲੇਟੇ ਹੋਏ ਵਾਪਸ ਆ ਜਾਣਾ, ਕਿਉਂਕਿ ਉਹਦੇ ਉੱਤੇ ਪ੍ਰੈਸ਼ਰ ਹਟ ਗਿਆ। ਆਣਾ ਹੀ ਨਹੀਂ। MRI ਤੁਸੀਂ ਕਰਾਣੀ, ਉਹਨਾਂ ਨੂੰ ਕਹਿਣਾ ਬਿਲਕੁਲ ਠੀਕ ਹੋ ਤੁਸੀਂ। ਮੈਂ ਹੁਣ ਕਹਿੰਦਾ ਹੁੰਦਾ, ਬਲਕਿ ਮੈਂ ਤੇ ਚਾਹੁੰਦੇ ਕਿ ਬੜੇ ਬੜੇ ਡਾਕਟਰਾਂ ਨਾਲ ਮੇਰੀ ਇਸ ਚੀਜ਼ ਤੇ ਆਰਗੂਮੈਂਟ ਹੋਈ ਹੈ ਕਿ ਤੁਸੀਂ ਜਿਹੜੀਆਂ ਇਹ ਕੰਪਨੀਆਂ ਨੇ, ਸਕੈਨਿੰਗ ਕੰਪਨੀਆਂ ਨੇ, ਉਹਨਾਂ ਨੂੰ ਕਹੋ ਖੜੇ ਹੋ ਕੇ MRI ਦਾ ਸਕੈਨ ਬਣਾਉਣ, ਤੁਸੀਂ ਖੜੇ ਹੋ ਕੇ ਲੋਕਾਂ ਦੀ ਕਰੋ। ਲੇਕਿਨ ਕੀ ਪਤਾ ਇਹਦੇ ਵਿੱਚ ਵੀ ਇਹਨਾਂ ਦਾ ਕੋਈ ਚੱਕਰ ਹੋਏ ਕਿ ਖੜੇ ਹੋਣ ਨਾਲ ਹੋਰ ਰਿਜ਼ਲਟ ਆਏਗਾ, ਬੈਠਣ ਨਾਲ, ਲੇਟਣ ਨਾਲ ਇਹਨਾਂ ਦੀ ਮਰਜ਼ੀ ਦੇ ਸ਼ਾਇਦ ਰਿਜ਼ਲਟ ਨਾ ਆਉਂਦੇ ਹੋਣ। ਪਰ ਮੈਂ ਕਦੇ ਸੁਣਿਆ ਨਹੀਂ ਕਿ ਖੜੇ ਹੋ ਕੇ ਕਿਤੇ ਦਿੱਤੀ ਜਾਵੇ। ਹੋਣਾ ਚਾਹੀਦਾ ਖੜੇ ਹੋ ਕੇ, ਕਿਉਂਕਿ ਅਗਰ ਡਿਫੈਕਟ ਤੁਹਾਡੀ ਬੈਕ 'ਚ ਹੈ ਨੇ, ਉਹ ਖੜੇ ਹੋ ਕੇ ਜ਼ਿਆਦਾ ਨਜ਼ਰ ਆਣਗੇ, ਕਿਉਂਕਿ ਖੜੇ ਹੋ ਕੇ ਉਹਦੇ ਤੇ ਫੁੱਲ ਪ੍ਰੈਸ਼ਰ ਆ ਗਿਆ ਤੁਹਾਡੀ ਬੈਕ ਤੇ, ਉਹਦੇ ਵਿੱਚ ਜਿਹੜੀ ਟਰਬਲ ਹੈ ਉਹ ਨਜ਼ਰ ਆ ਜਾਣੀ। ਲੇਟਿਓ, ਬੈਕ ਤੁਹਾਡੀ ਰਿਲੈਕਸ ਹੋ ਗਈ ਹੈ, ਉਹਦੇ ਤੋਂ ਪ੍ਰੈਸ਼ਰ ਹਟ ਗਿਆ, ਉਹ ਕਿਵੇਂ ਤੁਹਾਨੂੰ ਐਕੂਰੇਟ ਰਿਜ਼ਲਟ ਮਿਲੇਗਾ? ਠੀਕ ਹੈ ਨਾ। ਦੂਸਰਾ ਤਰੀਕਾ ਇਹ ਹੁੰਦਾ ਕਿ ਤੁਸੀਂ ਲੇਟੋ ਔਰ ਕਿਸੇ ਨੂੰ ਕਹੋ, ਆਪਣੀ ਮਿਸਿਸ ਨੂੰ ਕਹੋ ਜਾਂ ਆਪਣੇ ਹਸਬੈਂਡ ਨੂੰ ਤੁਸੀਂ ਕਹੋ ਕਿ ਵੀ ਮੇਰੇ ਹਰ ਮੋਰੇ ਨੂੰ ਨਾ ਦਬਾਓ, ਇੰਜ ਜ਼ਿਆਦਾ ਜ਼ੋਰ ਨਾਲ ਨਹੀਂ, ਰਗੜ ਕੇ ਨਹੀਂ ਰੱਖ ਦੇਣਾ, ਦਬਾਣਾ, ਦਬਾਉਂਦੇ ਜਾਓ। ਜਿਸ ਮੋਰੇ ਨੂੰ ਦਬਾਣ ਕੇ ਆ ਕੇ ਦਰਦ ਹੋਵੇ ਨਾ, ਉਹਦੇ ਤੇ ਨਿਸ਼ਾਨ ਲਗਾ ਲਓ, ਉਹ ਟਰਬਲ ਹੋ ਰਹੀ ਹੈ ਉੱਥੇ। ਪਰ ਮਾਫੀ ਚਾਹੂੰਗਾ, ਬਹੁਤ ਇੰਟਰਸਟਿੰਗ ਅਸੀਂ ਗੱਲ ਜਾਰੀ, ਇੰਨੀ ਫਸਟ ਟਾਈਮ ਜਾਂਦਾ ਹੁੰਦਾ ਸੀ, ਮੈਂ ਬੜੇ ਧਿਆਨ ਨਾਲ ਸੁਣਿਆ ਸੀਗਾ। ਬਹੁਤ ਮੈਜੋਰਿਟੀ ਲੋਕਾਂ ਦੇ ਕਾਲ ਆਉਂਦੇ ਨੇ ਜਿਹੜੇ ਬੈਕ ਟਰਬਲ ਤੋਂ ਸਫਰ ਕਰਦੇ ਨੇ। ਆਮ ਸੁਣਿਆ ਜਾਂਦਾ, ਡਾਕਟਰ ਕਹਿੰਦਾ ਵੇਅਰ ਐਂਡ ਟੇਅਰ, ਉਹਦੀ ਵੀ ਮੈਂ ਗੱਲ ਕਰਾਂਗਾ ਕਿ ਵੇਅਰ ਟੇਅਰ ਕਿੱਥੋਂ ਆ ਜਾਂਦਾ ਹੈ,
इंसान ने काम तो करना होंगे, कुछ चकना भी होंगे, भार भी होंगे है। तो प्लीज़ तुसी डोंट गो टू फार, कीप वॉचिंग। थोड़ी जी ब्रेक लैके फिर तुहाडे नाल मुलाकात करते। सत श्री अकाल जी। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। बैक इन द सैकेंड पार्ट साडी भैन जिन्हां दे बारे मैं डिस्कस किया सीगा, तो आई होप उस बाकी उन्होंने मैसेज आया कि शी इज़ रियली हैप्पी एंड जो डॉक्टर बाद ने दस्सिया ते उहदे ते गौर करनगे ते ऑफ कोर्स 1-to-1 तुसीं कंसल्टेशन डॉक्टर नाल कर सकदे हो। ते जी डॉक्टर साहब हुण ना मैं तो असीं अद्धा एक मिनट की ब्रेक सी असीं गल कर रहे सीगे। डॉक्टर साहब जिहड़ी तुसीं गल्लां दसदे हो ना बैकबोन दियां ये वो, तो वो एक एक्सपीरियंस कि उत्थे होया सी बाहर किसी का कि उहदे बैकबोन स्टार्ट हो गई, और जिहड़े बंदे ने चैक किया वो कहते तेरे पैरों च फर्क हैगा, इत्थों शुरू कर, तेरी बैकबोन की मालिश ना करा। असीं मालिश उत्थे लग जाने, बैकबोन इत्थे करो, उत्थे तेल मलो, ये करो, तो वो तो कहता तू 3-4 कर ला, जिन्हें बजे सैशन कोई फर्क नहीं पेगा। देखो जिवें मैं तुहानूं कहा कि नर्व कनैक्शन जिथों ओरिजिनेट हो रहे हैं, अगर वो नर्व कनैक्शन करप्ट ने तुहाडे, तुसी जिन्ना भी पेन किलर लाओ, अगर वो नर्व तुहाडी जिहड़ी ट्रैप होई हुई है ठीक निकली नहीं गई, नहीं वो मैसेज ही गलत भेज रही है। और उहदा नुकसान ये हुंदा है कि जिवें ये समझ लो तुसी कि अगर ये मेरी बांह है ना, इहनूं कोई मेरी बॉडी नाल 2 साल लई रस्सी नाल बांध देवे तो फिर कड्डेगा तो मरी होएगी। एग्जैक्टली यही हुंदा है कि जदों तुहाडे किसी जोड़ नूं नर्व कनैक्शन करप्ट हो जाता है, ਇਹਦਾ मतलब ਹੁੰਦਾ कि उस जोड़ ਨੂੰ ਹੁਣ ਲਾਈਫ ਦੀ ਸਪਲਾਈ ਘਟ ਗਈ ਹੈ, ਉਹਨੂੰ ਇੰਸਟਰਕਸ਼ਨ ਨਹੀਂ ਮਿਲ ਰਹੀ, ਉਹ ਹੁਣ ਅਟੈਚਮੈਂਟ ਉਹਦੀ ਨਹੀਂ ਰਹੀ ਬਾਡੀ ਨਾਲ, ਉਹ ਫਿਰ ਆਹਿਸਤਾ ਆਹਿਸਤਾ ਵੀਕ ਹੋਣਾ ਸ਼ੁਰੂ ਹੋ ਜਾਂਦਾ ਹੈ, ਉਹਦੇ ਚ ਨਿਊਟ੍ਰੀਐਂਟ ਘਟ ਮਿਲਦੇ ਨੇ। ਇਧਰ ਇੱਕ ਮੈਂ ਪੋਸਟਰ ਦੀ ਵੀ ਗੱਲ ਕਰਾਂਗਾ, ਪਹਿਲਾਂ ਅਸੀਂ ਕਾਲ ਲੈ ਲਈਏ। ਹੈਲੋ ਹੈਲੋ हेलो ਹੈਲੋ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲਦੇ ਹੋ, ਕਿੱਥੋਂ ਬੋਲ ਰਹੇ ਹੋ? हेलो ਹਾਂਜੀ ਆਪਣਾ ਨਾਮ ਦੱਸੋਗੇ? हाँ जी, मेरा नाम सुरिंदर कौर है, मैं इथों बेस्टन तो बोल रही हूँ। हाँ जी, स्वागत करते हैं डॉक्टर बली शो च। की कहना चाहते हो? हाँ जी, मैं डॉक्टर बली जी का पहला तो बहुत बहुत धन्यवाद करती हाँ भी मैं अपनी मैनू शुगर का रोग सी ते मैं इन्हां दे नाल डिस्कस किया ते इन्हां ने फिर मैनू सप्लीमेंट दिते तो मैं ओहदे नाल काफी हद तक हुण ठीक हाँ, मैं चलदी फिरदी भी हाँ, सारे घर दे काम भी करदी हाँ। ਤੇ ਕੱਲ ਅੱਖਾਂ ਦੀ ਅਪਾਇੰਟਮੈਂਟ ਸੀ ਤੇ ਮੈਂ ਉੱਥੇ ਗਈ ਤਾਂ ਉਹਨਾਂ ਨੇ ਜਦੋਂ ਮੇਰੀਆਂ ਅੱਖਾਂ ਚੈੱਕ ਕੀਤੀਆਂ ਤੇ ਉਹਨੇ ਮੈਨੂੰ ਆਪਟੀਸ਼ਨ ਨੇ ਕਿਹਾ ਕਿ ਤੇਰੀ ਹੁਣ ਸ਼ੂਗਰ ਕਾਫੀ ਹੱਦ ਤੱਕ ਠੀਕ ਹੋ ਗਈ ਆ, ਤੇ ਮੈਨੂੰ ਬੜੀ ਖੁਸ਼ੀ ਜਿਹੀ ਹੋਈ। ਤਾਂ ਮੈਂ ਕਿਹਾ ਅੱਛਾ, ਤੇ ਫਿਰ ਉਹ ਕਹਿਣ ਲੱਗੇ ਵੀ ਏਦਾਂ ਹੀ ਕੈਲੀਅਨ ਰੱਖਣਾ, ਤੇ ਬਾਕੀ ਮੈਂ ਕਿਹਾ ਚਲੋ ਠੀਕ ਆ। ਤੇ ਡਾਕਟਰ ਬਲੀ ਜੀ, ਮੈਂ ਤੁਹਾਡਾ ਲੱਖ ਲੱਖ ਧੰਨਵਾਦ ਕਰਦੀ ਹਾਂ ਵੀ ਜਿਨ੍ਹਾਂ ਨੇ ਤੁਸੀਂ ਮੈਨੂੰ ਹੁਣ ਇੰਨਾ ਫਿੱਟ ਬਣਾ ਦਿੱਤਾ ਕਿ ਮੈਂ ਹੁਣ ਸਾਰੇ ਆਪਣੇ ਘਰ ਦੇ ਕੰਮ ਕਾਰ ਸਾਰਾ ਕੁਝ ਕਰਦੀ ਹਾਂ, ਮੈਨੂੰ ਕੋਈ ਤਕਲੀਫ ਨਹੀਂ। ਮੈਂ ਬਾਹਰ ਦੌੜਨ ਵੀ ਜਾਂਦੀ ਹਾਂ ਸਵੇਰ ਨੂੰ ਅਰਲੀ, ਤਾਂ ਮੈਨੂੰ ਕੋਈ ਤਕਲੀਫ ਨਹੀਂ, ਮੇਰੀਆਂ ਲੱਤਾਂ ਵੀ ਹੁਣ ਵਧੀਆ ਹੋ ਗਈਆਂ, ਬੋਡੀ ਵੀ ਠੀਕ ਹੋ ਗਈ ਆ। ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਬੋਲ ਜੀ ਤੁਹਾਡਾ ਵੀ ਧੰਨਵਾਦ, ਤੁਸੀਂ ਡਾਕਟਰ ਬਲੀ ਜੀ ਨੂੰ ਇੱਥੇ ਅਕਾਲ ਚੈਨਲ ਦੇ ਉੱਤੇ ਲੈ ਕੇ ਆਏ ਤਾਂ ਅਸੀਂ ਇਹਨਾਂ ਦਾ ਪ੍ਰੋਗਰਾਮ ਹਰ ਇੱਕ ਵਾਰੀ ਦੇਖਦੇ ਹਾਂ, ਪਰ ਸਾਨੂੰ ਕਾਫੀ ਨੌਲੇਜ ਮਿਲਦੀ ਆ। ਤੇ ਮੈਂ ਡਾਕਟਰ ਬਲੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਇਹ ਬਿਮਾਰੀ ਠੀਕ ਕੀਤੀ ਆ। ਜੀ ਤੁਸੀਂ ਆਪਣੇ ਖੁਰਾਕ ਚ ਕੁਝ ਬਦਲਾਅ ਲੈ ਕੇ ਆਏ ਹੋ ਤੁਸੀਂ? ਹਾਂਜੀ, ਮੈਂ ਆਪਣੀ ਖੁਰਾਕ ਦੇ ਵਿੱਚ ਵੀ ਜਿਸ ਤਰ੍ਹਾਂ ਬਦਲਾਅ ਲੈ ਕੇ ਆਈ ਸੀ, ਜਿੱਦਾਂ ਇਹਨਾਂ ਨੇ ਮੈਨੂੰ ਦੱਸਿਆ ਸੀਗਾ ਬਈ ਵੈਜੀਟੇਬਲ ਜ਼ਿਆਦੀਆਂ ਗ੍ਰੀਨ ਸਬਜ਼ੀਆਂ ਖਾਣੀਆਂ ਆ, ਉਹ ਮੈਂ ਜਿੱਦਾਂ ਬੋਇਲ ਕਰਕੇ ਸਭ ਸ਼ਾਮ ਨੂੰ ਖਾਂਦੀ ਆ, ਤੇ ਦੁਪਹਿਰੇ ਸਾਲਡ ਵਗੈਰਾ ਹੁੰਦਾ ਆ। ਤੇ ਇਸ ਤਰ੍ਹਾਂ ਮੈਂ ਆਪਣੀ ਚੇਂਜਿਸ ਕੀਤੀ ਆ, ਰੋਟੀ ਮੈਂ ਬਿਲਕੁਲ ਆਪਣੀ ਘੱਟ ਕਰ ਦਿੱਤੀ ਆ, ਤੇ ਮੈਨੂੰ ਕਾਫੀ ਜਿੱਦਾਂ ਫਰਕ ਪਿਆ ਆ। ਹੁਣ ਤਾਂ ਮੇਰੀ ਬੋਡੀ ਨਾ ਇਦਾਂ ਹੋ ਗਈ ਜਿੱਦਾਂ ਨਾਰਮਲ ਹੁੰਦੀ ਆ, ਇਸ ਤਰ੍ਹਾਂ ਹੋ ਗਈ ਆ। ਕੀ ਬਾਤ ਹੈ ਡਾਕਟਰ ਸਾਹਿਬ, ਕੀ ਕਹੋਗੇ? ਥੈਂਕ ਯੂ ਵੈਰੀ ਮੱਚ। ਸ਼ੁਕਰੀਆ ਤੇ ਸੋਹਣੇ ਰੱਬ ਦਾ ਕਰਨਾ ਚਾਹੀਦਾ ਤੁਹਾਨੂੰ। ਨਹੀਂ ਜੀ, ਰੱਬ ਨੇ ਤੁਹਾਨੂੰ ਮੇਰੇ ਲਈ ਜਰੀਆ ਬਣਾਇਆ। ਮੈਂ ਰੋਜ਼ ਰੱਬ ਅੱਗੇ ਪ੍ਰਾਰਥਨਾ ਕਰਦੀ ਹੁੰਦੀ ਸੀ ਕਿ ਏਦਾਂ ਦਾ ਡਾਕਟਰ ਮੈਨੂੰ ਲੱਭ ਕੇ ਦਿਓ ਪਰਮਾਤਮਾ, ਕਿ ਜਿਹੜਾ ਮੇਰੀ ਬਿਮਾਰੀ ਸੁਣੇ ਠੀਕ ਕਰ ਸਕੇ। ਤੁਸੀਂ ਹਨਾ ਪਰਮਾਤਮਾ ਦੇ ਜਰੀਏ ਉਹਨਾਂ ਨੇ ਤੁਹਾਨੂੰ ਮੇਰੇ ਲਈ ਖੜਾ ਕੀਤਾ, ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਤੇ ਤੁਸੀਂ ਮੈਨੂੰ ਹੁਣ ਚੰਗੀ ਸਿਹਤ ਦਿੱਤੀ ਆ, ਹੁਣ ਤਾਂ ਮੈਂ ਆਪਣਾ ਸਾਰੇ ਕੰਮ ਕਾਰ ਕਰਦੀ ਹਾਂ, ਅੰਦਰ ਬਾਹਰ ਜਾਂਦੀ ਹਾਂ, ਨੱਠਦੀ ਭੱਜਦੀ ਸਭ ਕੁਝ ਕਰਦੀ ਹਾਂ, ਹੁਣ ਮੈਨੂੰ ਕੋਈ ਤਕਲੀਫ ਨਹੀਂ ਹੈਗੀ। ਬਹੁਤ ਮਿਹਰਬਾਨੀ। ਥੈਂਕ ਯੂ ਭੈਣ ਜੀ, ਬਹੁਤ ਬਹੁਤ ਮਿਹਰਬਾਨੀ। ਸਾਡੀ ਕਾਲ ਚੱਲਣ ਤੇ ਇਹੀ ਕੋਸ਼ਿਸ਼ ਹੁੰਦੀ ਹੈ ਕੁਝ ਏਦਾਂ ਦਾ ਚੀਜ਼ ਲੈ ਕੇ, ਏਦਾਂ ਦੇ ਕੋਈ ਸ਼ੋਅ ਕਰੀਏ ਜਿੱਥੇ ਆਪਣੀ ਸੰਗਤ ਦਾ ਫਾਇਦਾ ਹੋ ਸਕੇ। ਬਹੁਤ ਮਿਹਰਬਾਨੀ ਭੈਣ ਜੀ ਤੁਹਾਡੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਹਮੇਸ਼ਾ ਇਨਸਾਨ ਨੂੰ
ਜ਼ਰੂਰੀ ਨਹੀਂ ਕਿ ਤੁਸੀਂ ਡਾਕਟਰ ਬਣ ਕੇ ਭਲਾ ਕਰ ਸਕਦੇ, ਬੜੇ ਤਰੀਕੇ ਦੇ ਭਲਾ ਕਰਦੇ ਦੁਨੀਆ ਦੇ। ਬਿਲਕੁਲ ਉਹ ਜਿਹੜੀ ਤੁਸੀਂ ਅਸੀਂ ਜੰਨਤ ਦੀ ਗੱਲ ਕਰਦੇ, ਜੰਨਤ ਇੱਥੇ ਹੀ ਹੈ। ਬਿਲਕੁਲ ਇੱਥੇ ਹੈ। ਜਦੋਂ ਤੁਸੀਂ ਲੋਕਾਂ ਕੋਲੋਂ ਉਹਨਾਂ ਦੇ ਦਿਲ ਚੋਂ ਦੁਆ ਨਿਕਲਦੀ ਹੈ ਨਾ, ਉਹ ਸੁਣਦੇ ਹੋ ਨਾ, ਤੁਹਾਨੂੰ ਲੱਗਦਾ ਹੈ ਕਿ ਜੰਨਤ ਇੱਥੇ ਹੈ। ਇਸ ਤੋਂ ਜ਼ਿਆਦਾ ਹੋਰ ਕੀ ਚਾਹੀਦਾ? ਕੁਝ ਵੀ ਨਹੀਂ ਚਾਹੀਦਾ। ਆਪਣੇ ਲਈ ਤਾਂ ਹਰ ਦੁਨੀਆ ਮੰਗਦੀ ਦੁਆ। ਹਾਂਜੀ ਹਾਂਜੀ, ਹਰ ਦੁਨੀਆ ਤੁਹਾਡੇ ਲਈ ਅਗਰ ਲੋਕ ਦੁਆ ਮੰਗਣ ਔਰ ਦਿਲੋਂ, ਔਰ ਅੱਜ ਦੇ ਦੌਰ 'ਚ ਜਿੱਥੇ ਤੁਹਾਨੂੰ ਸਮਝ ਲਓ ਕਿ ਕਿਥੋਂ ਕੋਈ ਉਮੀਦ ਨਹੀਂ ਹੈ ਕਿ ਕੋਈ ਚੰਗਾਈ ਦੀ ਖਬਰ ਮਿਲ ਸਕੇਗੀ, ਅਗਰ ਇੱਥੇ ਵੀ ਤੁਹਾਨੂੰ ਲੋਕ ਦੁਆ ਦਿੰਦੇ ਨੇ ਟਾਈਮ ਕੱਢ ਕੇ, ਉਹਨਾਂ ਦੀ ਬੜੀ ਮਿਹਰਬਾਨੀ। ਬਹੁਤ ਅੱਛੇ ਭੈਣ ਜੀ, ਥੈਂਕ ਯੂ, ਬਹੁਤ ਅੱਛਾ ਲੱਗਿਆ। ਬਸ ਇਸੇ ਤਰ੍ਹਾਂ ਯਾਦ ਕਰਦੇ ਰਹੋ, ਇਸੇ ਤਰ੍ਹਾਂ ਦੁਆ ਸ਼ਾਮਿਲ ਰੱਖਣਾ, ਬਹੁਤ ਅੱਛਾ ਲੱਗਦਾ। ਡਾਕਟਰ ਸਾਹਿਬ, ਅਸੀਂ ਹੁਣ ਉਹਦੀ ਗੱਲ ਕਰਦੇ ਸੀਗੇ ਪਹਿਲਾਂ ਦੀ ਟਰਬਲ ਦੇ ਨਾਲ, ਬੈਕਬੋਨ ਦਾ ਪੋਸਚਰ ਕਿਉਂ ਫਰਕ ਪੈ ਜਾਂਦਾ? ਕਦੇ ਪੋਸਚਰ ਨਾਲ ਵੀ ਹੋ ਜਾਂਦਾ? ਬਿਲਕੁਲ ਹੋ ਜਾਂਦਾ ਹੈ। ਅਸਲ 'ਚ ਅਸੀਂ ਪਿਛਲੇ ਕੋਈ 20-25 ਸਾਲ ਤੋਂ, ਖਾਸ ਤੌਰ ਤੇ ਜਿਹੜੀ ਸਾਡੀ ਜਨਰੇਸ਼ਨ ਹੈ ਨਾ ਪੌਲ ਜੀ, ਜਿਹੜੀ ਬੇਬੀ ਬੂਮਰ ਜਨਰੇਸ਼ਨ ਹੈ, ਜਿਹੜੀ ਹੁਣ 40 ਔਰ 50 ਦੇ ਦਰਮਿਆਨ 'ਚ ਆ ਗਈ ਹੈ, ਅਸੀਂ ਯਾਨੀ ਉਸ ਫੈਮਲੀਆਂ ਤੋਂ ਬਿਲੋਂਗ ਕਰਦੇ ਹਾਂ ਜਿਹਦੇ 'ਚ 4-4 5-5 ਬੱਚੇ ਹੋਣਾ ਇੱਕ ਨਾਰਮਲ ਚੀਜ਼ ਸੀ। ਅਸੀਂ ਅੱਜ ਤੋਂ ਜਿਹੜਾ 10-12 ਸਾਲ ਪਹਿਲੇ ਟੈਕਨੋਲੋਜੀ 'ਚ ਵੜੇ ਆ ਨਾ, ਔਰ ਇਹ ਮੋਬਾਈਲ ਫੋਨ ਆਏ ਨੇ, ਇੰਜ ਅਸੀਂ ਫਿਰ ਕੰਪਿਊਟਰ ਆ ਗਏ। ਸਾਡੇ ਤੋਂ ਪਹਿਲੀ ਜਨਰੇਸ਼ਨ ਨੂੰ ਇਹ ਪ੍ਰੋਬਲਮ ਨਹੀਂ ਸੀ। ਅਸੀਂ ਆਏ ਹਾਂ ਔਰ ਅਸੀਂ ਆ ਕੇ ਕੰਪਿਊਟਰਸ ਦੇ ਵਿੱਚ, ਮੋਬਾਈਲ ਦੇ ਵਿੱਚ ਐਂਟਰ ਹੋਏ ਹਾਂ, ਔਰ ਉਹਦੇ ਨਾਲ ਸਾਡੇ ਪੋਸਚਰ ਪਹਿਲੇ ਅੱਜ ਤੋਂ 50-60 ਸਾਲ ਪਹਿਲੇ ਮੋਸਟਲੀ ਲੋਕ ਜ਼ਿਆਦਾ ਬਹਿੰਦੇ ਬੁੰਦੇ ਨਹੀਂ ਸੀ ਹੁੰਦੇ। ਕੋਈ ਦਫ਼ਤਰਾਂ ਵਾਲਾ ਨਹੀਂ ਸੀ। ਖੇਤਾਂ 'ਚ ਕੰਮ ਕਰਨਾ, ਮੰਜੇ ਤੇ ਲੇਟ ਜਾਣਾ, ਕੰਮ ਕਰਨਾ, ਰੈਸਟ ਕਰਨਾ, ਕੰਮ ਕਰਨਾ, ਰੈਸਟ ਕਰਨਾ, ਬੈਠਣ ਵਾਲਾ ਸਿਸਟਮ। ਮੈਨੂੰ ਯਾਦ ਹੈ ਕਿ ਅਸੀਂ ਸਾਡੇ ਪਿੰਡ 'ਚ ਉਹ ਸ਼ਾਮ ਦੇ ਟਾਈਮ ਜਦੋਂ ਸੂਰਜ ਗਰੂਬ ਹੋ ਰਿਹਾ ਹੁੰਦਾ ਸੀ, ਚੁੱਪ ਉਹ ਲੱਗਦੀਆਂ ਸਨ, ਮਜਲਿਸਾਂ ਲੱਗਦੀਆਂ ਸੀ। ਉੱਥੇ 4 5 ਪਈਆਂ ਨੇ, ਬਜ਼ੁਰਗ ਬੈਠੇ ਨੇ, ਗੱਪਾਂ ਲਾ ਰਹੇ ਨੇ, ਹੁੱਕਾ ਪੀ ਰਹੇ ਨੇ, ਇੱਥੇ ਯੰਗ ਬੈਠੇ ਨੇ। ਉਹ 4 ਪਾਈਆਂ ਤੇ ਉਹਨਾਂ ਨੇ ਬੈਠਣਾ ਘੰਟਾ 2, ਉਹ ਬੈਠਣ ਦਾ ਟਾਈਮ ਹੁੰਦਾ ਸੀ। ਜਾਂ ਦੁਪਹਿਰ ਨੂੰ ਕੋਈ ਅਗਰ ਕਿਸੇ ਨੇ ਬੈਠਣਾ, ਵਰਨਾ ਲੋਕ ਮੋਸਟਲੀ ਟੁਰਦੇ ਫਿਰਦੇ ਰਹਿੰਦੇ ਸਨ ਜਾਂ ਕੰਮ ਕਰਦੇ ਸਨ। ਹੁਣ ਪ੍ਰੋਬਲਮ ਇਹ ਹੈ ਕਿ ਅਸੀਂ ਦਿਨ ਨੂੰ ਕਮ ਅਜ਼ ਕਮ ਹਰ ਬੰਦਾ 10-12 ਘੰਟੇ ਬੈਠ ਰਿਹਾ, ਇੰਜ ਕਰਕੇ ਬੈਠ ਰਿਹਾ। ਉਹਦੀ ਵਜ੍ਹਾ ਨਾਲ ਸਾਡੀ ਬੈਕ 'ਚ ਬੜੀ ਟਰਬਲ ਆ ਰਹੀ ਹੈ, ਨੈਕ 'ਚ ਆ ਰਹੀ ਹੈ ਔਰ ਲੋਅਰ ਬੈਕ 'ਚ ਆ ਰਹੀ ਹੈ। ਫਿਰ ਇੱਕ ਹੋਰ ਚੀਜ਼ ਜਿਹੜੀ ਅੱਜ ਤੋਂ 50 ਸਾਲ ਪਹਿਲੇ ਨਹੀਂ ਸੀ ਔਰਤਾਂ ਦੇ ਨਾਲ, ਉਹ ਹੁਣ ਸ਼ੁਰੂ ਹੋਈ ਹੈ ਕਿ ਅੱਜ ਕੱਲ ਹਰ ਡਿਲੀਵਰੀ ਲਈ ਔਰਤ ਹਸਪੀਟਲ ਜਾਂਦੀ ਹੈ। ਅੱਛਾ, ਉੱਥੇ ਕਿਉਂਕਿ ਮੋਸਟਲੀ ਬੱਚੀਆਂ ਅਨਹੈਲਦੀ ਹੁੰਦੀਆਂ ਨੇ, ਉਹਨਾਂ ਨੇ ਆਪਣੀ ਖੁਰਾਕ ਦਾ ਖਾਸ ਖਿਆਲ ਨਹੀਂ ਰੱਖਿਆ ਗਿਆ ਹੁੰਦਾ, ਉਹਨਾਂ ਨੂੰ ਕੋਈ ਅੱਜ ਕੱਲ ਪ੍ਰੋਪਰਲੀ ਗਾਈਡ ਕਰਨ ਵਾਲਾ ਨਹੀਂ ਹੈ। ਫਿਰ ਉਹ ਵਿਚਾਰੀਆਂ ਜੌਬ ਵੀ ਕਰ ਰਹੀਆਂ ਹੁੰਦੇ ਨੇ, ਸਟ੍ਰੈਸ ਵੀ ਹੁੰਦੇ ਨੇ, ਉਹਨਾਂ ਦੀ ਪ੍ਰੈਗਨੈਂਸੀ 'ਚ ਕੰਪਲੀਕੇਸ਼ਨ ਲਾਸਟ ਟਾਈਮੈਸਟਰ 'ਚ ਆ ਜਾਂਦੀਆਂ ਨੇ ਔਰ ਉਹਨਾਂ ਨੂੰ ਡਿਲੀਵਰੀ ਲਈ ਜਾਣਾ ਪੈ ਜਾਂਦਾ ਹਸਪੀਟਲ। ਉੱਥੇ ਥੋੜੀ ਜਿਹੀ ਵੀ ਕੰਪਲੀਕੇਸ਼ਨ ਹੋਏ, ਈਵਨ ਕਿ ਚਾਂਸ ਵੀ ਹੋਏ ਕਿ ਨੈਚੁਰਲ ਤਰੀਕੇ ਨਾਲ ਬੇਬੀ ਡਿਲੀਵਰ ਹੋ ਜਾਏਗਾ, ਫਿਰ ਵੀ ਉਹ ਐਪੀਡੂਰਲ ਬੈਕਬੋਨ 'ਚ ਟੀਕਾ ਲਾ ਦਿੰਦੇ ਨੇ। ਔਰ ਮੈਨੂੰ 8 ਸਾਲ ਹੋ ਗਏ ਨੇ। ਮੈਂ ਹੁਣ ਤੱਕ, ਮੇਰਾ ਖਿਆਲ ਹੈ ਕਿ ਮੈਂ ਬੜੇ ਖੁਸ਼ੀ ਨਾਲ ਕਹਾਂਗਾ ਕਿ ਸੈਂਕੜਾਂ ਔਰਤਾਂ ਨੂੰ ਮੈਂ ਇਹ ਕਹਿਣ ਤੋਂ ਬਾਅਦ ਬਚਾ ਚੁੱਕਿਆ ਵਾਂ ਕਿ ਤੁਸੀਂ ਰੈਜ਼ਿਸਟ ਕਰਨਾ ਹੈ। ਅਗਰ ਬਹੁਤ ਐਮਰਜੈਂਸੀ ਹੋ ਗਈ ਹੈ, ਬੇਬੀ ਦੀ ਲਾਈਫ ਨੂੰ ਰਿਸਕ ਪੈ ਗਿਆ ਕਿ ਉਹਨਾਂ ਨੂੰ ਫਾੜ ਕੇ ਕੱਢਣਾ ਹੈ ਬੇਬੀ ਬਾਹਰ, ਤੁਸੀਂ ਐਪੀਡਿਊਰਲ ਲਾਉਣ ਦੀ ਇਜਾਜ਼ਤ ਦਿਓ। ਲੇਕਿਨ ਤੁਸੀਂ ਸਿਰਫ ਇਸ ਚੱਕਰ 'ਚ ਕਿ ਮੈਨੂੰ ਪੇਨ ਨਹੀਂ ਹੋਣਾ ਚਾਹੀਦਾ, ਮੈਂ ਪੇਨ 'ਚ ਨਾ ਗੁਜ਼ਰਾਂ। ਬੜੀ ਹਾਈ ਰਿਸਕ ਹੈ ਨਾ ਐਪੀਡਿਊਰਲ ਦੇ ਵਿੱਚ। ਹਾਂਜੀ, ਕਿਉਂਕਿ ਦੇਖੋ ਸਿਰਫ ਉਹ ਹੁਣ ਇਹ ਹੋ ਰਿਹਾ ਕਿ ਔਰਤਾਂ ਸਿਰਫ ਪੇਨ ਤੋਂ ਬਚਣ ਲਈ, ਉਸ ਦਰਦ ਤੋਂ ਬਚਣ ਲਈ ਡਾਕਟਰ ਨੂੰ ਕਹਿਣਗੇ ਮੈਨੂੰ ਲਗਾ ਦੇ ਐਪੀਡਿਊਰਲ। ਜਦੋਂ ਉਹ ਐਪੀਡਿਊਰਲ ਲੱਗੇਗਾ, ਤੁਹਾਡੀ ਉਹ ਲੰਬਰ ਲੋਅਰ ਬੈਕ ਵਿੱਚ L4 L5 ਦੇ ਦਰਮਿਆਨ ਜਦੋਂ ਲੱਗਦਾ ਹੈ, ਉਹਦੇ ਵਿੱਚ ਜਿਹੜਾ ਕੁਸ਼ਨ ਹੈ ਉਹ ਡਿਸਟਰੋਏ ਹੋ ਜਾਂਦਾ ਹੈ। ਉਹ ਔਰਤ ਨੇ 40 ਸਾਲ ਤੋਂ ਬਾਅਦ ਲੋਅਰ ਬੈਕ ਪਕੜ ਕੇ ਫਿਰਨਾ ਹੀ ਫਿਰਨਾ। ਮੇਰੇ ਕੋਲ ਜਿੰਨੀ ਤੁਸੀਂ ਲੈ ਆਓ, ਉਹ 5-10% ਲੱਕੀ ਹੋਣਗੀਆਂ ਅਗਰ ਬੱਚੀ ਹੋਣਗੀਆਂ, ਵਰਨਾ 90% ਔਰਤਾਂ ਜਿਹੜੀਆਂ ਨੇ ਉਹਨਾਂ ਦੀ ਬੈਕ ਵਿੱਚ ਟਰਬਲ ਆ ਜਾਂਦੀ ਹੈ ਐਪੀਡਿਊਰਲ ਤੋਂ ਬਾਅਦ। ਅੱਛਾ, ਉਸ ਤੋਂ ਬਾਅਦ ਇਹ ਜਿਹੜਾ ਸਿਟਿੰਗ ਪੋਸਚਰ ਹੈ, ਇਹ ਇੱਕ ਟਰਬਲ ਹੈ। ਫਿਰ ਇਹ ਹੈ ਪੌਲ ਜੀ, ਤੁਸੀਂ ਪੋਸਚਰ ਦੀ ਗੱਲ ਕਰ, ਮੈਂ ਤੁਹਾਨੂੰ ਸਵਾਲ ਪੁੱਛਿਆ ਸੀ, ਲੇਕਿਨ ਮੇਰੀ ਸਮਝ ਸੀ ਕਿ ਪੋਸਚਰ ਕਿੱਦਾਂ ਖਰਾਬ ਹੋ ਸਕਦਾ, ਬੜੀ ਅੱਛੀ ਤਰ੍ਹਾਂ ਤੁਸੀਂ ਸਮਝਾਇਆ। ਹਾਂਜੀ, ਕਿ ਅਸੀਂ ਬੈਠਦੇ ਇਸ ਤਰ੍ਹਾਂ ਨਾ, ਕਿਉਂਕਿ ਅੱਜ ਤੋਂ 50 ਸਾਲ ਪਹਿਲੇ ਅਸੀਂ ਨਹੀਂ ਬੈਠਦੇ ਹੁੰਦੇ ਸੀ। ਕੌਣ ਕੁਰਸੀਆਂ ਤੇ, ਸੋਫਿਆਂ ਤੇ, ਦਫ਼ਤਰਾਂ 'ਚ ਬੈਠਦੇ? ਇਹ ਦਫ਼ਤਰ ਦੇ ਸਿਸਟਮ ਹੀ ਹੁਣ ਬਣਿਆ। ਪਹਿਲੇ ਹਰ ਕੋਈ ਖੇਤਾਂ 'ਚ ਕੰਮ ਕਰਦਾ ਸੀ, ਉਹਨਾਂ ਨੇ ਉੱਠਣਾ, ਸਵੇਰੇ ਚਲੇ ਜਾਣਾ, ਟੁਰਦੇ ਫਿਰਦੇ ਰਹਿਣਾ, ਬੋਡੀ ਨੇ ਸਟ੍ਰੇਟ ਰਹਿਣਾ, ਇੰਜ ਨਹੀਂ ਬਹਿਣਾ, ਇੰਜ ਨਹੀਂ ਰਹਿਣਾ। ਇਹ ਇੱਕ ਮਸਨੂਈ ਤਰੀਕਾ ਹੈ। ਜਿਸ ਤਰ੍ਹਾਂ ਅਸੀਂ ਹੁਣ ਬੈਠੇ ਆ ਨਾ, ਨੇਚਰ ਨੇ ਇਸ ਤਰ੍ਹਾਂ ਡਿਜ਼ਾਈਨ ਨਹੀਂ ਕੀਤਾ ਸਾਨੂੰ ਬੈਠਣ ਲਈ। ਜਾਂ ਅਸੀਂ ਜ਼ਮੀਨ ਤੇ ਬੈਠੀਏ
ਜਾਂ ਅਸੀਂ ਮੰਜੇ ਤੇ ਪੈ ਜਾਈਏ ਜਾਂ ਜ਼ਮੀਨ ਤੇ ਪੈ ਜਾਈਏ, ਠੀਕ ਹੈ ਨਾ। ਇਹ ਪੋਸਚਰ ਸਾਡਾ, ਫਿਰ ਮੋਬਾਈਲ ਆ ਗਏ ਨੇ ਤੇ ਇੰਜ ਅਸੀਂ ਫਿਕਸ ਹੋ ਗਈ ਹੈ, ਸਾਡੀ ਨਜ਼ਰ ਹਰ ਵਕਤ ਸਕਰੀਨ ਤੇ ਲੱਗੀ ਘੰਟਾ ਡੇਢ ਘੰਟਾ 2 ਘੰਟੇ ਬੈਠੇ ਉਹਦੀ ਵਜ੍ਹਾ ਨਾਲ ਸਾਡਾ ਸਰਵਾਈਕਲ ਜਿਹੜੀ ਹੈ, ਇਹ ਬੋਨ ਜਿਹੜੀ ਹੈ, ਇਹ ਸਟ੍ਰੈਸ ਵਿੱਚ ਆ ਡਾਕਟਰ ਸਾਹਿਬ ਅਸੀਂ ਪਹਿਲੇ ਦੀ ਗੱਲ ਕੀਤੀ, ਪੋਸਚਰ ਦੀ ਗੱਲ ਕੀਤੀ ਹੈਗੀ ਹੈ। ਐਕਚੁਅਲੀ ਬੜਾ ਇੰਟਰਸਟਿੰਗ ਸਵਾਲ ਹੈ, ਮੈਂ ਬਾਅਦ ਚ ਪੁੱਛਦਾ, ਅਸੀਂ ਪਹਿਲਾਂ ਕਾਲ ਲੈ ਲੈਂਦੇ ਹਾਂ। ਹੈਲੋ ਹੈਲੋ ਜੀ। ਜੀ ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਪੌਲ ਜੀ, ਮੈਂ ਜਗਤਾਰ ਸਿੰਘ ਬੋਲ ਰਿਹਾ। ਡਾਕਟਰ ਵਲੀ ਸਾਹਿਬ ਆਪ ਨੂੰ ਵੀ ਸਲਾਮ। ਭਾਜੀ ਬੜੀ ਦੇਰ ਬਾਅਦ ਮੁਲਾਕਾਤ ਹੋ ਗਈ, ਬਹੁਤ ਸਵਾਗਤ ਕਰਦੇ ਹਾਂ ਤੁਹਾਡਾ। ਕਿੱਥੇ ਛੁਪੇ ਰਹਿੰਦੇ ਹੋ? ਨਹੀਂ, ਮੈਂ ਆਪਣੀ ਰਿਸਰਚ ਬਹੁਤ ਕਰਦਾ ਜੀ। ਉਹ ਤੇ ਮੈਨੂੰ ਪਤਾ, ਜਰਾ ਸਾਡੇ ਨਾਲ ਵੀ ਸ਼ੇਅਰ ਕਰਿਆ ਕਰੋ ਨਾ। ਜ਼ਰੂਰ ਕਰਾਂਗੇ। ਅੱਛਾ, ਮੈਂ ਨਾ ਟਾਈਮ ਨੂੰ ਵੇਸਟ ਕਰਨਾ, ਮੈਂ 2 ਕੁਐਸਚਨ ਡਾਕਟਰ ਹੁਣਾਂ ਨੂੰ ਪੁੱਛਣੇ ਆ। ਹਾਂਜੀ। ਪਹਿਲਾ ਕੁਐਸਚਨ ਤੇ ਇਹ ਹੈਗਾ ਕਿ ਕਾਲ ਚੈਨਲ ਨੇ ਇੱਕ ਬੜੀ ਸੋਹਣੀ ਇੰਡੀਆ ਤੋਂ ਜਿਹੜੇ ਇਹਨਾਂ ਦੇ ਪ੍ਰੈਜ਼ੈਂਟਰ ਮੱਕੂ ਸਾਹਿਬ, ਹਰਪ੍ਰੀਤ ਸਿੰਘ ਮੱਕੂ, ਉਹਨਾਂ ਨੇ ਇੱਕ ਕੋਦਰਾ ਖਾਣੇ ਦੀ, ਕੰਗਣੀ ਖਾਣੇ ਦੀ, ਤੇ ਸਵਾਂਗ, ਰਾਮ ਤੇ ਰਾਗੀ, ਜਵਾਰ, ਰਾਮਦਾਨਾ, ਇਹ ਸਾਡੇ ਜਿਹੜੇ ਫੂਡ ਸੀ ਨਾ, ਸਾਡਾ ਦਾਣਾ ਸੀ, ਸੁਪਰ ਫੂਡ ਜਿਹਨੂੰ ਕਹਿੰਦੇ, ਸੁਪਰ ਗ੍ਰੇਨ, ਇਹ ਉਹਨਾਂ ਨੇ ਸ਼ੁਰੂ ਕੀਤਾ। ਤੇ ਮੈਂ ਕਹਿੰਦਾ ਕਿ ਇਹ ਅਕਾਲ ਚੈਨਲ ਦੇ ਜ਼ਰੀਏ ਮੈਂ ਡਾਕਟਰ ਉਹਨਾਂ ਨੂੰ ਦਰਖਾਸਤ ਕਰਨਾ ਕਿ ਇਹ ਵੀ ਆਪਣੇ ਫਾਰਮ ਤੇ ਆਰਗੈਨਿਕ ਕੋਦਰਾ ਤੇ ਕੰਗਣੀ ਖਾਸ ਕਰਕੇ ਉਗਾਉਣੀ ਸ਼ੁਰੂ ਕਰਨ। ਪਹਿਲਾ ਕੁਐਸਚਨ ਇਹ ਆ, ਇਹਦੇ ਬਾਰੇ ਕੀ ਕਰ ਸਕਦੇ। ਦੂਸਰਾ ਕੁਐਸਚਨ ਇਹ ਹੈ ਕਿ ਮੈਨੂੰ ਇੱਕ ਇਨਸਾਨ ਜਾਣਦਾ ਹੈ, ਉਹ ਡਾਕਟਰ ਨੇ, ਉਹ ਦੱਸਦੇ ਨੇ ਕਿ ਡਾਕਟਰ ਸਾਹਿਬ ਇੱਕ ਬੜੀ ਸੀਕ੍ਰੇਟਲੀ ਇੱਕ ਡਿਵੈਲਪਮੈਂਟ ਕਰ ਰਹੇ ਨੇ ਇੱਕ ਤਰ੍ਹਾਂ ਦੀ ਸਬਜ਼ੀ ਦੀ, ਔਰ ਉਹ ਸਬਜ਼ੀ ਇਸ ਤਰ੍ਹਾਂ ਉਗਾਉਣਗੇ ਕਿ ਜਿਹਦੇ ਵਿੱਚ ਬਹੁਤ ਕੁਝ ਜਿਹਨਾਂ ਦੇ ਰੋਗ ਹੈ ਦੂਰ ਹੋ ਸਕਦੇ ਨੇ। ਤੇ ਮੈਂ ਡਾਕਟਰ ਉਹਨਾਂ ਨੂੰ ਦਰਖਾਸਤ ਕਰਦਾ ਕਿ ਇਹ ਖੁੱਲ ਕੇ ਦੱਸਣ ਕਿ ਉਹਦੀ ਸਾਇੰਟੀਫਿਕ ਸਿਗਨੀਫੀਕੈਂਸ ਕੀ ਹੋਏਗੀ ਤੇ ਉਹਦਾ ਹੋਰ ਸਾਰਾ ਕੁਝ ਦੱਸਣ ਜਿਹੜੇ ਵੀ ਸੁਣ ਰਹੇ ਨੇ। ਡਾਕਟਰ ਸਾਹਿਬ ਇਹ ਤੁਸੀਂ ਗੱਲ ਕਹੀ ਨਾ, ਅਸੀਂ ਸ਼ੋਅ ਤੋਂ ਪਹਿਲਾਂ ਡਿਸਕਸ ਕੀਤੀ ਸੀ, ਬਹੁਤ ਇੰਟਰਸਟਿੰਗ ਸਵਾਲ ਹੈ, ਬਹੁਤ ਅੱਛਾ ਸਵਾਲ ਹੈ। ਹਾਂਜੀ, ਤੇ ਇਹ ਮੈਂ ਡਾਕਟਰ ਨੂੰ ਕਹਿਣਾ ਕਿ ਦੋਨਾਂ ਦਾ ਬਰੀਫਲੀ ਦੱਸਣ, ਕਿਉਂਕਿ ਖਾਸ ਕਰਕੇ ਜਿਹੜਾ ਸੈਕੰਡ ਕੁਐਸਚਨ ਆ, ਉਹ ਜਿਹੜੀ ਡਾਕਟਰ ਸਾਹਿਬ ਆਪ ਰਿਸਰਚ ਕਰਦੇ ਨਾ, ਇਹਨਾਂ ਨੂੰ ਮੈਂ ਆਪ ਦੇਖਿਆ ਕਿ ਜਿਹੜੀ ਇਹਨਾਂ ਦੀ ਰਿਸਰਚ ਬੜੀ ਡੂੰਘੀ ਜਾਂਦੀ ਨੇ। ਬਿਲਕੁਲ, ਬਹੁਤ ਮਿਹਰਬਾਨੀ। ਮੈਂ ਤੁਹਾਨੂੰ ਦੱਸ ਦਿੰਨਾ, ਅਸਲ 'ਚ ਕਿਉਂਕਿ ਤੁਹਾਨੂੰ ਪਤਾ ਹੈ ਕਿ ਖੇਤੀ ਦਾ ਤਾਂ ਸ਼ੁਰੂ ਤੋਂ ਮੈਨੂੰ ਸ਼ੌਕ ਹੈ, ਔਰ ਮੈਂ ਸਮਝਦਾ ਜਿਹੜੀ ਮੇਰੀ ਨੈਚੁਰਲ ਮੈਡੀਸਨ ਵਿੱਚ ਮੈਂ ਪੜ੍ਹਿਆ ਹੈ ਕਿ ਜਿਵੇਂ ਅਸੀਂ ਇਨਸਾਨ ਆ ਨਾ, ਇਹ ਜਿਹੜੇ ਪਲਾਂਟਸ ਨੇ, ਜਿਹੜੇ ਪੌਦੇ ਨੇ, ਚਾਹੇ ਸਬਜ਼ੀ ਦਾ ਹੋਏ ਜਾਂ ਕੋਈ ਫਰੂਟ ਟਰੀ ਹੋਏ ਜਾਂ ਕੋਈ ਆਮ ਦਰਖਤ ਹੋਏ, ਇਹ ਵੀ ਜੀਵਤ ਨੇ, ਜ਼ਿੰਦਾ ਨੇ, ਇਹਨਾਂ 'ਚ ਵੀ ਸੈਂਸਸ ਨੇ। ਹੁਣ ਅਗਰ ਸਾਨੂੰ ਪੌਲ ਜੀ ਕੋਈ ਥ੍ਰੈਟ ਮਿਲਦਾ ਹੈ ਨਾ, ਅਗਰ ਕੋਈ ਚੀਜ਼ ਮੇਰੇ ਤੇ ਆ ਕੇ ਅਟੈਕ ਕਰੇਗੀ ਜਾਂ ਕੋਈ ਖਤਰਨਾਕ ਚੀਜ਼ ਆਏਗੀ, ਮੈਂ ਆਪਣੀ ਲਾਈਫ ਨੂੰ ਬਚਾਵਾਂਗਾ। ਮੈਨੂੰ ਲੜਨ ਲਈ ਹੱਥ ਬਾਂਹ ਰੱਬ ਨੇ ਦਿੱਤੀ ਹੈ, ਦੌੜਨ ਲਈ ਆਪਣਾ ਪੌਦਾ ਕੁਝ ਨਹੀਂ ਕਰ ਸਕਦਾ। ਪੌਦੇ ਦੇ ਉੱਤੇ ਅਗਰ ਕੋਈ ਅਟੈਕ ਹੁੰਦਾ ਹੈ, ਕੋਈ ਚੀਜ਼ ਉਹਨੂੰ ਖਾਣ ਆਈ ਹੈ, ਕੋਈ ਉਹਨੂੰ ਬਿਮਾਰੀ ਪੈ ਗਈ ਹੈ, ਤੇ ਪੌਦੇ ਕੋਲ ਜਿਹੜਾ ਡਿਫੈਂਸ ਹੁੰਦਾ ਉਹ ਕੈਮੀਕਲ ਡਿਫੈਂਸ ਹੁੰਦਾ ਹੈ। ਪੌਦਾ ਕੈਮੀਕਲ ਦੇ ਜ਼ਰੀਏ ਆਪਣੇ ਆਪ ਨੂੰ ਡਿਫੈਂਸ ਕਰਦਾ, ਉਹ ਕੈਮੀਕਲ ਵਾਰ ਲੜਦਾ ਹੈ। ਇਸ ਚੀਜ਼ ਦਾ ਮੈਨੂੰ ਪਤਾ ਸੀ ਅੱਛੀ ਤਰ੍ਹਾਂ ਕਿ ਪਲਾਂਟਸ ਕੋਲ ਇਹ ਰੱਬ ਨੇ ਕੈਪੈਸਿਟੀ ਦਿੱਤੀ ਹੈ ਉਹਨਾਂ ਨੂੰ ਕਿ ਉਹ ਉਹਨਾਂ ਤੇ ਕੋਈ ਫੰਗਸ ਅਟੈਕ ਕਰ ਦਿੰਦੀ ਹੈ, ਤੇ ਉਹ ਫੰਗਸ ਨੂੰ, ਅਗਰ ਪਲਾਂਟ ਹੈਲਦੀ ਹੋਏਗਾ, ਉਹ ਫੰਗਸ ਨੂੰ ਰਿਪੈਲ ਕਰ ਦੇਗਾ। ਕੋਈ ਵਾਇਰਸ ਅਟੈਕ ਕਰਦਾ ਹੈ, ਉਹ ਉਹਨੂੰ ਖਤਮ ਕਰ ਦੇਗਾ। ਕੋਈ ਬੈਕਟੀਰੀਆ ਕਰਦਾ ਹੈ, ਖਤਮ ਕਰ ਦੇਗਾ। ਤੇ ਮੇਰੇ ਜ਼ਹਿਨ 'ਚ ਕੁਝ ਮੈਂ ਆਰਟੀਕਲ ਪੜ੍ਹੇ, ਕੋਈ ਇੰਡੀਆ ਦੇ ਇੱਕ ਬੜੇ ਅੱਛੇ ਡਾਕਟਰ ਕ੍ਰਿਸ਼ਨ ਚੰਦਰਾ ਸਾਇੰਟਿਸਟ ਨੇ, ਬਹੁਤ ਕਮਾਲ ਦਾ ਐਗਰੀਕਲਚਰ ਸਾਇੰਟਿਸਟ ਹੈ, ਉਹਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਹੈ। ਮੈਂ ਉਹਨਾਂ ਦੇ ਕਾਫੀ ਸਾਰੇ ਆਰਟੀਕਲ ਦੇਖੇ, ਤੇ ਮੇਰੇ ਜ਼ਹਿਨ 'ਚ ਫਿਰ ਕੁਝ ਮੇਰੇ 1-2 ਅਮਰੀਕਾ 'ਚ ਦੋਸਤ ਨੇ, ਬੜੇ ਉਹ ਵੀ ਆਰਟੀਕਲ 'ਚ ਐਗਰੀਕਲਚਰ 'ਚ ਬੜੇ ਐਡਵਾਂਸ ਨੇ, ਉਹਨਾਂ ਨਾਲ ਮੇਰੀ ਗੱਲ ਹੋਈ। ਮੈਂ ਫਿਰ ਇੱਕ ਐਕਸਪੈਰੀਮੈਂਟ ਆਪਣੀ ਵੈਜੀਟੇਬਲਸ ਦੇ ਉੱਤੇ ਸਪੇਨ ਦੇ ਵਿੱਚ ਸ਼ੁਰੂ ਕੀਤਾ ਹੈ। ਉਹ ਇਹ ਕੀਤਾ ਹੈ ਕਿ ਜਿਹੜੇ ਖੌਫਨਾਕ ਤਰੀਨ ਜ਼ਹਿਰੀਲੇ ਪੌਦੇ ਹੁੰਦੇ ਨੇ, ਮਸਲਨ ਅੱਕ ਦਾ ਪੌਦਾ ਹੈ, ਆਪਣਾ ਪੰਜਾਬੀ ਤੁਸੀਂ ਜਾਣਦੇ ਹੋਗੇ, ਅੱਕ ਜਿਹਦੇ ਤੋੜੋ ਤੇ ਚਿੱਟਾ ਜਾਂ ਦੁੱਧ ਨਿਕਲਦਾ ਹੈ, ਜਾਂ ਧਤੂਰਾ ਹੈ। ਇੱਕ ਕੈਕਟਸ ਹੁੰਦਾ ਹੈ ਜਿਹਨੂੰ ਅਸੀਂ ਥੋਰ ਕਹਿੰਦੇ ਆ, ਉਹ ਐਡੇ ਵੱਡੇ ਵੱਡੇ ਕੰਡਿਆਂ ਵਾਲੇ। ਅੱਜ ਤੱਕ ਮੈਂ ਉਹਨੂੰ ਕਿਸੇ ਜਾਨਵਰ ਨੂੰ ਨਹੀਂ ਦੇਖਿਆ ਕਿ ਉਹਨੂੰ ਖਾਂਦਾ ਹੋਵੇ। ਉਹ ਇਤਨੀ ਖੌਫਨਾਕ ਉਹਦੇ 'ਚ ਕੈਮੀਕਲ ਹੁੰਦੇ ਨੇ ਕਿ ਉਹਦੀ ਮੈਡੀਸਨ ਬਣਦੀਆਂ ਨੇ। ਮੈਂ ਕੀ ਕੀਤਾ ਹੈ ਕਿ ਉਹਨਾਂ ਨੂੰ ਲੈ ਕੇ, ਉਹਨਾਂ ਦਾ ਰਸ ਕੱਢ ਕੇ ਨਾ, ਔਰ ਉਹਨਾਂ ਨੂੰ ਥੋੜੀ ਜਿਹੀ ਟ੍ਰੀਟਮੈਂਟ ਕਰਕੇ ਸਰਟਨ ਬੈਕਟੀਰੀਆਸ ਦੇ ਨਾਲ, ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਸਪਰੇਅ ਕੀਤਾ ਪੌਦੇ ਤੇ। ਔਰ ਸਪਰੇਅ ਇਸ ਤਰ੍ਹਾਂ ਕੀਤਾ ਹੈ ਕਿ ਪੌਦੇ ਤੋਂ ਉਹ ਚਿੰਬੜ ਜਾਏ, ਪੱਤੇ ਨੂੰ ਜਾ ਕੇ ਨਾ ਚਿੰਬੜ ਜਾਏ, ਪੂਰੇ ਪੌਦੇ ਨੂੰ ਉਹ ਚਿੰਬੜ ਜਾਏ, ਦਵਾਈ ਜ਼ਹਿਰ ਵਾਲੀ। ਅਸੀਂ ਫਿਰ ਇਹ ਆਬਜ਼ਰਵ ਕੀਤਾ ਹੈ, ਔਰ ਉਹਦਾ ਸਾਨੂੰ ਹੁਣ ਨਜ਼ਰ ਆ ਰਿਹਾ ਰਿਜ਼ਲਟ ਕਿ ਉਹਦੇ ਰਿਸਪੌਂਸ ਵਿੱਚ ਨਾ ਪੌਦੇ 'ਚ ਕੁਝ ਚੇਂਜਸ ਆਉਂਦੀਆਂ ਨੇ।
ਪੌਦਾ ਉਸ ਜ਼ਹਿਰ ਨੂੰ ਲੜਨ ਲਈ ਨਾ ਆਪਣੇ ਅੰਦਰ ਸਰਟਨ ਇੰਜ਼ਾਈਮਸ ਔਰ ਸਰਟਨ ਕੈਮੀਕਲ ਬਣਾਉਂਦਾ ਹੈ। ਉਹ ਇੰਜ਼ਾਈਮ ਔਰ ਕੈਮੀਕਲ ਅਗਰ ਇਨਸਾਨ ਕੋਲ ਚਲੇ ਜਾਣ ਤਾਂ ਇਨਸਾਨ ਨੂੰ ਬੜਾ ਫਾਇਦਾ ਹੁੰਦਾ। ਉਹਦੀ ਬਾਡੀ 'ਚ ਕਿਉਂਕਿ ਪੌਦਾ ਜਿਹੜਾ ਹੈ ਉਹ ਐਂਟੀ ਇਨਫਲੇਮੇਟਰੀ ਸਬਸਟੈਂਸਸ ਬਣਾ ਰਿਹਾ ਹੁੰਦਾ ਹੈ। ਉਸ ਜ਼ਹਿਰ ਨੂੰ ਨਿਊਟਰਲਾਈਜ਼ ਕਰਨ ਲਈ, ਆਪਣੇ ਇਮਿਊਨ ਸਿਸਟਮ ਨੂੰ ਪਾਵਰ ਦੇਣ ਲਈ ਇਹੋ ਜਿਹੇ ਕੈਮੀਕਲ ਬਣਾ ਰਿਹਾ ਹੁੰਦਾ ਜਿਹੜੇ ਉਸ ਜ਼ਹਿਰ ਨੂੰ ਪਕੜਦੇ ਨੇ, ਉਹਨੂੰ ਨਿਊਟਰਲਾਈਜ਼ ਕਰ ਦਿੰਦੇ। ਉਹ ਵੈਜੀਟੇਬਲ ਜਿਹੜੀ ਹੈ, ਅਗਰ ਕੋਈ ਖਾਸ ਤੌਰ ਤੇ ਆਰਥਰਾਈਟਿਸ ਦਾ ਪੇਸ਼ੈਂਟ ਹੈ, ਉਹਨੂੰ ਅਸੀਂ ਕੁਝ ਵੀ ਹੋਰ ਚੀਜ਼ ਨਾ ਦਈਏ, ਸਿਰਫ ਉਹ ਵੈਜੀਟੇਬਲ ਦੇਣੀ ਸ਼ੁਰੂ ਕਰ ਦਈਏ ਤੇ ਬਿਹਤਰੀਨ ਰਿਜ਼ਲਟ ਨਿਕਲਦੇ ਨੇ। ਅਮੇਜ਼ਿੰਗ, ਯਾਨੀ ਉਹ ਵੈਜੀਟੇਬਲ ਨਹੀਂ ਰਹੇਗੀ, ਉਹ ਮੂਲੀ ਹੈ ਜਾਂ ਗਾਜਰ ਹੈ ਜਾਂ ਉਹ ਕੱਦੂ ਹੈ ਜਾਂ ਉਹ ਖੀਰਾ ਹੈ, ਜਿਹੜੀ ਚੀਜ਼ਾਂ ਤੇ ਅਸੀਂ ਹੁਣ ਜ਼ਿਆਦਾਤਰ ਕਰ ਰਹੇ ਗੋਭੀਆਂ ਦੇ ਉੱਤੇ। ਮਸਲਨ ਅਸੀਂ ਜਿਹੜੀ ਫੁੱਲ ਗੋਭੀ ਹੈ, ਸਫੈਦ ਜਿਹੜੀ ਕੋਲੀਫਲਾਵਰ ਹੈ ਜਾਂ ਬੰਦ ਗੋਭੀ ਹੈ, ਉਹ ਲਗਾਈ ਹੋਈ ਹੈ, ਉਹਨਾਂ ਨੂੰ ਸਪਰੇਅ ਕਰ ਰਿਹਾ ਮੈਂ ਪਾਲਕ ਤੇ ਸਪਰੇਅ ਕੀਤਾ, ਉਹਨਾਂ ਦੇ ਵਿੱਚ ਮੈਂ ਚੇਂਜਸ ਲਿਆਉਣਾ ਚਾਹ ਰਿਹਾ ਔਰ ਉਹਨੂੰ ਮੈਂ ਖੁਦ ਯੂਜ਼ ਕਰ ਰਿਹਾ, ਆਪਣੇ ਤੇ ਮੈਂ ਉਹਨਾਂ ਦਾ ਇਫੈਕਟ ਅਬਜ਼ਰਵ ਕਰ ਰਿਹਾ ਔਰ ਮੈਂ ਬੜਾ ਹੈਰਾਨ ਹਾਂ, ਮੈਂ ਬੜਾ ਖੁਸ਼ ਹਾਂ। ਮੈਂ ਹੁਣ ਸਪਲੀਮੈਂਟ ਦਾ ਯੂਜ਼ ਤਕਰੀਬਨ ਬੰਦ ਕਰ ਦਿੱਤਾ ਹੈ। ਹੁਣ ਮੈਂ ਉਹੀ ਐਕਸਪੈਰੀਮੈਂਟ ਵਾਲੀਆਂ ਵੈਜੀਟੇਬਲ ਜਿਹੜੀਆਂ ਨੇ ਉਹ ਯੂਜ਼ ਕਰ ਰਿਹਾ। ਉਹਨਾਂ ਦਾ ਟੇਸਟ ਬਿਲਕੁਲ ਡਿਫਰੈਂਟ ਹੁੰਦਾ, ਇਤਨਾ ਟੇਸਟੀ ਨੇ, ਉਹਨਾਂ 'ਚੋਂ ਖੁਸ਼ਬੂ ਬਿਲਕੁਲ ਡਿਫਰੈਂਟ ਆਉਂਦੀ। ਕਿਉਂਕਿ ਜਦੋਂ ਤੁਸੀਂ ਪਲਾਂਟ ਨੂੰ ਥ੍ਰੈਟ ਦਿੰਦੇ ਹੋ ਨਾ, ਉਹ ਆਪਣੀ ਕੈਪੈਸਿਟੀ ਤੋਂ ਜ਼ਿਆਦਾ ਵੱਧ ਕੇ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੰਦਾ। ਉਹ ਸਮਝਦਾ ਕਿ ਮੈਂ ਬਚਣਾ ਹੈ, ਉਹ ਬਚਣੇ ਲਈ ਕੈਮੀਕਲ ਬਣਾਉਂਦਾ, ਉਹ ਕੈਮੀਕਲ ਹਿਊਮਨ ਯੂਜ਼ ਕਰੇ, ਉਹਨੂੰ ਬੈਨੀਫਿਟ ਹੁੰਦਾ। ਭਾਜੀ ਇੱਕ ਤੇ ਤੁਸੀਂ ਬਾਡੀ 'ਚ ਬੜੀ ਰਿਸਰਚ ਕਰਦੇ ਹੋ, ਇੱਦਾਂ ਲੱਗਦਾ ਤੁਸੀਂ ਜਿਸਮ ਦੇ ਅੰਦਰ ਫਿਰਦੇ ਹੋ, ਕੱਲੀ ਤੁਹਾਨੂੰ ਜਗ੍ਹਾ ਪਤਾ ਕਿੱਦਾਂ ਕੰਮ ਕਰਦੀ, ਕਿਉਂ ਕਰਦੀ, ਕਿਸ ਤਰ੍ਹਾਂ ਕਰਦੀ ਹੈ। ਦੂਸਰੇ ਤੁਸੀਂ ਹੁਣ ਪਲਾਂਟਸ ਕਰਦੇ ਹੈਗੇ ਹੋ, ਹਾਂਜੀ, ਹੁਣ ਉਹਦੇ 'ਚ ਸੈਂਸ ਬਣਦੇ ਆ ਕਿ ਆਰਟੀਫੀਸ਼ੀਅਲ ਚੀਜ਼ਾਂ ਨਾਲੋਂ, ਮੈਡੀਕੇਸ਼ਨ ਨਾਲੋਂ ਤੁਸੀਂ ਆਪਣੀ ਫਰੈਸ਼ ਵੈਜੀਟੇਬਲ ਪ੍ਰੋਡਿਊਸ ਦੇ ਵਿੱਚ ਤੁਸੀਂ ਹੈਲਪ ਲੈ ਰਹੇ ਹੋ। ਤੁਸੀਂ ਉਹਨਾਂ ਵੈਜੀਟੇਬਲਸ ਨੂੰ ਹੀ ਇੱਕ ਮੈਡੀਸਨਲ ਪਲਾਂਟ ਬਣਾ ਦਿਓ ਨਾ, ਉਹ ਹੈ ਇਸੇ ਤਰ੍ਹਾਂ ਸਨ। ਅਗਰ ਚਾ ਪਿਛਲੇ 100 ਸਾਲਾਂ ਤੋਂ ਅਸੀਂ ਜ਼ਮੀਨ ਨੂੰ ਟੋਟਲੀ ਬਰਬਾਦ ਕਰਕੇ ਰੱਖ ਦਿੱਤਾ, ਡਿਸਟਰੋਏ ਕਰ ਦਿੱਤਾ। ਹੁਣ ਉਹ ਜਿਹੜੀ 6 ਇੰਚ ਦੀ ਲੇਅਰ, ਇੰਨੀ ਲੇਅਰ ਹੁੰਦੀ ਜਿਹੜੀ ਟੌਪ ਸੋਇਲ ਲੇਅਰ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਬੇਸਿਕਲੀ 102 ਮਿਨਰਲ ਹੋਣੇ ਚਾਹੀਦੇ ਨੇ। ਉਹ ਪਲਾਂਟ ਨੂੰ ਮਿਲਣ, ਉਹਨੂੰ ਜਿਹੜਾ ਵੀ ਮਿਨਰਲ ਚਾਹੀਦਾ ਉਹਨੂੰ ਮਿਲ ਜਾਏ ਜਦੋਂ ਉਹ ਕੋਈ ਚੀਜ਼ ਮੈਨੂਫੈਕਚਰ ਕਰ ਰਿਹਾ। ਜਦੋਂ ਉਹਨੂੰ ਨਹੀਂ ਮਿਲੇਗੀ ਉਹ ਨਹੀਂ ਮੈਨੂਫੈਕਚਰ ਕਰੇਗਾ। ਅਸੀਂ ਇੱਕ ਤੇ ਉਹ ਲੇਅਰ ਜਿਹੜੀ ਹੈ ਉਹਦੇ ਵਿੱਚ 102 ਦੇ 102 ਮਿਨਰਲ ਪੂਰੇ ਕਰ ਰਹੇ ਹਾਂ। ਅਸੀਂ ਬਾਰ-ਬਾਰ ਉਹਦੀ ਟੈਸਟਿੰਗ ਕਰਦੇ ਰਹਿੰਦੇ ਹਾਂ ਆਪਣੀ ਸੋਇਲ ਦੀ ਕਿ ਕਿਹੜਾ ਘਟ ਰਿਹਾ, ਕਿਹੜਾ ਵੱਧ ਰਿਹਾ। ਅਸੀਂ ਫਿਰ ਉਹਦੇ ਮੁਤਾਬਿਕ ਉਹਦੇ 'ਚ ਮਿਨਰਲ ਐਡ ਕਰਦੇ ਹਾਂ, ਉਹਨੂੰ ਟੋਟਲ ਬੈਲੈਂਸ ਕਰਕੇ ਫਿਰ ਅਸੀਂ ਐਕਸਪੈਰੀਮੈਂਟ ਸ਼ੁਰੂ ਕੀਤੇ ਨੇ। ਹੁਣ ਅਸੀਂ ਇਹ ਪ੍ਰੋਗਰਾਮ ਬਣਾ ਰਹੇ ਕਿ ਉਹ ਜਿਹੜੀ ਵੈਜੀਟੇਬਲ ਗਰੋ ਕਰ ਰਹੇ ਹਾਂ ਅਸੀਂ, ਔਰ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ ਕਿ ਕੁਝ ਇਹਦੇ ਬਗੈਰ, ਕੁਝ ਇਹ ਸਪਰੇਅ ਕਰਕੇ, ਕੁਝ ਦੇ ਉੱਤੇ ਇੱਕ ਤਰ੍ਹਾਂ ਦਾ ਸਪਰੇਅ, ਕੁਝ ਦੇ ਉੱਤੇ ਹੋਰ ਤਰ੍ਹਾਂ ਦਾ ਸਪਰੇਅ। ਅਸੀਂ ਉਹਨਾਂ ਨੂੰ ਪਲਾਂਟਸ ਨੂੰ ਡਿਫਰੈਂਟ ਕਿਸਮ ਦੇ ਚੈਲੰਜਸ ਦੇ ਰਹੇ ਹਾਂ। ਉਹਨਾਂ ਦੀ ਜਿਹੜੀ ਕ੍ਰੌਪਸ ਹੈ ਉਹ ਖੁਦ ਯੂਜ਼ ਵੀ ਕਰ ਰਹੇ ਹਾਂ ਔਰ ਉਹਨਾਂ ਨੂੰ ਮੈਂ ਲੈਬ ਭੇਜਣਾ ਅਮਰੀਕਾ 'ਚ, ਮੈਂ ਦੇਖਣਾ ਕਿ ਕਿਹੜੇ ਨਵੇਂ ਕੈਮੀਕਲ ਨਿਕਲੇ। ਕੀ ਬਾਤ ਹੈ। ਹਾਂਜੀ, ਤੁਸੀਂ ਤਾਂ ਰਿਸਰਚਰ ਦੀ ਤੁਸੀਂ ਮੈਂਸ਼ਨ ਕਰਦੇ ਰਹੇ, ਕੋਈ ਇੰਡੀਆ, ਕੋਈ ਅਮਰੀਕਾ, ਕੋਈ ਕਿਤੇ, ਮੈਨੂੰ ਲੱਗਦਾ ਤੁਸੀਂ ਸਪੇਨ 'ਚ ਬੈਠ ਕੇ ਰਿਸਰਚਰ ਬਣ ਜਾਣਾ, ਬੜੇ ਜ਼ਬਰਦਸਤ। ਇਹੀ ਅਸੀਂ ਚਾਹੁੰਦੇ ਹਾਂ। ਇਹ ਮੈਂ ਤੇ ਇਹ ਬਹੁਤ ਖੁਸ਼ ਹੋਵਾਂਗਾ ਕਿ ਅਗਰ ਸਾਡੇ ਇਸ ਸ਼ੋਅ ਨੂੰ ਦੇਖ ਕੇ ਅਗਰ ਕੁਝ ਫਾਰਮਰ ਔਰ ਐਗਰੀਕਲਚਰ ਤੋਂ, ਕਿਉਂਕਿ ਇੰਡੀਆ 'ਚ ਵੀ ਸਾਡਾ ਦੇਖਦੇ ਨੇ ਲੋਕ, ਬਹੁਤ ਸਾਰੇ ਦੇਖਦੇ ਨੇ, ਕੀਨੀਆ 'ਚ ਦੇਖਦੇ ਨੇ, ਇਹੋ ਜਿਹੇ ਮੁਲਕਾਂ 'ਚ ਦੇਖਦੇ ਨੇ ਜਿੱਥੇ ਉਹ ਖੇਤੀ ਕਰ ਸਕਦੇ ਨੇ। ਆਪਣੇ ਫਾਰਮ ਲੈ ਕੇ ਬੈਠੇ ਨੇ ਲੋਕ। ਤੁਸੀਂ ਆਪਣੇ ਫਾਰਮ ਹੈ ਤੁਹਾਡੇ ਕੋਲ, ਤੁਸੀਂ ਇਹ ਐਕਸਪੈਰੀਮੈਂਟ ਕਰੋ। ਤੁਸੀਂ ਉਹ ਜਿਹੜਾ ਕੈਕਟਸ ਦਾ ਬੂਟਾ ਹੈ ਜਿਹੜਾ ਜ਼ਹਿਰੀਲਾ ਤਰੀਨ ਹੈ, ਉਹ ਲਵੋ, ਉਹਦਾ ਜ਼ਹਿਰ ਕੱਢੋ ਔਰ ਉਹਨੂੰ ਥੋੜੀ ਜਿਹੀ ਟ੍ਰੀਟਮੈਂਟ ਕਰਕੇ, ਔਰ ਉਹਦੇ ਲਈ ਤੁਸੀਂ ਮੇਰੇ ਕੋਲੋਂ ਪੁੱਛ ਸਕਦੇ ਹੋ ਕਿ ਮੈਂ ਕੀ ਟ੍ਰੀਟਮੈਂਟ ਕੀਤੀ, ਤੁਹਾਨੂੰ ਮੈਂ ਗਾਈਡ ਕਰਾਂਗਾ। ਔਰ ਇਹ ਐਕਸਪੈਰੀਮੈਂਟ ਕਰੋ, ਤੁਸੀਂ ਹੈਰਾਨ ਹੋਵੋਗੇ। ਤੁਸੀਂ ਉਸ ਵੈਜੀਟੇਬਲ ਨੂੰ ਖਾ ਕੇ ਦੇਖੋ, ਤੁਸੀਂ ਕਹੋਗੇ ਨਾ ਇਹੋ ਜਿਹਾ ਟੇਸਟ ਮਿਲਿਆ ਔਰ ਨਾ ਇਹੋ ਜਿਹੀ ਫੀਲਿੰਗ ਆਈ ਹੈ ਉਹ ਖਾਣ ਤੋਂ ਬਾਅਦ, ਕਿਉਂਕਿ ਉਹ ਪਲਾਂਟ ਡਿਫਰੈਂਟ ਹੋ ਜਾਂਦਾ ਜਦੋਂ ਉਹਨੂੰ ਤੁਸੀਂ ਚੈਲੰਜ ਦਿੰਦੇ ਹੋ। ਭਾਜੀ ਬਹੁਤ ਅੱਛਾ। ਭਾਜੀ ਆਪਣੇ ਦਿਦਾਰ ਸਿੰਘ, ਥੈਂਕ ਯੂ ਸੋ ਮਚ। ਦਿਦਾਰ ਸਿੰਘ ਹੁਣੀ ਇੰਨੀ ਰਿਸਰਚ ਕਰ ਰਹੇ ਨੇ, ਸਿਰਫ ਆਪਣੀ ਸਪਲੀਮੈਂਟ ਨਹੀਂ ਲੈਂਦੇ, ਖੁਦ ਵੀ ਰਿਸਰਚ ਕਰਦੇ ਨੇ, ਖੁਦ ਵੀ ਪ੍ਰੋਡਿਊਸ ਕਰ ਰਹੇ ਨੇ ਚੀਜ਼ਾਂ, ਜਿੱਦਾਂ ਪਲਾਂਟਸ ਦੀਆਂ ਗੱਲਾਂ ਕਰਦੇ ਨੇ। ਭਾਜੀ ਪਲੀਜ਼ ਕੀਪ ਇਨ ਟੱਚ ਕਰਿਆ ਕਰੋ, ਆਲਵੇਜ਼ ਗਿਵ ਅਸ ਅ ਕਾਲ। ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਬੜਾ ਫਾਇਦੇਮੰਦ, ਔਰ ਅਸੀਂ ਇਹਦਾ ਡਿਸਕਸ ਕਰਨਾ ਸੀਗਾ। ਆਈ ਐਮ ਗਲੈਡ ਕਿ ਤੁਸੀਂ ਪੁੱਛਿਆ, ਅਸੀਂ ਉਹਦੇ ਬਾਰੇ ਗੱਲ ਕਰ ਪਾਏ। ਥੈਂਕ ਯੂ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਅਕਾਲ ਚੈਨਲ ਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹਿਣਾ, ਬੜਾ ਹੌਸਲਾ ਹੁੰਦਾ ਜਦੋਂ ਸਾਨੂੰ ਇੱਦਾਂ ਦੀ ਫੀਡਬੈਕ ਮਿਲਦੀ ਹੈ। ਡਾਕਟਰ ਸਾਹਿਬ, ਮੈਂ ਹੁਣ ਨਾ ਉਹਦੀ ਗੱਲ ਕਰਾਂਗਾ ਬੈਕ ਟੇਬਲ ਦੀ, ਜਿਹੜੀ ਅਸੀਂ ਪੈਰਾਂ ਦੀ ਗੱਲ ਕੀਤੀ, ਹੋਰ ਗੱਲਾਂ ਦੀ, ਪੋਸਚਰ ਦੀ ਗੱਲ ਕੀਤੀ। ਕੁਝ ਜਿਹੜੀ ਲੱਤਾਂ ਨੇ ਉਹਦੀ ਇੱਕ ਛੋਟੀ ਵੱਡੀ ਹੋ ਜਾਂਦੀ ਹੈ। ਹਾਂਜੀ, ਬਿਲਕੁਲ ਹੋ ਜਾਂਦੀ Really? ਬਿਲਕੁਲ ਹੋ ਜਾਂਦੀ, ਕਿਉਂਕਿ ਅਗਰ ਤੁਹਾਡਾ ਹਿਪ ਜੁਆਇੰਟ ਜਿਹੜਾ ਹੈ ਉਹਦਾ ਨਰਵ ਕਨੈਕਸ਼ਨ ਅਗਰ ਪ੍ਰੋਪਰ ਨਹੀਂ ਹੋਏਗਾ ਤਾਂ ਸੁੱਕਣੇ ਸ਼ੁਰੂ ਹੋ ਜਾਏਗੀ, ਤੁਹਾਡੀ ਪੂਰੀ ਬੋਨ ਛੋਟੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇੱਕ ਲੱਤ ਜਾਸੀ ਹਾਂਜੀ, Really? ਬਿਲਕੁਲ ਹੁੰਦੀ ਹੈ। ਇਹ ਤੇ ਇਹ
ਬਲਕਿ ਇੱਕ ਤੇ ਪੂਰੀ ਬਾਡੀ ਵੀ ਸ਼ਰਿੰਕ ਹੁੰਦੀ ਹੈ। ਅੱਜ ਕੱਲ ਤੇ ਬਹੁਤ ਜ਼ਿਆਦਾ ਹੋ ਰਿਹਾ ਔਰਤਾਂ 'ਚ ਖਾਸ ਤੌਰ ਤੇ ਕਿ 60 ਸਾਲ ਤੋਂ ਬਾਅਦ ਉਹਨਾਂ ਦਾ 2-2 3-3 ਇੰਚ 4-4 ਇੰਚ ਤੱਕ ਕੱਦ ਜਿਹੜਾ ਨਾ ਸੁੱਕ ਜਾਂਦਾ ਹੈ। ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਸੀਗਾ, ਕਿਸੇ ਨਾਲ ਮੇਰੇ ਦੋਸਤ ਨੇ ਮੈਨੂੰ ਦੱਸਿਆ ਸੀਗਾ ਉਹ ਜਦੋਂ ਮਾਲਿਸ਼ ਕਰਨ ਗਿਆ ਨਾ ਤੇ ਉਹਨੇ ਉਹ ਬੰਦਾ ਐਕਸਪਰਟ ਹੋਏਗਾ ਜਿਹੜਾ ਮਾਲਿਸ਼ ਕਰਦਾ, ਕਹਿੰਦਾ ਤੇਰੇ ਲੱਤਾਂ ਸਿੱਧੀਆਂ ਕਰ। ਉਹਨੇ ਜਦੋਂ ਸਾਈਡ ਬਾਈ ਸਾਈਡ ਕੀਤੇ ਨਾ ਘੱਟੋ ਘੱਟ 1.5 ਇੰਚ ਦਾ ਫਰਕ ਸੀਗਾ ਯਾਰ। ਹਾਂਜੀ ਬਿਲਕੁਲ ਪੈ ਜਾਂਦਾ। ਉਹ ਮੈਂ ਉਹਨੂੰ ਕਿਹਾ ਤੂੰ ਟੇਢਾ ਪਿਆ ਹੋਣਾ, ਕਹਿੰਦਾ ਨਹੀਂ ਯਾਰ ਮੈਂ ਪ੍ਰੋਪਰ ਖਿੱਚਿਆ ਸੀਗਾ। ਪੈ ਜਾਂਦਾ, ਬਿਲਕੁਲ ਫਰਕ ਪੈ ਜਾਂਦਾ। ਔਰ ਇਹ ਵੀ ਬੈਕਬੋਨ ਤੋਂ ਓਰੀਜਿਨੇਟ ਹੋ ਰਿਹਾ ਹੁੰਦਾ ਔਰ ਇਹਦੇ 'ਚ ਹਿਪ ਜੁਆਇੰਟ ਜਿਹੜੇ ਨੇ ਰੋਲ ਪਲੇ ਕਰ ਰਹੇ ਹੁੰਦੇ ਨੇ ਕਿ ਹਿਪ ਜਦੋਂ ਡਿਸਲਾਈਨਡ ਹੁੰਦੀ ਹੈ, ਇੱਕ ਲੱਤ ਦਾ ਇਸਤੇਮਾਲ ਜ਼ਿਆਦਾ ਤੁਸੀਂ ਸ਼ੁਰੂ ਕਰ ਦਿੰਦੇ, ਇੱਕ ਦਾ ਥੋੜਾ, ਜਦੋਂ ਥੋੜਾ ਕਰ ਦੋ ਆਹਿਸਤਾ ਆਹਿਸਤਾ ਛੋਟੀ ਹੋਣੀ ਸ਼ੁਰੂ ਹੋ ਜਾਂਦੀ ਹੈ। ਅੱਛਾ, ਉਹ ਉਹਦਾ ਸਾਨੂੰ ਰੀਜ਼ਨ ਹੈ। ਖੁਦ ਵੀ ਨਹੀਂ ਪਤਾ ਲੱਗ ਰਿਹਾ ਹੁੰਦਾ ਕਿ ਅਸੀਂ ਕੀ ਕਰ ਰਹੇ ਹਾਂ। ਦੇਖੋ ਨਾ, ਜਦੋਂ ਤੁਹਾਨੂੰ ਪਤਾ ਨਹੀਂ ਚੱਲੇਗਾ ਤੁਹਾਡੀ ਇਸ ਜੋੜ 'ਚ ਕੋਈ ਪ੍ਰੋਬਲਮ, ਹਲਕਾ ਫੁਲਕਾ ਦਰਦ ਹੈ ਨਾ, ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਤੁਸੀਂ ਕੀ ਚੇਂਜਸ ਕੀਤੀਆਂ ਨੇ। ਉਸ ਦਰਦ ਨੂੰ ਅਡਾਪਟ ਕਰਨ ਲਈ ਤੁਹਾਡੀ ਬਾਡੀ ਚੇਂਜਸ ਪਹਿਲੇ ਹੀ ਕਰ ਲੈਂਦੀ ਹੈ, ਉਹ ਆਟੋਮੈਟਿਕਲੀ ਇੱਥੋਂ weight ਚੁੱਕਦੀ ਹੈ ਇੱਧਰ ਸ਼ਿਫਟ ਕਰ ਦਿੰਦੀ ਹੈ, ਲੇਕਿਨ ਤੁਹਾਡੀ ਚੱਲਣ 'ਚ ਫਰਕ ਨਹੀਂ ਆਣ ਦਿੰਦੀ ਜਦ ਤੱਕ ਕਿ ਕੋਈ ਐਕਸਟ੍ਰੀਮ ਨਾ ਕੇਸ ਹੋ ਜਾਏ ਕਿ ਲਿੰਪ ਆਣਾ ਸ਼ੁਰੂ ਹੋ ਜਾਏ, ਵਰਨਾ ਤੁਹਾਡੀ ਬਾਡੀ ਤੁਹਾਨੂੰ ਲਿੰਪ ਸ਼ਿੰਪ ਨਹੀਂ ਲਿਆਣ ਦਿੰਦੀ, ਉਹ ਖੁਦ ਕੰਪਨਸੇਟ ਕਰਦੀ ਹੈ। ਭਾਜੀ ਐਮ ਰਾਈਟ, ਕਿਉਂਕਿ ਮੈਂ ਵੀ ਬੜਾ ਜਿੱਦਾਂ ਆਪਣੇ ਭਾਜੀ ਤੇ ਦਾਰਸ਼ਨ ਕਰਦੇ, ਮੈਂ ਰਿਸਰਚ ਤਾਂ ਨਹੀਂ ਕਰਦਾ ਲੇਕਿਨ ਆਈ ਟਾਕ ਟੂ ਪੀਪਲ ਐਂਡ ਲੋਟ ਆਫ ਥਿੰਗਸ ਮੈਂ ਬੜੇ ਧਿਆਨ ਨਾਲ ਬੜੀ ਗੌਰ ਨਾਲ ਸੁਣਦਾ ਹਰ ਗੱਲ। ਜਦੋਂ ਤੁਹਾਨੂੰ ਬੈਕ ਟਰਬਲ ਲੱਗੇ ਤੁਸੀਂ ਖੜੇ ਹੁੰਦੇ ਹੋ, ਤੁਸੀਂ ਨਾ ਉਹਨੂੰ ਕਿਉਂਕਿ ਤੁਹਾਡੇ ਇੱਕ ਸਾਈਡ ਤੇ ਜਾਸਤੀ ਪੇਨ ਆ ਦੂਸਰੀ ਨਾਲੋਂ, ਤੁਸੀਂ ਆਪਣਾ ਪੋਸਚਰ ਥੋੜਾ ਜਿਹਾ ਟੇਢਾ ਕਰ ਲੈਂਦੇ ਹੋ। ਹਾਂਜੀ, ਉਹਨੂੰ ਕੰਫਰਟ ਦੇਣ ਲਈ। ਹਾਂਜੀ, ਉਹ ਕਰਦੇ ਕਰਦੇ ਤੁਹਾਨੂੰ ਆਦਤ ਪੈ ਜਾਂਦੀ ਹੈ ਔਰ ਫਿਰ ਤੁਸੀਂ ਇੱਕ ਸਾਈਡ ਤੇ ਪਰਮਾਨੈਂਟ weight ਸ਼ਿਫਟ ਕਰ ਦਿੰਦੇ ਹੋ। ਹਾਂ ਬਿਲਕੁਲ। ਜਿਸ ਸਾਈਡ ਤੇ ਨਹੀਂ ਸ਼ਿਫਟ ਕਰਦੇ ਉਹ ਲੱਤ ਜਿਹੜੀ ਸ਼ਰਿੰਕ ਹੋਣੀ ਸ਼ੁਰੂ ਹੋ ਜਾਂਦੀ, ਉਹ ਫਰਕ ਪੈ ਜਾਂਦਾ। ਠੀਕ ਹੈ ਨਾ, ਇਹ ਹੁੰਦਾ, ਇਹ ਤੇ ਬਹੁਤ ਕਾਮਨ ਚੀਜ਼ ਹੈ। ਲੋਕਾਂ ਦੇ ਮੋਢੇ ਡਿੱਗੇ ਹੁੰਦੇ ਨੇ, ਬੈਲੈਂਸ ਨਹੀਂ ਹੁੰਦੇ, ਮੈਂ ਖੜਾ ਕਰਾ ਕੇ ਉਹਨੂੰ ਕਹਿੰਦਾ ਮੋਢੇ ਦੇਖੋ ਆਪਣੇ ਬਰਾਬਰ ਨੇ ਕਿ ਨਹੀਂ, ਉਹ ਪਤਾ ਲੱਗ ਜਾਂਦਾ ਕਿ ਇਹਨਾਂ ਦੀ ਬਾਡੀ ਬੈਲੈਂਸ ਨਹੀਂ ਹੈ ਇੱਕ ਸਾਈਡ ਤੇ, ਔਰ ਫਿਰ ਉਹ ਸਾਨੂੰ ਸਮਝ ਆ ਜਾਂਦੀ ਹੈ ਕਿ ਕੋਈ ਨਰਵ ਟਰੈਪ ਹੋਈ ਹੈ। ਔਰ ਤੁਸੀਂ ਪੇਨ ਕਿਲਰ ਖਾ ਕੇ, ਯਾਨੀ ਹੁਣ ਤੁਸੀਂ ਦੇਖੋ ਨਾ ਕਿੰਨੀ ਅਫਸੋਸ ਦੀ ਗੱਲ ਹੈ, ਤੁਸੀਂ ਮੇਰੇ ਕੋਲ ਆਓ ਔਰ ਮੈਨੂੰ ਕਹੋ ਡਾਕਟਰ ਸਾਹਿਬ ਮੇਰੇ ਗੋਡੇ 'ਚ ਬੜਾ ਦਰਦ ਹੋ ਰਿਹਾ, ਬੜਾ ਪ੍ਰੋਬਲਮ ਹੈ, ਦੱਸੋ ਮੈਂ ਕੀ ਕਰਾਂ, ਮੈਂ ਤੁਹਾਡੇ ਮੂੰਹ ਤੇ ਟੇਪ ਲਾ ਦਿਆਂ ਔਰ ਤੁਹਾਨੂੰ ਕਹਿੰਦਾ ਦਿਓ ਮੇਰੀ ਫੀਸ 100 ਰੁਪਏ ਤੇ ਜਾਓ ਹੁਣ। ਇਹੀ ਹੋ ਰਿਹਾ। ਤੁਸੀਂ ਜਾਣਦੇ ਹੋ ਸਾਨੂੰ ਦਰਦ ਹੋ ਰਿਹਾ, ਉਹ ਪੇਨ ਕਿਲਰ ਦੇ ਕੇ ਤੁਹਾਨੂੰ ਸ਼ਟ ਅਪ ਕਾਲ ਦੇ ਦਿੰਦੇ ਨੇ, ਬਾਡੀ ਤੁਹਾਡੇ ਨਾਲ ਬੋਲ ਰਹੀ ਹੈ, ਤੁਹਾਨੂੰ ਦੱਸ ਰਹੀ ਹੈ। ਡਾਕਟਰ ਸਾਹਿਬ ਬੜੇ ਸਵਾਲ ਜਵਾਬ ਨੇ, ਰੀਅਲੀ ਬਹੁਤ ਇੰਟਰਸਟਿੰਗ, ਹਰ ਸਬਜੈਕਟ ਇੰਟਰਸਟਿੰਗ ਹੁੰਦਾ। ਕਈ ਪੋਸਚਰ ਦੀ ਗੱਲ ਕਰਦੇ ਬੰਦੇ ਥੋੜੀ ਜਿਹਾ ਟੇਢਾ ਤੁਰਨ ਲੱਗ ਜਾਂਦੇ ਨੇ ਫਾਰਵਰਡ ਹੋ ਕੇ। ਹਾਂਜੀ, ਉਹ ਵੀ ਕੰਫਰਟੇਬਲ ਪੋਜੀਸ਼ਨ ਲੱਭਦੇ ਨੇ। ਉਹ ਨਹੀਂ ਲੱਭ ਰਹੇ ਹੁੰਦੇ, ਉਹਨਾਂ ਦੀ ਬਾਡੀ ਉਹਨਾਂ ਕੋਲ ਕਰਵਾ ਰਹੀ ਹੁੰਦੀ ਹੈ, ਇਹ ਬਾਡੀ ਖੁਦ ਐਡਜਸਟਮੈਂਟ ਕਰ ਰਹੀ ਹੁੰਦੀ ਹੈ ਕਿ ਵੀ ਇੰਜ ਹੁਣ ਤੁਰਨਾ ਹੈ। ਉਹ ਫਿਰ ਔਰ ਉਹ ਸਾਰੀਆਂ ਚੀਜ਼ਾਂ ਬੈਕ ਤੋਂ ਆ ਰਹੀਆਂ ਹੁੰਦੀਆਂ ਨੇ, ਬੈਕ ਹੀ ਟਰਬਲ ਦੇ ਰਹੀ ਹੁੰਦੀ। ਇਸ ਲਈ ਮੈਂ ਆਮ ਤੌਰ ਤੇ ਲੋਕਾਂ ਨੂੰ ਕਹਿੰਦਾ ਹੁੰਦਾ ਕਿ ਤੁਸੀਂ 50 ਤੋਂ ਉੱਪਰ ਹੋ ਗਏ ਹੋ ਨਾ ਔਰ ਇਹੋ ਜਿਹੇ ਠੰਡੇ ਮੁਲਕਾਂ 'ਚ ਰਹਿੰਦੇ ਹੋ, ਇੱਥੇ ਇਹਨਾਂ ਮੁਲਕਾਂ 'ਚ ਬੈਕ ਜੁੜ ਜਾਂਦੀ ਹੁੰਦੀ ਹੈ। ਤੁਹਾਨੂੰ ਲਾਜ਼ਮੀ ਹਫਤੇ 'ਚ ਇੱਕ ਦਫਾ ਸੋਨਾ ਰੂਮ ਜਾਣਾ ਚਾਹੀਦਾ। ਤੁਸੀਂ ਬੈਠੋ, ਬੈਕ ਨੂੰ ਪੂਰਾ ਪਸੀਨਾ ਦਿਓ, ਉਹ ਖੁੱਲ ਜਾਏ, ਉਹਦੇ 'ਚ ਸਰਕੂਲੇਸ਼ਨ ਠੀਕ ਹੋ ਜਾਏ, ਵਰਨਾ ਉਹ ਸਟੈਗਨੇਟ ਹੋਈ ਹੁੰਦੀ ਹੈ ਬਲੱਡ ਸਰਕੂਲੇਸ਼ਨ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ, ਆਪਣੇ ਇੱਕ ਦੋਸਤ ਹੈ ਜਿਹੜਾ ਮੇਰੇ ਕੋਲ ਆਏ ਸੀ, ਉਹਨਾਂ ਨੂੰ ਡਿਪਰੈਸ਼ਨ ਹੋ ਗਿਆ, ਨੀਂਦ ਉੱਡ ਗਈ ਪੂਰਾ, ਬਲਕਿ ਉਹਨਾਂ ਨੂੰ ਇੱਕ ਹੋਰ ਪ੍ਰੋਬਲਮ ਹੋ ਗਿਆ ਸੀ, ਉਹਦਾ ਮੈਂ ਜ਼ਿਕਰ ਨਹੀਂ ਕਰ ਸਕਿਆ ਤੁਹਾਨੂੰ। ਉਹਨਾਂ ਨੂੰ ਡਕਾਰ ਆਣੇ ਸ਼ੁਰੂ ਹੋ ਗਏ ਸੀ, ਖਾਲੀ ਪੇਟ ਡਕਾਰ ਆਈ ਜਾਣਾ, ਮੇਰੇ ਕੋਲ ਬੈਠੇ ਡਕਾਰ ਤੇ ਡਕਾਰ। ਮੈਂ ਕਿ ਕੀ ਹੋਇਆ? ਕਹਿੰਦੇ ਮੈਨੂੰ ਹਰ 2-3 ਘੰਟੇ ਬਾਅਦ ਨਾ ਪੇਟ ਮੇਰਾ ਫੁੱਲ ਜਾਂਦਾ ਹੈ ਔਰ ਫਿਰ ਮੈਨੂੰ ਡਕਾਰ ਆਣਗੇ, ਪੇਟ 'ਚ ਗੈਸ ਨਿਕਲ ਜਾਏਗੀ, ਫਿਰ ਮੈਂ ਸੈੱਟ ਹੋ ਜਾਵਾਂਗਾ ਹਰ 2-3 ਘੰਟੇ ਬਾਅਦ। ਉਹ ਕੀ ਸੀ ਉਹਨਾਂ ਦਾ, ਇੱਥੇ ਸੈਂਟਰ 'ਚ ਮੈਂ ਮੋਰੇ ਤੇ ਉਂਗਲੀ ਰੱਖੀ ਸੀ, ਮੈਨੂੰ ਪਤਾ ਸੀ ਇਸ ਮੋਰੇ 'ਚ ਵੀ ਟਰਬਲ ਹੈ। ਉਹਨਾਂ ਦਾ ਜਿਹੜਾ ਮੇਦੇ ਨੂੰ ਕਨੈਕਸ਼ਨ ਜਾ ਰਿਹਾ ਸੀ ਨਰਵ ਦਾ, ਉਹ ਕਰਪਟ ਹੋਇਆ ਸੀ। ਇੱਥੋਂ ਜਿਹੜੇ ਸ਼ੋਲਡਰ ਬ੍ਰੇਡ ਦੇ ਦਰਮਿਆਨ ਲਾਈਕ ਮੋਰਾ ਸੀ, ਉਹਦੇ ਟਰਬਲ ਸੀ। ਮੈਂ ਉਂਗਲੀ ਰੱਖੀ ਤੇ ਆਏ ਕੀਤੀ ਉਹਨਾਂ ਨੇ, ਮੈਂ ਕਿਹਾ ਇਹ ਟਰਬਲ ਹੈ, ਇਹ ਤੁਹਾਡੇ ਮੇਦੇ। ਉਹ ਫਿਰ ਜਦੋਂ ਉੱਥੇ ਵੀ ਅਸੀਂ ਕੀ ਕੀਤੀ ਉਹਨਾਂ ਦੀ ਟ੍ਰੀਟਮੈਂਟ, ਅਸੀਂ ਉੱਥੇ ਇੱਕ ਮਸਾਜ ਕੀਤੇ, ਦੂਸਰਾ ਨੂੰ ਹੀਟ ਅਪ ਕੀਤਾ ਉਸ ਏਰੀਆ ਨੂੰ, ਉਹਦੇ 'ਚ ਓਜ਼ੋਨ ਦੇ ਇੰਜੈਕਸ਼ਨ ਲਗਾਏ, ਉਹਨਾਂ ਨੂੰ ਹਾਈ ਡੋਜ਼ ਅਸੀਂ ਕਰਕਿਊਮਨ ਵਿਟਾਮਿਨ ਸੀ ਦੇ ਕੇ ਉੱਥੋਂ ਇਨਫਲੇਮੇਸ਼ਨ ਨੂੰ ਖਤਮ ਕਰਤਾ, ਮੇਦਾ ਵੀ ਠੀਕ ਹੋ ਗਿਆ। ਉੱਥੇ ਸਾਡੇ ਰਹਿੰਦੇ ਵੀ ਵਰਨਾ ਖਾਣਾ ਨਹੀਂ ਸਿਖਾਉਂਦੇ। ਭਾਜੀ 1 ਮਿੰਟ ਰਹਿੰਦਾ, ਬਹੁਤ ਸਵਾਲ ਸੀਗੇ ਹੁਣ ਨਹੀਂ ਪੁੱਛੇ ਜਾਣੇ। ਨੋ ਮੈਨੂੰ ਆਨਸਰ ਤੁਹਾਡਾ ਕੀ ਹੈਗਾ, 1 ਮਿੰਟ ਹੀ ਹੈ ਪੂਰਾ। ਤੁਸੀਂ ਬਹੁਤ ਅਗੇਂਸਟ ਆਪਰੇਸ਼ਨ ਦੇ, ਪਰ ਆਮ ਅੱਧਾ ਕਿਹਾ ਜਾਂਦਾ ਕਿ ਤੁਹਾਨੂੰ ਆਪਰੇਸ਼ਨ ਕਰਾਉਣਾ ਪਏਗਾ। ਕਿਸ ਚੀਜ਼? ਬੈਕ ਪ੍ਰੋਬਲਮ। ਨਹੀਂ ਜੀ ਨਹੀਂ, ਤੁਸੀਂ ਬੈਕ ਦਾ ਆਪਰੇਸ਼ਨ ਕਰਾ ਗਿਆ ਤੁਸੀਂ ਤਾਂ ਉਹ ਰਹਿੰਦੇ ਹੀ ਨਹੀਂ ਹੋ, ਤੁਸੀਂ ਤਾਂ ਹੈਂਡੀਕੈਪ ਹੋ ਜਾਂਦੇ ਹੋ।
ਫਿਰ ਤੁਹਾਡੀ ਉਹ ਲਾਈਫ ਨਹੀਂ ਰਹਿੰਦੀ, ਤੁਹਾਡਾ ਬੈਲੈਂਸ ਨਹੀਂ ਰਹਿੰਦਾ। ਮੈਂ ਸਖਤ ਖਿਲਾਫ ਹਾਂ ਬਿਲਕੁਲ। ਕਿਸੇ ਕਿਸਮ ਦੇ ਆਪਰੇਸ਼ਨ ਦੇ, ਸਖਤ ਖਿਲਾਫ ਹਾਂ। ਐਮਰਜੈਂਸੀ ਯਕੀਨਨ ਕੋਈ ਤੁਹਾਨੂੰ ਇੰਜਰੀ ਹੋ ਗਈ ਹੈ, ਰੋਡ ਸਾਈਡ ਇੰਜਰੀ ਹੈ, ਬੁਲਟ ਇੰਜਰੀ ਹੈ, ਕੋਈ ਕੁਛ ਹੋ, ਲਾਜ਼ਮੀ ਆਪਰੇਸ਼ਨ ਕਰਾਓ। ਲੇਕਿਨ ਬੈਕ ਦਾ ਆਪਰੇਸ਼ਨ ਕਰਾ ਕੇ ਮੋਹਰਿਆਂ ਨੂੰ ਫਿਊਜ਼ ਕਰ ਦਿੰਦੇ ਨੇ, 2-2 ਮੋਹਰੇ ਲੋਕਾਂ ਦੇ ਫਿਊਜ਼ ਹੋਏ ਨੇ, 3-3 ਮੋਹਰੇ ਫਿਊਜ਼ ਹੋਏ ਨੇ। ਉਹਨਾਂ ਦੀ ਬੈਕ ਥੋੜੀ ਬੱਚੀ, ਉੱਥੇ ਡੰਡਾ ਉਹਦੇ ਚ ਆ ਗਿਆ ਬੈਕ 'ਚ, ਨਾ ਮੂਵ ਕਰ ਸਕਦੇ, ਨਾ ਉੱਠ ਸਕਦੇ, ਨਾ ਬੈਠ ਸਕਦੇ। ਕਦੇ ਵੀ ਤੁਹਾਡੀ ਲਾਈਫ ਨਾਰਮਲ ਨਹੀਂ। ਭਾਜੀ ਇਹ ਬੜਾ ਆਪਾਂ ਜਿਹੜਾ ਹੁਣ ਡਾਇਬੀਟੀਜ਼ ਡਿਸਕਸ ਕੀਤਾ, ਅੰਦਰ ਵੀ ਡਿਸਕਸ ਪਤਾ ਬੈਕ ਟਰਬਲ ਦਾ ਭਾਜੀ ਬੜੀ ਆਨਗੋਇੰਗ ਆਮ ਮੁਸੀਬਤ ਹੈ, ਬਹੁਤ ਜ਼ਿਆਦਾ। ਹਰ ਬੰਦਾ ਬੈਕ ਪਕੜ ਕੇ ਫਿਰ ਰਿਹਾ। ਬਿਲਕੁਲ। ਔਰ ਉਸ ਬੈਕ ਦੀ ਵਜ੍ਹਾ ਨਾਲ ਉਹਨਾਂ ਨੂੰ 7 ਹੋਰ ਪ੍ਰੋਬਲਮ ਆ ਰਹੇ ਨੇ। ਜਿਵੇਂ ਮੈਂ ਦੱਸਿਆ ਕਿ ਉਹ ਬੈਕ ਤੱਕ ਨਹੀਂ ਰਹਿੰਦੇ, ਉਸ ਬੈਕ ਜਿਸ ਏਰੀਆ 'ਚ ਟਰਬਲ ਹੈ, ਜਿਹੜੀ ਨਰਵ ਜਾ ਰਹੀ ਹੈ, ਉਹ ਸਾਰੇ ਆਰਗਨ ਕੰਪਰੋਮਾਈਜ਼ ਹੋ ਰਹੇ ਨੇ। ਭਾਜੀ ਲਾਸਟ 20 ਸੈਕਿੰਡ ਰਹਿੰਦੇ ਨੇ, ਕੀ ਸਵਾਲ ਸੀਗਾ? ਲਓ ਸਵਾਲ, ਚਲੋ ਅਸੀਂ ਨੈਕਸਟ ਵੀਕ ਫਿਰ ਮੁਲਾਕਾਤ ਕਰਾਂਗੇ, ਸੇਮ ਟਾਈਮ ਸੇਮ ਪਲੇਸ ਤੇ। ਤਬ ਤੱਕ ਰੱਬ ਰਾਖਾ, ਸਤਿ ਸ੍ਰੀ ਅਕਾਲ ਜੀ।